ਆਪਾਂ ਪਰਮੇਸ਼ਰ ਦਾ ਵਚਨ ਦੇਖਾਂਗੇ ਔਰ ਆਪਾਂ ਦੇਖਾਂਗੇ ਪੁਰਾਣੇ ਨਿਯਮ ਦੇ ਵਿੱਚ ਦੂਜਾ ਇਤਿਹਾਸ, ਪੁਰਾਣੇ ਨਿਯਮ ਦੇ ਵਿੱਚ ਦੂਜਾ ਇਤਿਹਾਸ ਉਹਦਾ 36 ਅਧਿਆਇ। ਔਰ ਸਾਰੇ ਪੜੇ ਉੱਚੀ ਆਵਾਜ਼ ਦੇ ਵਿੱਚ ਸ਼ਾਂਤੀ ਨਾਲ, ਤਾਂ ਕਿ ਸੁਣਨ ਵਾਲੇ ਨੂੰ ਸਮਝ ਆਵੇ। ਆਪਾਂ ਪੜਾਂਗੇ ਦੂਜਾ ਇਤਿਹਾਸ ਉਹਦਾ 36 ਅਧਿਆਇ। ਆਪਾਂ ਪੜਾਂਗੇ 1 ਤੋਂ ਲੈ ਕੇ ਉਹਦੇ 23 ਵਚਨ ਤੱਕ। ਦੇਸ਼ ਦੇ ਲੋਕਾਂ ਨੇ 11 ਤੋਂ ਲੈ ਕੇ 23 ਤੱਕ। ਜ਼ਿਦਕਿਆ 21 ਵਰ੍ਹਿਆਂ ਦਾ ਸੀ ਜਦ ਉਹ ਰਾਜ ਕਰਨ ਲੱਗਾ ਅਤੇ ਉਸਨੇ 11 ਵਰ੍ਹੇ ਯਰੂਸ਼ਲਮ ਵਿੱਚ ਰਾਜ ਕੀਤਾ। ਉਸਨੇ ਯਹੋਵਾ ਆਪਣੇ ਪਰਮੇਸ਼ਰ ਦੀ ਨਿਗਾਹ ਵਿੱਚ ਬਰਿਆਈ ਕੀਤੀ ਅਤੇ ਉਸਨੇ ਯਿਰਮੀਆ ਨਬੀ ਦੇ ਸਾਹਮਣੇ, ਜਿਸਨੇ ਉਹਨੂੰ ਯਹੋਵਾ ਦੇ ਮੂੰਹ ਦੀਆਂ ਗੱਲਾਂ ਆਖੀਆਂ, ਅਧੀਨਗੀ ਨਾ ਕੀਤੀ, ਸਗੋਂ ਉਹ ਨਬੂਕਦਨਸਰ ਪਾਤਸ਼ਾਹ ਦੇ ਵਿਰੁੱਧ ਆਕੀ ਹੋ ਗਿਆ, ਜਿਸ ਨੇ ਉਸ ਨੂੰ ਪਰਮੇਸ਼ਵਰ ਦੀ ਸਹੁੰ ਦਿੱਤੀ। ਪਰ ਉਹ ਆਕੜ ਖਾਣ ਹੋ ਗਿਆ ਅਤੇ ਆਪਣਾ ਮਨ ਕਠੋਰ ਕਰ ਲਿਆ, ਇੱਥੋਂ ਤੀਕ ਕਿ ਉਹ ਇਸਰਾਇਲ ਦੇ ਪਰਮੇਸ਼ਵਰ ਯਹੋਵਾ ਵੱਲ ਨਾ ਮੁੜਿਆ। ਨਾਲੇ ਇਸ ਤੋਂ ਬਿਨਾਂ ਜਾਜਕਾਂ ਦੇ ਸਾਰੇ ਸਰਦਾਰਾਂ ਅਤੇ ਲੋਕਾਂ ਦੇ ਭਾਂਤ-ਭਾਂਤ ਦੀਆਂ ਬੇਈਮਾਨੀਆਂ ਅਤੇ ਦੂਜੀਆਂ ਕੌਮਾਂ ਦੇ ਘਿਨਾਉਣੇ ਕੰਮ ਵਾਂਗੂ ਕੰਮ ਕੀਤੇ ਅਤੇ ਉਹਨਾਂ ਨੇ ਯਹੋਵਾ ਦੇ ਭਵਨ ਨੂੰ ਭ੍ਰਿਸ਼ਟ ਕੀਤਾ, ਜਿਸ ਨੂੰ ਉਸ ਨੇ ਯਰੂਸ਼ਲਮ ਵਿੱਚ ਪਵਿੱਤਰ ਕੀਤਾ ਸੀ। ਅਤੇ ਯਹੋਵਾ ਉਹਨਾਂ ਦੇ ਪਿਓ ਦਾਦਿਆਂ ਦੇ ਪਰਮੇਸ਼ਵਰ ਨੇ ਆਪਣੇ ਦੂਤਾਂ ਦੇ ਰਾਹੀਂ ਉਹਨਾਂ ਨੂੰ ਯਤਨ ਨਾਲ ਕੱਲ ਕੇ ਉਹਨਾਂ ਦੇ ਕੋਲ ਸੁਨੇਹਾ ਭੇਜਿਆ, ਕਿਉਂ ਜੋ ਉਸ ਨੂੰ ਆਪਣੇ ਲੋਕਾਂ ਅਤੇ ਧਾਮ ਉੱਤੇ ਤਰਸ ਆਉਂਦਾ ਸੀ। ਪਰ ਉਹਨਾਂ ਨੇ ਪਰਮੇਸ਼ਰ ਦੂਤਾਂ ਨੂੰ ਠੱਠੇ ਕੀਤੇ ਅਤੇ ਉਹਨਾਂ ਦੀਆਂ ਗੱਲਾਂ ਦੀ ਨਿੰਦਿਆ ਕੀਤੀ ਅਤੇ ਉਹਨਾਂ ਦੇ ਨਬੀਆਂ ਦਾ ਮਖੌਲ ਉਡਾਇਆ, ਇੱਥੋਂ ਤੀਕ ਕਿ ਯਹੋਵਾ ਦਾ ਗੁੱਸਾ ਆਪਣੇ ਲੋਕਾਂ ਉੱਤੇ ਅਜਿਹਾ ਭੜਕਿਆ ਕਿ ਕੋਈ ਚਾਰਾ ਨਾ ਰਿਹਾ। ਪਰ ਉਹ ਕਾਜ਼ੀਆਂ ਦੇ ਪਾਤਸ਼ਾਹ ਨੂੰ ਉਹਨਾਂ ਉੱਤੇ ਚੜਾ ਲਿਆਇਆ, ਜਿਸ ਨੇ ਉਹਨਾਂ ਦੇ ਜਵਾਨਾਂ ਨੂੰ ਪਵਿੱਤਰ ਸਥਾਨ ਵਿੱਚ ਤਲਵਾਰ ਨਾਲ ਵੱਢ ਸੁੱਟਿਆ ਅਤੇ ਉਹਨੇ ਨਾ ਜਵਾਨ, ਨਾ ਕੁਆਰੀ, ਨਾ ਬੁੱਢਾ, ਨਾ ਵੱਡੀ ਉਮਰ ਵਾਲੇ ਉੱਤੇ ਤਰਸ ਖਾਧਾ। ਉਹਨੇ ਸਾਰਿਆਂ ਨੂੰ ਉਸ ਦੇ ਹੱਥ ਵਿੱਚ ਦੇ ਦਿੱਤਾ ਅਤੇ ਪਰਮੇਸ਼ਰ ਦੇ ਭਵਨ ਦੇ ਸਾਰੇ ਭਾਂਡੇ, ਕੀ ਵੱਡਾ ਕੀ ਛੋਟਾ, ਯਹੋਵਾ ਦੇ ਭਵਨ ਦੇ ਖਜ਼ਾਨੇ ਅਤੇ ਪਾਤਸ਼ਾਹ ਅਤੇ ਉਹਦੇ ਸਰਦਾਰਾਂ ਦੇ ਖਜ਼ਾਨੇ ਸਾਰੇ ਬਾਬਲ ਨੂੰ ਲੈ ਗਿਆ। ਅਤੇ ਉਹਨੇ ਪਰਮੇਸ਼ਵਰ ਦੇ ਭਵਨ ਨੂੰ ਢਾਹ ਦਿੱਤਾ ਅਤੇ ਯਰੂਸ਼ਲਮ ਦੀ ਕੰਧ ਨੂੰ ਢਾਹ ਸੁੱਟਿਆ ਅਤੇ ਉਹਦੇ ਸਾਰੇ ਮਹਿਲ ਅੱਗ ਨਾਲ ਸਾੜ ਦਿੱਤੇ ਅਤੇ ਉਹਦੇ ਸਾਰੇ ਬਹੁਮੁੱਲੇ ਭਾਂਡਿਆਂ ਨੂੰ ਬਰਬਾਦ ਕੀਤਾ। ਅਤੇ ਜਿਹੜੇ ਬਰਬਾਦ ਤੋਂ ਬਚੇ ਉਹਨਾਂ ਨੂੰ ਅਸੀਰ ਕਰਕੇ ਬਾਬਲ ਨੂੰ ਲੈ ਗਿਆ ਅਤੇ ਉੱਥੇ ਉਹ ਉਸ ਦੇ ਅਤੇ ਉਹਦੇ ਪੁੱਤਰਾਂ ਦੇ ਟਹਿਲੂਆਂ ਹੋ ਕੇ ਰਹੇ, ਜਦੋਂ ਤੀਕ ਕਿ ਫਾਰਸ ਦੇ ਪਾਤਸ਼ਾਹ ਦਾ ਰਾਜ ਨਾ ਬਣਿਆ। ਤਾਂ ਜੋ ਯਹੋਵਾ ਦਾ ਵਚਨ ਜਿਹੜਾ ਯਿਰਮੀਆ ਦੇ ਮੂੰਹੋਂ ਨਿਕਲਿਆ ਸੀ ਪੂਰਾ ਹੋਵੇ, ਜਿੰਨਾ ਚਿਰ ਕਿ ਦੇਸ਼ ਆਪਣੇ ਸਬਦਾਂ ਦਾ ਆਰਾਮ ਨਾ ਭੋਗੇ। ਵਿਰਾਨੀ ਦੇ ਸਾਰੇ ਦਿਨ ਉਹ ਸਬਦ ਮਨਾਉਂਦੇ ਰਹੇ, ਜਦ ਤੱਕ 70 ਵਰ੍ਹੇ ਪੂਰੇ ਨਾ ਹੋਏ। ਅਤੇ ਬਸ ਸਾਰੇ ਬੋਲੋ ਹਾਲੇਲੂਇਆ, हालेलुया। ये परमेश्वर का वचन है और परमेश्वर का वचन परमेश्वर के आत्मा द्वारा लिखाया गया है और प्रभु यीशु मसीह ने किया, आकाश का टल जाएगा पर मेरा वचन कदे नहीं चलेगा। सो परमेश्वर के वचन में बहुत ध्यान सुनो, क्योंकि अज साडे परमेश्वर एक बार फिर अपने वचन के द्वारा साडे नाल गलबात करने लिए जा रहे हैं। और साडे परमेश्वर जो राजा के राजा और जो प्रभुओं के प्रभु ने, और वो परमेश्वर जो इंसान के लिए उसका वक्त बदल देंगे ने, उसका समा बदल देंगे ने, वो जैसे मर्जी हालात हो, जैसी मर्जी परिस्थिति हो, लेकिन प्रभु यीशु मसीह उसनू बदल देंगे ने। साडे प्रभु यीशु मसीह ने वो इंसान को बनायागा और जो इंसान है उसनू प्रभु यीशु मसीह ने खुद अपने हत्थों के नाल बनायागा। आप सारे लोग जानते हैं। और प्रभु यीशु मसीह ने इंसान को मिट्टी विचों बनायागा, लेकिन इंसान को मिट्टी के बनायागा, लेकिन किसी भी इंसान की ताकत नहीं है, किसी भी इंसान के इन्नी सामर्थ नहीं है, या किसी भी इंसान की इन्नी औकात नहीं है कि वह परमेश्वर का सामना कर सके। परमेश्वर का सामना कोई भी जन, कोई भी इंसान वो कर नहीं सकता। सामना करना मतलब आप करना, कि परमेश्वर के सामने कोई भी इंसान आ कर नहीं सकता। परमेश्वर जो सर्वशक्तिमान है, जिहदी बोलण दे विच इन्नी सामर्थ है, वो मतलब कि जो मूर्तियां को जिंदा कर सकता गा, वो परमेश्वर जिहदे बोलण नाल आकाश बनिया, जिहदे बोलण दे नाल धरती बनी, उस परमेश्वर का सामना कोई भी इंसान नहीं कर सकता। लेकिन आप देखते हैं इस धरती पर बहुत सारे लोग ने, बहुत सारे लोग ने जो परमेश्वर का सामना करते हैं।
ਇੱਕ ਮੈਂ ਤੁਹਾਨੂੰ ਗੱਲ ਦੱਸ ਦਾਂਗਾ ਕਿ ਇਸ ਧਰਤੀ ਉੱਪਰ ਇੱਕ ਇਨਸਾਨ ਹੋਇਆ ਸੀਗਾ, ਮਾਈਕਲ ਜੈਕਸਨ। ਸੁਣਿਆ ਕਿਸੇ ਨੇ ਇਸ ਬਾਰੇ? ਮਾਈਕਲ ਜੈਕਸਨ। ਉਹ ਪੂਰੀ ਧਰਤੀ ਉੱਪਰ ਬਹੁਤ ਜ਼ਿਆਦਾ ਮਤਲਬ ਮਸ਼ਹੂਰ ਰਿਹਾ ਗਾ, ਕਾਫੀ ਫੇਮਸ ਰਿਹਾ ਗਾ। ਉਹ ਆਪਣੇ ਖੁਦ ਗੀਤ ਲਿਖਦਾ ਸੀਗਾ ਤੇ ਖੁਦ ਗਾਉਂਦਾ ਸੀਗਾ ਤੇ ਖੁਦ ਡਾਂਸਰ ਸੀਗਾ। ਉਹਦੇ ਵਰਗਾ ਕੋਈ ਵੀ ਇਨਸਾਨ ਧਰਤੀ ਉੱਪਰ ਨਹੀਂ ਹੈ। ਅੱਜ ਵੀ ਉਹਦਾ ਨਾਮ ਚੱਲਦਾ ਗਾ, ਚਾਹੇ ਉਹ ਇਨਸਾਨ ਧਰਤੀ ਉੱਪਰ ਨਹੀਂ ਹੈ, ਲੇਕਿਨ ਉਹਦਾ ਨਾਮ ਬਹੁਤ ਹੀ ਮਤਲਬ ਮਸ਼ਹੂਰ ਆ ਉਹਦਾ ਨਾਮ। ਤੇ ਉਹਦਾ ਡਾਂਸਰ ਸੀਗਾ, ਉਹਦਾ ਡਾਂਸ ਮਤਲਬ ਸਭ ਤੋਂ ਅਲੱਗ ਡਾਂਸ ਸੀਗਾ। ਹੁਣ ਜਿਸ ਤਰ੍ਹਾਂ ਮੈਂ ਖੜਾਂਗਾ, ਮਤਲਬ ਮੈਂ 90 ਡਿਗਰੀ ਦੇ ਉੱਪਰ ਖੜਾਂਗਾ, ਉਹ ਆਪਣੇ ਆਪ ਨੂੰ ਇੱਥੇ ਲੈ ਜਾਂਦਾ ਸੀਗਾ, ਮਤਲਬ ਇੱਥੇ ਤੱਕ ਲੈ ਜਾਂਦਾ, 45 ਡਿਗਰੀ ਤੱਕ ਲੈ ਜਾਂਦਾ ਸੀਗਾ, ਔਰ ਡਿੱਗਦਾ ਨਹੀਂ ਸੀਗਾ ਮੂਹਰੇ। ਮਤਲਬ ਇੰਨੀ ਉਹਦੇ ਸਰੀਰ ਦੇ ਵਿੱਚ ਕੁਝ ਗੱਲਬਾਤ ਸੀਗੀ। ਲੇਕਿਨ ਉਸ ਇਨਸਾਨ ਨੇ ਕੀ ਸੋਚਿਆ ਸੀਗਾ ਕਿ ਮੈਂ ਇਸ ਧਰਤੀ ਉੱਪਰ 150 ਸਾਲ ਤੱਕ ਜਿੰਦਾ ਰਹਿਣਾ ਹੈਗਾ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਉਸ ਇਨਸਾਨ ਨੇ ਇਹ ਗੱਲ ਸੋਚੀ ਕਿ ਮੈਂ ਧਰਤੀ ਉੱਪਰ 150 ਸਾਲ ਤੱਕ ਜਿੰਦਾ ਰਹਿਣਾ ਹੈਗਾ। ਮਾਈਕਲ ਜੈਕਸਨ ਨੇ ਕਾਫੀ ਰੁਪਇਆ ਪੈਸਾ ਹੋ ਗਿਆ ਸੀਗਾ। ਅਗਰ ਤੁਸੀਂ ਇਹਦੇ ਬਾਰੇ ਦੇਖਣਾ ਚਾਹੋ ਤਾਂ ਕਦੇ YouTube ਦੇ ਉੱਪਰ ਮਾਈਕਲ ਜੈਕਸਨ ਪਾ ਕੇ ਦੇਖਿਓ, ਉਹਦੀ ਤੁਹਾਨੂੰ ਸਾਰੀ ਹਿਸਟਰੀ ਪਤਾ ਚੱਲ ਜਾਏਗੀ। ਉੱਥੇ ਉਹਦੀ ਜੋ ਬਾਇਓਗ੍ਰਾਫੀ ਹੈ ਉਹ ਪਤਾ ਚੱਲ ਜਾਏਗੀ। ਲੇਕਿਨ ਦੇਖੋ, ਸ਼ੁਰੂਆਤ ਵਿੱਚ ਉਹ ਗਰੀਬ ਸੀਗਾ ਤੇ ਲੇਕਿਨ ਜਦੋਂ ਉਸ ਦਾ ਨਾਮ ਕਾਫੀ ਫੈਲਿਆ ਤੇ ਕਾਫੀ ਰੁਪਇਆ ਪੈਸਾ ਆ ਗਿਆ ਉਹਦੇ ਕੋਲ, ਔਰ ਕਾਫੀ ਉਹਨੇ ਅਵਾਰਡ, ਜਿਹਨੂੰ ਪ੍ਰਾਈਜ਼ ਕਹਿੰਦੇ ਨੇ, ਕਾਫੀ ਇਨਾਮ ਉਹਨੇ ਜਿੱਤ ਲਏ। ਲੇਕਿਨ ਉਹਦਾ ਨਾਮ ਸੀਗਾ ਸਾਰੇ ਪਾਸੇ ਫੈਲ ਚੁੱਕਿਆ ਸੀਗਾ, ਪੈਸਾ ਬਹੁਤ ਆਉਣ ਲੱਗ ਗਿਆ ਉਹਦੇ ਕੋਲ। ਹੁਣ ਪੈਸਾ ਬਹੁਤ ਆਉਣ ਲੱਗ ਗਿਆ ਤਾਂ ਉਸਨੇ ਸੋਚਿਆ ਕਿ ਮੈਂ ਕੀ ਕਰਾਂ, ਮੈਂ ਆਪਣੇ ਧਰਤੀ ਦੇ ਉੱਪਰ ਜੋ ਦਿਨ ਨੇ ਮੇਰੇ, ਮੈਂ ਘੱਟੋ ਘੱਟ 150 ਸਾਲ ਤੱਕ ਜਿੰਦਾ ਰਹਿਣਾਗਾ। ਹੁਣ 150 ਸਾਲ ਤੱਕ ਜਿੰਦਾ ਰਹਿਣਾਗਾ ਤਾਂ ਉਹਦੇ ਲਈ ਕੀ ਕਰਨਾ ਚਾਹੀਦਾ ਇਨਸਾਨ ਨੂੰ? ਚੰਗਾ ਖਾਣਾ, ਚੰਗੀ ਜਗ੍ਹਾ ਰਹਿਣੀ, ਔਰ ਜਿਹੜੇ ਮਤਲਬ ਡਾਕਟਰ ਲੋਕ ਨੇ ਉਹਨਾਂ ਦੀ ਚੰਗੀ ਸਲਾਹ ਲੈਣੀ। ਉਸਨੇ ਇਹੀ ਕੰਮ ਕਰਿਆ। ਆਪਣੇ ਘਰ ਦੇ ਵਿੱਚ ਉਸਨੇ 12 ਡਾਕਟਰ ਰੱਖ ਲਏ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਆਪਣੇ ਘਰ ਦੇ ਵਿੱਚ ਉਸਨੇ 12 ਡਾਕਟਰ ਰੱਖੇ, ਔਰ 12 ਡਾਕਟਰ ਵੀ ਕਿਸ ਤਰ੍ਹਾਂ ਦੇ? ਸਿਰ ਦੇ ਵਾਲ ਤੋਂ ਲੈ ਕੇ ਪੈਰ ਦੇ ਨਹੁੰ ਤੱਕ ਹਰ ਰੋਜ਼ ਉਹਦਾ ਚੈੱਕਅਪ ਹੁੰਦਾ ਸੀਗਾ। ਉਸ ਇਨਸਾਨ ਦਾ ਹਰ ਰੋਜ਼ ਚੈੱਕਅਪ ਹੁੰਦਾ ਸੀਗਾ। ਹੁਣ ਦੇਖੋ 12 ਡਾਕਟਰ ਨੇ ਘਰ ਦੇ ਵਿੱਚ, ਡੇਲੀ ਚੈੱਕਅਪ ਹੋਣਾ ਉਹਦਾ, ਕਿੰਨਾ ਖਰਚਾ ਪੈਂਦਾ ਹੋਊਗਾ ਉਹਨੂੰ। ਲੇਕਿਨ ਪੈਸੇ ਦੀ ਪਰਵਾਹ ਨਹੀਂ ਉਹਨੂੰ, ਪੈਸਾ ਬਹੁਤ ਉਹਦੇ ਕੋਲ। ਅੱਜ ਕੱਲ੍ਹ ਨੂੰ ਬਹੁਤ ਧਿਆਨ ਨਾਲ ਸੁਣਿਓ। ਫਿਰ ਉਸ ਤੋਂ ਬਾਅਦ ਉਸਨੇ ਦੇਖਿਆ ਕਿ ਡਾਕਟਰ ਤਾਂ ਮੇਰੇ ਕੋਲ ਹੈਗੇ ਹੀ ਹੈਗੇ, ਕੱਲ ਨੂੰ ਅਗਰ ਮੇਰਾ ਫੇਫੜਾ ਖਰਾਬ ਹੋ ਜਾਂਦਾ ਹੈਗਾ, ਮੇਰੀ ਕਿਡਨੀ ਖਰਾਬ ਹੋ ਜਾਂਦੀ ਹੈ, ਜਾਂ ਮੇਰਾ ਹਾਰਟ ਕੰਮ ਕਰਨਾ ਬੰਦ ਕਰ ਦੇ, ਤਾਂ ਫੇਰ ਕੀ ਕਰਾਂਗਾ ਮੈਂ? ਤਾਂ ਉਸਨੇ ਕੀ ਕਰਿਆ? ਐਸੇ ਲੋਕਾਂ ਨੂੰ ਆਪਣੇ ਘਰ ਦੇ ਵਿੱਚ ਇਕੱਠਾ ਕਰਿਆ ਕਿ ਜਿਹੜੇ ਲੋਕ ਸਮੇਂ ਸਿਰ ਆਪਣੇ ਸਰੀਰ ਦੇ ਜੋ ਪਾਰਟ ਨੇ, ਜੋ ਅੰਗ ਨੇ, ਉਸ ਨੂੰ ਦਾਨ ਕਰ ਦੇਣ। ਵੀ ਮੇਰੀ ਅੱਖ ਖਰਾਬ ਹੋ ਗਈ, ਮੇਰੀ ਗੁਰਦਾ ਖਰਾਬ ਹੋ ਗਿਆ, ਕਿਡਨੀ, ਮੇਰਾ ਹਾਰਟ ਖਰਾਬ ਹੋ ਗਿਆ, ਜਾਂ ਮੇਰੇ ਫੇਫੜੇ ਵਿੱਚ ਕੋਈ ਚੱਕਰ ਪੈ ਗਿਆ, ਤਾਂ ਮੈਨੂੰ ਲੋਕ ਚਾਹੀਦੇ ਨੇ। ਤਾਂ ਉਸਨੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਘਰ ਦੇ ਵਿੱਚ ਰੱਖਿਆ। ਹੁਣ ਦੇਖੋ ਉਹਨਾਂ ਦਾ ਖਰਚਾ, ਉਹਨਾਂ ਨੂੰ ਚੰਗਾ ਖਾਣਾ ਪੀਣਾ, ਉਹ ਸਭ ਕੁਝ ਉਹ ਦੇਣ ਦਾ ਹੱਕ ਸੀਗਾ ਉਹਦਾ। ਹਾਲੇਲੂਇਆ, ਹਾਲੇਲੂਇਆ। ਹੁਣ ਦੇਖੋ ਬਹੁਤ ਸਾਰੇ ਲੋਕ ਉਸਦੇ ਘਰ ਦੇ ਵਿੱਚ ਸੀਗੇ, ਬਹੁਤ ਸਾਰੇ ਲੋਕ। ਹੁਣ ਦੇਖੋ ਉਹਦੇ ਮੁਤਾਬਿਕ ਹੀ ਉਹ ਖਾਂਦੇ ਸੀਗੇ, ਉਹਦੇ ਮੁਤਾਬਿਕ ਉਹਨੂੰ ਰੱਖਦਾ ਸੀਗਾ, ਉਹਨਾਂ ਨੂੰ ਪੈਸੇ ਵੀ ਦਿੰਦਾ ਸੀਗਾ। ਸਭ ਤੋਂ ਵੱਡੀ ਗੱਲ ਕਿ ਉਹਦੇ ਘਰ ਵਿੱਚ ਜੋ ਖਾਣਾ ਤਿਆਰ ਹੁੰਦਾ ਸੀਗਾ, ਹਰ ਰੋਜ਼ ਉਸਦਾ ਲੈਬੋਰਟਰੀ ਵਿੱਚ ਟੈਸਟ ਹੁੰਦਾ ਸੀਗਾ, ਫਿਰ ਉਸਨੇ ਖਾਣਾ ਹੁੰਦਾ ਸੀਗਾ ਉਹਨੂੰ। ਹੁਣ ਗੱਲ ਨੂੰ ਧਿਆਨ ਨਾਲ ਸੁਣੋ। ਦੇਖੋ ਇੰਨਾ ਪੈਸਾ ਉਹਦੇ ਕੋਲ, ਇੰਨਾ ਨਾਮ ਉਹਦਾ, ਲੇਕਿਨ ਸੋਚਿਆ ਕਿ ਮੈਂ ਧਰਤੀ ਉੱਪਰ 150 ਸਾਲ ਤੱਕ ਜਿੰਦਾ ਰਹਾਂਗਾ। ਫਿਰ ਦੇਖੋ ਉਸਨੇ ਕੀ ਕਰਿਆ? ਆਪਣੇ ਸਰੀਰ ਦੀ ਪਲਾਸਟਿਕ ਸਰਜਰੀ ਕਰਾਈ, ਮਤਲਬ ਪੂਰੀ ਚਮੜੀ ਉਹ ਕਾਲੀ ਸੀ, ਉਸਨੂੰ ਉਹਨੇ ਚਿੱਟਾ ਕਰਾਇਆ। ਫਿਰ ਦੇਖੋ ਉਹਦੇ ਬਾਰੇ ਪਤਾ ਲੱਗਿਆ ਕਿ ਉਹਦੇ ਮਾਂ-ਬਾਪ ਜੀ ਉਹ ਕਾਲੇ ਸੀਗੇ। ਉਸਨੇ ਆਪਣੇ ਮਾਂ-ਬਾਪ ਨੂੰ ਘਰ ਤੋਂ ਬਾਹਰ ਕੱਢਤਾ, ਮੈਨੂੰ ਕਾਲੇ ਮਾਂ-ਬਾਪ ਪਸੰਦ ਨਹੀਂ। ਫਿਰ ਕਿਰਾਏ ਦੇ ਉੱਪਰ ਨਕਲੀ ਮਾਂ-ਬਾਪ ਲੈ ਕੇ ਆਇਆ, ਪੈਸਾ ਬਹੁਤ ਸੀਗਾ ਉਹਦੇ ਕੋਲ। ਫਿਰ ਦੇਖੋ ਅਗਰ ਕਿਸੇ ਨੂੰ ਮਿਲਣਾ ਹੈਗਾ, ਉਸਨੇ ਵੈਸੇ ਕਿਸੇ ਨੂੰ ਮਿਲਦਾ ਹੀ ਨਹੀਂ ਸੀਗਾ। ਫਿਰ ਅਗਰ ਕਿਸੇ ਨੂੰ ਮਿਲਣਾ ਹੈਗਾ ਤਾਂ ਮੂੰਹ ਦੇ ਉੱਪਰ ਮਾਸਕ, ਹੱਥਾਂ ਦੇ ਉੱਪਰ ਦਸਤਾਨੇ, ਜਿਹਨੂੰ ਗਲਵਜ਼ ਕਹਿੰਦੇ ਨੇ, ਫਿਰ ਕਿਸੇ ਨੂੰ ਮਿਲਦਾ ਸੀਗਾ। ਲੇਕਿਨ ਹੋਇਆ ਕਿ ਇਹਦਾ ਜੋ ਸਮਾਂ ਸੀਗਾ ਉਹ ਚੱਲਦਾ ਜਾ ਰਿਹਾ ਸੀਗਾ। ਲੇਕਿਨ ਅਖੀਰ ਵਿੱਚ ਕੀ ਹੋਇਆ ਕਿ 50 ਸਾਲ ਦੀ ਉਮਰ ਤੱਕ ਪਹੁੰਚਦੇ ਉਸਦਾ ਹਾਰਟ ਸੀਗਾ ਜੋ ਉਹ ਕੰਮ ਕਰਨਾ ਬੰਦ ਕਰ ਗਿਆ। ਫਿਰ ਜਿੰਨੇ ਡਾਕਟਰ ਸੀਗੇ ਕੋਈ ਵੀ ਕੰਮ ਨਹੀਂ ਆਇਆ, ਜਿੰਨਾ ਰੁਪਇਆ ਪੈਸਾ ਸੀਗਾ ਕੋਈ ਵੀ ਕੰਮ ਨਹੀਂ ਆਇਆ, ਜਿੰਨੇ ਵੀ ਉਹਦੀ ਪਹਿਚਾਣ ਦੇ ਲੋਕ ਸੀਗੇ ਕੋਈ ਵੀ ਕੰਮ ਨਹੀਂ ਆਇਆ।
ਹਰ ਰੋਜ਼ ਖਾਂਦਾ ਸੀਗਾ ਲੈਬੋਰਟਰੀ ਵਿੱਚੋਂ ਟੈਸਟ ਕਰਕੇ ਕਿ ਮੈਂ ਧਰਤੀ ਉੱਪਰ 150 ਸਾਲ ਤੱਕ ਜਿੰਦਾ ਰਹਿਣਾਗਾ। ਲੇਕਿਨ ਦੇਖੋ 50 ਸਾਲ ਦੀ ਉਮਰ ਦੇ ਵਿੱਚ ਆ ਕੇ ਕੀ ਹੈ, ਉਸਦਾ ਸਾਰਾ ਪੈਸਾ, ਉਸਦੇ ਸਾਰਾ ਗਿਆਨ, ਉਸਦੇ ਸਾਰੇ ਲੋਕ ਉਹ ਫੇਲ ਹੋ ਗਏ, ਡਾਕਟਰ ਸਾਰੇ ਫੇਲ ਹੋ ਗਏ। ਲੇਕਿਨ ਉਸ ਤੋਂ ਬਾਅਦ ਦੇਖੋ ਕਿ ਉਹ ਜਦ 50 ਸਾਲ ਦੀ ਉਮਰ ਦੇ ਵਿੱਚ ਆ ਕੇ ਮਰ ਗਿਆ। ਤਕਰੀਬਨ 2009 ਦੇ ਵਿੱਚ ਉਸਦੀ ਡੈਥ ਹੋ ਚੁੱਕੀ ਹੈ। ਡੈਥ ਮੈਨੂੰ ਪਤਾ ਨਹੀਂ, ਲੇਕਿਨ ਇਹਨਾਂ ਦੇ ਵਿੱਚ 2009 ਦੇ ਵਿੱਚ ਸ਼ਾਇਦ ਡੈਥ ਹੋ ਚੁੱਕੀ ਹੈ, ਮਰ ਚੁੱਕਿਆ ਉਹ 50 ਸਾਲ ਦੀ ਉਮਰ ਦੇ ਵਿੱਚ। ਹੁਣ 50 ਸਾਲ ਦੀ ਉਮਰ ਦੇ ਵਿੱਚ ਕਿੰਨੀ ਕੁ ਉਮਰ ਹੈ ਇਨਸਾਨ ਦੀ, ਇੰਨਾ ਰੁਪਇਆ ਪੈਸਾ। ਔਰ ਸੋਚਿਆ ਉਸਨੇ ਕੀ ਸੀਗਾ ਕਿ ਮੈਂ ਘੱਟੋ ਘੱਟ 150 ਸਾਲ ਮੈਂ ਧਰਤੀ ਉੱਪਰ ਜਿੰਦਾ ਰਹਿਣਾਗਾ। ਦੇਖੋ ਪਰਮੇਸ਼ਵਰ ਦਾ ਸਾਹਮਣਾ ਕੀਤਾ ਉਸ ਇਨਸਾਨ ਨੇ। ਲੇਕਿਨ ਜਦ ਉਹ ਮਰ ਗਿਆ, ਕੋਈ ਡਾਕਟਰ ਕੰਮ ਨਹੀਂ ਆਇਆ, ਕੋਈ ਪੈਸਾ ਕੰਮ ਨਹੀਂ ਆਇਆ। ਔਰ ਜਿਹੜੇ ਲੋਕ ਉਸ ਨੂੰ ਦਾਨ ਕਰਨ ਵਾਲੇ ਸੀਗੇ ਆਪਣੇ ਸਰੀਰ ਦੇ ਅੰਗ, ਉਹਨਾਂ ਦੇ ਵਿੱਚੋਂ ਕੋਈ ਕੰਮ ਨਹੀਂ ਆਇਆ। ਤਾਂ ਉਸ ਤੋਂ ਬਾਅਦ ਜਦ ਉਸਦਾ ਟੈਸਟ ਕਰਿਆ ਤਾਂ ਸਿਰ ਦੇ ਵਾਲ ਉਹ ਵੀ ਜਾ ਚੁੱਕੇ ਸੀਗੇ। ਉਹਦੇ ਜਿਹੜਾ ਸਰੀਰ ਸੀਗਾ, ਹੱਡੀਆਂ ਉਹ ਪਿੰਜਰਾ ਬਣ ਚੁੱਕਿਆ ਸੀਗਾ, ਪਸਲੀਆਂ ਉਹਦੀਆਂ ਟੁੱਟ ਚੁੱਕੀਆਂ ਸੀਗੀਆਂ। ਔਰ ਸਰੀਰ ਦੇ ਉੱਪਰ, ਗੱਲ ਨੂੰ ਧਿਆਨ ਨਾਲ ਸੁਣਿਓ, ਅਣਗਿਣਤ ਜਿਹੜੀ ਇੰਜੈਕਸ਼ਨ ਦੀ ਸੂਈ ਲੱਗਦੀ, ਜਿਹੜੀ ਅਣਗਿਣਤ ਸੂਈਆਂ ਦੇ ਨਿਸ਼ਾਨ ਸੀ ਉਹਦੇ ਸਰੀਰ ਦੇ ਉੱਪਰ, ਅਣਗਿਣਤ ਜਿਹਨੂੰ ਕਹਿੰਦੇ ਨੇ। ਕਿਉਂ? ਕਿਉਂਕਿ ਜਦੋਂ ਪਲਾਸਟਿਕ ਸਰਜਰੀ ਹੋਈ ਸੀ ਉਹਦਾ ਉਹਨੂੰ ਦਰਦ ਬਹੁਤ ਸੀਗਾ, ਬਹੁਤ ਤਕਲੀਫ ਸੀ ਉਸਨੂੰ। ਲੇਕਿਨ ਸਹੀ ਦੇ ਵਿੱਚ ਮੇਰਾ ਕਹਿਣ ਦਾ ਮਤਲਬ ਕੀ ਹੈ ਕਿ ਇਨਸਾਨ ਦੇ ਕੋਲ ਰੁਪਇਆ ਹੈਗਾ, ਪੈਸਾ ਹੈਗਾ, ਸਭ ਕੁਛ ਹੈ। ਲੇਕਿਨ ਜਦ ਉਸਦਾ ਮਾਨ ਸਨਮਾਨ ਵੱਧਦਾ ਗਾ, ਉਸਦਾ ਰੁਪਇਆ ਪੈਸਾ ਵੱਧ ਜਾਂਦਾ ਗਾ, ਉਸਦਾ ਮਾਲ ਧਨ ਵੱਧ ਜਾਂਦਾ ਗਾ, ਤਾਂ ਫਿਰ ਉਸਦਾ ਗੱਲ ਕਰਨ ਦਾ ਤਰੀਕਾ ਹੀ ਬਦਲ ਜਾਂਦਾ ਗਾ। ਹੁਣ ਦੇਖੋ ਉਸਨੇ ਮਾਂ ਬਾਪ ਨੂੰ ਕੀ ਹੈ, ਘਰ ਚੋਂ ਬਾਹਰ ਕੱਢਤਾ। ਔਰ ਕੀ ਕਰਿਆ? ਕਿਰਾਏ ਦੇ ਉੱਪਰ ਮਾਂ ਬਾਪ ਲੈ ਕੇ ਆਇਆ। ਕਿਉਂ? ਮੈਨੂੰ ਮਾਂ ਬਾਪ ਪਸੰਦ ਨਹੀਂ, ਕਿਉਂ? ਮੇਰੇ ਮਾਂ ਬਾਪ ਕਾਲੇ ਨੇ। ਹੁਣ ਕੀ ਸੀਗਾ? ਕਾਲਾ ਤਾਂ ਆਪ ਵੀ ਸੀਗਾ, ਲੇਕਿਨ ਉਸਨੇ ਪਲਾਸਟਿਕ ਸਰਜਰੀ ਦੇ ਨਾਲ ਆਪਣੇ ਆਪ ਨੂੰ ਬਦਲ ਲਿਆ ਸੀਗਾ। ਫਿਰ ਯਾਰ ਦੋਸਤ ਵੀ ਚਿੱਟੇ ਚਿੱਟੇ ਰੱਖਣ ਲੱਗ ਗਿਆ, ਉਹ ਗੋਰੇ ਗੋਰੇ ਰੱਖਣ ਲੱਗ ਗਿਆ। ਫਿਰ ਉਸਨੇ ਮਤਲਬ ਬਹੁਤ ਕੁਝ ਕੀਤਾ। ਲੇਕਿਨ ਹੋਇਆ ਕੀ ਕਿ ਪਰਮੇਸ਼ਵਰ ਦਾ ਸਾਹਮਣਾ ਕਰਿਆ ਉਸਨੇ ਪਰਮੇਸ਼ਵਰ ਦਾ ਸਾਹਮਣਾ ਕੀਤਾ। ਲੇਕਿਨ ਸਾਡੇ ਪਰਮੇਸ਼ਵਰ ਸਹੀ ਦੇ ਵਿੱਚ ਉਹ ਕਿਸ ਤੋਂ ਹਾਰਨ ਵਾਲੇ ਨਹੀਂ। ਔਰ ਸਾਡੇ ਪਰਮੇਸ਼ਵਰ ਕਦੇ ਵੀ ਸਹੀ ਦੇ ਵਿੱਚ ਕਿਸੇ ਨੂੰ ਇਦਾਂ ਨਹੀਂ ਹੈ ਕਿ ਕੋਈ ਇਨਸਾਨ ਪਰਮੇਸ਼ਵਰ ਦਾ ਸਾਹਮਣਾ ਕਰੇ ਔਰ ਉਹ ਇਨਸਾਨ ਹੈ ਜੋ ਉਹ ਪਰਮੇਸ਼ਵਰ ਨੂੰ ਕਦੇ ਵੀ ਕਿਸੇ ਗੱਲ ਦੇ ਵਿੱਚ ਸ਼ਰਮਿੰਦਾ ਕਰ ਸਕੇ। ਲੇਕਿਨ ਦੇਖੋ ਇਸ ਇਨਸਾਨ ਨੇ ਕੀ ਸੋਚਿਆ ਸੀਗਾ ਕਿ ਮੈਂ ਘੱਟੋ ਘੱਟ 150 ਸਾਲ ਧਰਤੀ ਉੱਪਰ ਜਿੰਦਾ ਰਹਿਣਾ ਚਾਹੁੰਦਾ, ਲੇਕਿਨ ਖਤਮ ਹੋ ਗਿਆ। ਅੱਜ ਵੀ ਇਨਸਾਨ ਕੀ ਹੈ, ਉਹ ਜਾਣੇ ਅਣਜਾਣੇ ਪਰਮੇਸ਼ਵਰ ਦਾ ਸਾਹਮਣਾ ਕਰਦਾਗਾ, ਕਿਸੇ ਨਾ ਕਿਸੇ ਗੱਲ ਦੇ ਵਿੱਚ ਪਰਮੇਸ਼ਵਰ ਦਾ ਸਾਹਮਣਾ ਕਰਦਾਗਾ। ਔਰ ਸਭ ਤੋਂ ਵੱਡੀ ਗੱਲ ਕਦੋਂ ਹੁੰਦੀ ਹੈ ਇਨਸਾਨ ਦੇ ਜੀਵਨ ਦੇ ਵਿੱਚ? ਉਹਦੇ ਜੀਵਨ ਦੇ ਵਿੱਚ ਇਹ ਪਰੇਸ਼ਾਨੀ ਆਉਂਦੀ ਕਦੋਂ ਹੈ? ਉਹਦੇ ਜੀਵਨ ਦੇ ਵਿੱਚ ਇਹ ਸਮੱਸਿਆ ਆਉਂਦੀ ਕਦੋਂ ਹੈ ਕਿ ਜਦ ਇਨਸਾਨ ਦਾ ਮਾਲ ਧਨ, ਉਸਦਾ ਨਾਮ, ਉਸਦੀ ਚਰਚਾ, ਉਸਦਾ ਕਾਰੋਬਾਰ ਜਦ ਇਨਸਾਨ ਦਾ ਜ਼ਿਆਦਾ ਵੱਧ ਜਾਂਦਾ ਨਾ ਇਨਸਾਨ ਦਾ, ਤਾਂ ਇਨਸਾਨ ਦੇ ਜੀਵਨ ਦੇ ਵਿੱਚ ਕੀ ਹੈ, ਉਹ ਗੜਬੜੀ ਹੋ ਜਾਂਦੀ ਹੈ। ਔਰ ਬਾਈਬਲ ਵਿੱਚ ਪੜਾਂਗੇ ਆਪਾਂ, ਇੱਕ ਵਚਨ ਪੜੋ ਮੇਰੇ ਨਾਲ, ਦੂਜਾ ਇਤਿਹਾਸ ਉਸਦਾ 26 ਦੇ। ਇੱਥੇ ਵੀ ਪਰਮੇਸ਼ਵਰ ਦਾ ਦਾਸ ਸੀਗਾ, ਇੱਕ ਰਾਜਾ ਸੀਗਾ, ਉਹਦਾ ਨਾਮ ਸੀਗਾ ਉਜ਼ੀਆ। ਹਾਂ 26 ਦੇ ਦੂਜਾ ਇਤਿਹਾਸ, ਗੱਲ ਥੋੜਾ ਧਿਆਨ ਨਾਲ ਸੁਣਿਓ। ਇੱਥੇ ਇੱਕ ਰਾਜਾ ਸੀਗਾ ਉਜ਼ੀਆ ਨਾਮ ਦਾ ਰਾਜਾ ਸੀਗਾ। ਹੁਣ ਜੋ ਜਰੂਸਲਮ ਦੇ ਉੱਪਰ ਰਾਜ ਕਰ ਰਿਹਾ ਸੀਗਾ। ਹੁਣ ਹੋਇਆ ਕੀ ਕਿ ਇਸ ਨੂੰ ਪਰਮੇਸ਼ਵਰ ਨੇ ਬਹੁਤ ਸਾਰਾ ਗਿਆਨ ਦਿੱਤਾ ਸੀਗਾ, ਕਿਉਂਕਿ ਪਰਮੇਸ਼ਵਰ ਦਾ ਦਾਸ ਸੀਗਾ ਜੋ ਇਸਦੀ ਸਹਾਇਤਾ ਕਰਦਾ ਸੀਗਾ। ਅਰੇ ਪਰਮੇਸ਼ਵਰ ਦਾ ਕੀ ਸੀਗਾ? ਚਾਹਬੰਦ ਸੀਗਾ, ਪਰਮੇਸ਼ਵਰ ਨੂੰ ਚਾਹੁੰਦਾ ਸੀਗਾ, ਪਰਮੇਸ਼ਵਰ ਦਾ ਤਾਲਿਬ ਸੀਗਾ। ਆਪਾਂ ਵਚਨ ਵਿੱਚ ਪੜਾਂਗੇ 26 ਦੀ 4 ਪੜੋ। ਉਹਨੇ ਉਹ ਕੀਤਾ ਜੋ ਯਹੋਵਾ ਦੀ ਨਿਗਾਹ ਵਿੱਚ ਠੀਕ ਸੀ, ਜਿਵੇਂ ਉਸ ਦੇ ਪਿਤਾ ਅਮਸੀਆ ਨੇ ਕੀਤਾ ਸੀ। ਉਹ ਜ਼ਕਰੀਆ ਦੇ ਦਿਨਾਂ ਵਿੱਚ ਜੋ ਪਰਮੇਸ਼ਵਰ ਦੀਆਂ ਦ੍ਰਿਸ਼ਟਾਂ ਵਿੱਚ ਗਿਆਤਾਵੰਦ ਸੀ, ਪਰਮੇਸ਼ਵਰ ਦਾ ਤਾਲਿਬ ਸੀ, ਅਤੇ ਜਦੋਂ ਤੱਕ ਉਹ ਯਹੋਵਾ ਦਾ ਤਾਲਿਬ ਰਿਹਾ, ਪਰਮੇਸ਼ਵਰ ਨੇ ਉਹਨੂੰ ਸਫਲ ਕੀਤਾ। ਦੇਖੋ ਪਰਮੇਸ਼ਵਰ ਨੇ ਉਸਨੂੰ ਬਹੁਤ ਜ਼ਿਆਦਾ ਸਫਲ ਕੀਤਾ, ਪਰਮੇਸ਼ਵਰ ਨੇ ਉਸਨੂੰ ਬਹੁਤ ਜ਼ਿਆਦਾ ਵਧਾਇਆ। ਔਰ ਜਦੋਂ ਬਹੁਤ ਵਧਾਇਆ, ਇਹ 8 ਵਚਨ ਪੜੋ। ਅਤੇ ਅਮੋਨੀਆ ਨੇ ਉਜ਼ੀਆ ਨੂੰ ਨਜ਼ਰਾਨੇ ਦਿੱਤੇ ਅਤੇ ਉਹਦਾ ਨਾਮ ਮਿਸਰ ਦੇ ਲਾਂਘੇ ਤੱਕ ਪੁੱਜ ਗਿਆ। ਦੇਖੋ ਹੁਣ ਇਸ ਦਾ ਜੋ ਰਾਜਾ ਸੀਗਾ ਉਜ਼ੀਆ ਨਾਮ ਦਾ, ਇਹਦਾ ਹੁਣ ਨਾਮ ਸੀਗਾ ਉਹ ਸਾਰੇ ਪਾਸੇ ਫੈਲਣ ਲੱਗ ਗਿਆ ਸੀਗਾ। ਹੁਣ ਸਾਰੇ ਪਾਸੇ ਨਾਮ ਫੈਲਣ ਲੱਗ ਗਿਆ ਸੀਗਾ ਕਿਉਂਕਿ ਪਰਮੇਸ਼ਵਰ ਦੇ ਨਾਲ ਵਫਾਦਾਰ ਸੀਗਾ। ਹੁਣ ਜਦ ਇਨਸਾਨ ਪਰਮੇਸ਼ਵਰ ਦੇ ਨਾਲ ਵਫਾਦਾਰ ਹੈ ਤਾਂ ਪਰਮੇਸ਼ਵਰ ਇਨਸਾਨ ਨੂੰ ਵਧਾਉਂਦਾ ਹੈਗਾ। ਇਨਸਾਨ ਨੂੰ ਕੀ ਹੈ? ਪਰਮੇਸ਼ਵਰ ਵਧਾਉਂਦੇ ਨੇ। ਲੇਕਿਨ ਹੁੰਦਾ ਕੀ ਹੈ ਗੜਬੜੀ ਜੀਵਨ ਦੇ ਵਿੱਚ? ਆਪਾਂ ਪੜਾਂਗੇ ਇਹਦੀ 15 ਵਚਨ ਪੜੋ। ਅਤੇ ਉਸਨੇ ਯਰੂਸ਼ਲਮ ਵਿੱਚ ਕਾਫੀ ਲੋਕਾਂ ਦੀਆਂ ਬਣਾਈਆਂ ਹੋਈਆਂ ਕਲਾਂ ਲਗਵਾਈਆਂ ਤਾਂ ਜੋ ਉਹ ਤੀਰ ਚਲਾਉਣ ਅਤੇ ਵੱਡੇ ਵੱਡੇ ਪੱਥਰ ਲਗਾਉਣ।
ਗਵਾਉਣ ਲਈ ਗੁਰਜਾਂ ਤੇ ਕੰਧਾਂ ਉੱਪਰ ਲਗਾਈਆਂ ਜਾਣ ਹੂੰ। ਜੋ ਉਹਦਾ ਨਾਮ ਦੂਰ ਤੱਕ ਵਜਣ ਲੱਗਾ। ਹਾਂਜੀ, ਦੇਖੋ ਇਹਨੇ ਬਹੁਤ ਸਾਰਾ ਕੰਮ ਕਰਿਆ, ਜੋ ਕੰਮ ਇਸ ਨੂੰ ਕਰਨਾ ਚਾਹੀਦਾ ਸੀਗਾ। ਜਦ ਇਸ ਨੇ ਪੂਰਾ ਕੰਮ ਕਰਿਆ ਤੇ ਇਹਦਾ ਨਾਮ ਕੀ ਸੀਗਾ? ਦੂਰ ਦੂਰ ਤੱਕ ਜਾਣ ਲੱਗ ਗਿਆ ਦਾ ਨਾਮ। ਜਦ ਦੂਰ ਦੂਰ ਤੱਕ ਦਾ ਨਾਮ ਫੈਲਿਆ, ਫਿਰ ਕਿਉਂ ਜੋ ਉਹਦੀ ਸਹਾਇਤਾ ਅਜਿਹੇ ਨਿਰਾਲੇ ਢੰਗ ਨਾਲ ਹੋਈ ਜੋ ਉਹ ਤਕੜਾ ਹੋ ਗਿਆ। ਦੇਖੋ ਪਰਮੇਸ਼ਰ ਨੇ ਦੀ ਸਹਾਇਤਾ ਹੈ ਜੀ ਕਰੀ ਕਿ ਹੁਣ ਕੀ ਸੀਗਾ, ਉਹ ਬਹੁਤ ਤਕੜਾ ਹੋ ਚੁੱਕਿਆ ਸੀਗਾ। ਹੁਣ ਉਹਦਾ ਨਾਮ ਸੀਗਾ ਉਹ ਤਾਂ ਬਹੁਤ ਦੂਰ ਤੱਕ ਫੈਲ ਚੁੱਕਿਆ ਸੀਗਾ। ਹੁਣ ਦੇਖੋ ਜਦੋਂ ਇੰਨਾ ਤਕੜਾ ਹੋ ਚੁੱਕਿਆ ਸੀਗਾ, ਉਹਦਾ ਨਾਮ ਫੈਲ ਚੁੱਕਿਆ ਸੀਗਾ, ਫਿਰ ਉਹ ਸ਼ਾਂਤੀ ਨਾਲ ਪੜ੍ਹੋ, ਧਿਆਨ ਦੇ ਨਾਲ 16 ਸ਼ੁਰੂ ਕਰੋ ਪੜ੍ਹਨਾ ਜੀ। ਪਰ ਜਦ ਉਹ ਤਕੜਾ ਹੋ ਗਿਆ ਹਾਂ। ਤਾਂ ਉਹਦਾ ਦਿਲ ਇੰਨਾ ਹੰਕਾਰਿਆ ਗਿਆ ਕਿ ਉਹ ਵਿਗੜ ਗਿਆ। ਹਾਂ, ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਦੇਖੋ ਪਰਮੇਸ਼ਰ ਨੇ ਤਾਂ ਜੀਵਨ ਦੇ ਵਿੱਚ ਵੱਡਾ ਕੰਮ ਕਰਿਆ ਸੀਗਾ। ਪਰਮੇਸ਼ਰ ਨੇ ਤਾਂ ਉਸ ਨੂੰ ਮਾਨ ਸਨਮਾਨ ਦਿੱਤਾ ਸੀਗਾ। ਪਰਮੇਸ਼ਰ ਨੇ ਉਹਦਾ ਕੀ ਸੀਗਾ, ਨਾਮ ਉੱਚਾ ਕਰਿਆ ਸੀਗਾ। ਲੇਕਿਨ ਹੋਇਆ ਕੀ ਕਿ ਜਦੋਂ ਤਕੜਾ ਹੋ ਗਿਆ, ਜਦੋਂ ਤਕੜਾ ਹੋ ਗਿਆ ਤਾਂ ਉਸ ਦੇ ਵਿੱਚ ਕੀ ਆ ਗਿਆ? ਉਹਦੇ ਵਿੱਚ ਹੰਕਾਰ ਆ ਗਿਆ, ਘਮੰਡ ਆ ਗਿਆ, ਆਕੜ ਆ ਗਈ ਉਹਦੇ ਵਿੱਚ। ਫਿਰ ਅੱਗੇ ਅਤੇ ਯਹੋਵਾ ਆਪਣੇ ਪਰਮੇਸ਼ਵਰ ਤੋਂ ਬੇਮੁਖ ਹੋ ਗਿਆ ਅਤੇ ਯਹੋਵਾ ਦੀ ਹੈਕਲ ਵਿੱਚ ਜਾ ਕੇ ਧੂਪ ਦੀ ਜਗਵੇਦੀ ਉੱਤੇ ਧੂਪ ਦਿਖਾਉਣ ਲੱਗਾ। ਸਾਰੇ ਬੋਲੋ ਹਾਲੇਲੂਇਆ। ਹੁਣ ਦੇਖੋ ਇੰਨਾ ਨਾਮ ਹੈ ਰਾਜਾ, ਸਾਰੇ ਪਾਸੇ ਨਾਮ ਫੈਲਿਆ ਹੋਇਆਗਾ, ਚੰਗਾ ਗਾ, ਸਾਰਾ ਕੁਝ ਚੰਗਾ ਗਾ। ਲੇਕਿਨ ਸਹੀ ਦੇ ਵਿੱਚ ਪਰਮੇਸ਼ਰ ਨੇ ਬਹੁਤ ਉੱਚਾ ਕਰਿਆ, ਪਰਮੇਸ਼ਰ ਨੇ ਬਹੁਤ ਇਹਨੂੰ ਸਫਲ ਕਰਿਆ, ਪਰਮੇਸ਼ਰ ਨੇ ਬਹੁਤ ਤਕੜਾ ਇਸ ਨੂੰ ਕਰਿਆ। ਲੇਕਿਨ ਹੋਇਆ ਕੀ ਕਿ ਜਦ ਇਸ ਦੇ ਅੰਦਰ ਘਮੰਡ ਆ ਗਿਆ, ਹੰਕਾਰ ਆ ਗਿਆ, ਇਸ ਦੇ ਅੰਦਰ ਆਕੜ ਆ ਗਈ, ਆਕੜ ਆ ਗਈ। ਔਰ ਜੋ ਕੰਮ ਇਸ ਨੂੰ ਨਹੀਂ ਕਰਨਾ ਚਾਹੀਦਾ ਉਹੀ ਕੰਮ ਕਰਨਾ ਸ਼ੁਰੂ ਕਰਿਆ ਇਸਨੇ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ, ਸਾਰੇ ਬੋਲੋ ਹਾਲੇਲੂਇਆ। ਲਿਖਿਆ ਬਾਈਬਲ ਦੇ ਵਿੱਚ ਕਿ ਉਹ ਜਾ ਕੇ ਪਰਮੇਸ਼ਰ ਦੀ ਹੈਕਲ ਵਿੱਚ ਕੀ ਹੈ, ਧੂਪ ਧਕਾਉਣ ਲੱਗ ਗਿਆ। ਹੁਣ ਦੇਖੋ ਧੂਪ ਧਕਾਉਣ ਕੰਮ ਕਿਹਦਾ ਸੀਗਾ? ਉਹ ਤਾਂ ਜਾਜਕ ਦਾ ਕੰਮ ਸੀਗਾ, ਰਾਜੇ ਦਾ ਕੰਮ ਨਹੀਂ ਸੀਗਾ। ਲੇਕਿਨ ਆਕੜ ਹੀ ਨੀਂਹ ਦੇ ਅੰਦਰ ਆ ਗਈ, ਹੰਕਾਰ ਹੀ ਦੇ ਅੰਦਰ ਆ ਗਿਆ, ਘਮੰਡ ਹੀ ਨਾ ਆ ਗਿਆ ਕਿ ਹੁਣ ਮੈਂ ਇਹ ਵੀ ਕੰਮ ਕਰ ਸਕਦਾਗਾ। ਲੇਕਿਨ ਜ਼ਿਆਦਾਤਰ ਸਹੀ ਦੇ ਵਿੱਚ ਉਸ ਨੂੰ ਖੁਦ ਨਹੀਂ ਪਤਾ ਚੱਲ ਰਿਹਾ ਕਿ ਮੈਂ ਕੀ ਕਰ ਰਿਹਾਗਾ। ਪਰ ਜਿਸ ਕਾਰਾਂ ਦੇ ਵਿੱਚ ਤਦ ਅਜਰਿਆ ਜਾਜਕ ਉਹਦੇ ਮਗਰ ਗਿਆ ਅਤੇ ਉਹਦੇ ਨਾਲ ਯਹੋਵਾ ਦੇ 80 ਜਾਜਕ ਸਨ ਜੋ ਬਲਵੰਤ ਮਨੁੱਖ ਸਨ। ਹਾਂ ਦੇਖੋ ਜਾਜਕ ਸੀਗਾ ਇੱਕ, ਅਜਰਿਆ ਨਾਮ ਦਾ ਜਾਜਕ, ਤੇ 80 ਲੋਕ ਹੋਰ ਸੀਗੇ, 80 ਜਾਜਕ ਹੋਰ ਸੀਗੇ। ਹਾਂ ਜਾਜਕ ਹੋਰ ਸੀਗੇ। ਤਾਂ ਉਹਨਾਂ ਨੇ ਕੀ ਕਰਿਆ? ਉਸ ਨੂੰ ਰੋਕਿਆ, ਭਰਾਵਾ ਤੇਰਾ ਕੰਮ ਇਹ ਨਹੀਂ ਹੈ। ਰਾਜਾ ਜੀ ਤੁਹਾਡਾ ਕੰਮ ਇਹ ਨਹੀਂ ਹੈ, ਤੁਹਾਡਾ ਕੰਮ ਇਹ ਨਹੀਂ ਹੈ ਕਿ ਤੁਸੀਂ ਇਹ ਕੰਮ ਕਰੋ। ਫਿਰ ਪੜੋ ਅੱਗੇ, ਤੁਸੀਂ 19 ਤੋਂ ਪੜੋ ਜੀ। ਤਦ ਉਜੀਆ ਆਵਾਜ਼ ਨਾ ਕਰੋ ਇਧਰੋਂ। ਗੁੱਸੇ ਹੋਇਆ ਅਤੇ ਉਹਦੇ ਹੱਥ ਵਿੱਚ ਧੂਪ ਦਿਖਾਉਣ ਲਈ ਧੂਪਦਾਨ ਸੀ। ਅਤੇ ਜਦੋਂ ਉਹ ਜਾਜਕਾਂ ਤੇ ਹੱਥ ਕਰ ਰਿਹਾ ਸੀ ਤਾਂ ਜਾਜਕਾਂ ਦੇ ਅੱਗੇ ਯਹੋਵਾ ਦੇ ਭਵਨ ਵਿੱਚ ਧੂਪ ਦੀ ਜਗਵੇਦੀ ਦੇ ਕੋਲ ਉਸ ਦੇ ਮੱਥੇ ਤੇ ਕੋਲ ਫੁੱਟ ਨਿਕਲਿਆ। ਹਾਂ ਦੇਖੋ ਪਰਮੇਸ਼ਰ ਦੇ ਦਾਸ ਲੋਕ, ਪਰਮੇਸ਼ਰ ਦੇ ਸੇਵਕ ਲੋਕ ਰਾਜੇ ਨੂੰ ਮਨਾ ਕਰ ਰਹੇ ਨੇ, ਰਾਜਾ ਇਹ ਤੇਰਾ ਕੰਮ ਨਹੀਂ ਹੈ, ਤੇਰਾ ਕੰਮ ਇਹ ਨਹੀਂ ਹੈ ਕਿ ਤੂੰ ਧੂਪ ਦਿਖਾਵੇਂ। ਹਾਂ ਤੇਰਾ ਕੰਮ ਤੇ ਸਿਰਫ ਇਹ ਕਿ ਤੂੰ ਰਾਜਾ ਬਣ ਕੇ ਰਹਿ। ਲੇਕਿਨ ਧੂਪ ਦਿਖਾਉਣਾ ਕੰਮ ਕਿਹਦਾ ਗਾ? ਉਹ ਤਾਂ ਜਾਜਕਾਂ ਦਾ ਗਾ, ਉਹ ਤਾਂ ਪਰਮੇਸ਼ਰ ਨੇ ਜਿਸ ਨੂੰ ਕੰਮ ਦਿੱਤਾ ਗਾ ਉਹਦਾ ਕੰਮ ਹੈ। ਤੇਰਾ ਕੰਮ ਇਹ ਨਹੀਂ ਹੈ, ਤੇਰਾ ਜੋ ਕੰਮ ਹੈ ਤੂੰ ਆਪਣਾ ਕੰਮ ਕਰ, ਤੈਂ ਧੂਪ ਦਿਖਾਉਣ ਤੋਂ ਕੀ ਲੈਣਾ ਗਾ। ਜਦ ਇਹ ਗੱਲ ਪਰਮੇਸ਼ਰ ਦੇ ਦਾਸ ਲੋਕਾਂ ਨੇ ਉਸਨੂੰ ਸਮਝਾਈ ਤਾਂ ਉਹ ਕੀ ਹੈ, ਹਰਖ ਕਰ ਗਿਆ, ਉਹ ਤਾਂ ਗੁੱਸਾ ਕਰ ਗਿਆ। ਮੈਂ ਰਾਜਾ, ਤੁਸੀਂ ਮੈਨੂੰ ਕਹਿੰਦੇ ਹੋ, ਤੁਹਾਨੂੰ ਪਤਾ ਨਹੀਂ। ਉਹ ਤਾਂ ਬਹੁਤ ਕੁਛ ਉਹਨਾਂ ਦੇ ਉੱਪਰ ਗੁੱਸਾ ਕਰਿਆ। ਔਰ ਜਦ ਬਹੁਤ ਗੁੱਸਾ ਕਰਿਆ ਉਸਨੇ ਤਾਂ ਹੋਇਆ ਕਿ ਬਾਈਬਲ ਦੇ ਵਿੱਚ ਲਿਖਿਆ ਗਾ ਕਿ ਜਦੋਂ ਭਵਨ ਦੇ ਵਿੱਚ ਸੀਗਾ ਤਾਂ ਕਿ ਉਹ ਜਗਵੇਦੀ ਦੇ ਕੋਲ ਸੀਗਾ ਤਾਂ ਉਹਦੇ ਮੱਥੇ ਉੱਪਰ ਕੀ ਹੋਇਆ? ਗੋਲ ਫੁੱਟ ਨਿਕਲਿਆ। ਦੇਖੋ ਇਹਦਾ ਕਾਰਨ ਕੀ ਸੀਗਾ? ਆਕੜ। ਇਹਦਾ ਕਾਰਨ ਕੀ ਸੀਗਾ? ਘਮੰਡ। ਇਹਦਾ ਕਾਰਨ ਕੀ ਸੀਗਾ? ਬਸ ਮੈਂ ਜੋ ਕਹਿਤੀ ਸੋ ਕਹਿਤੀ। ਇਹਦਾ ਕਾਰਨ ਇਹ ਸੀਗਾ ਕਿ ਉਹ ਘਮੰਡ ਕਰ ਰਿਹਾ ਸੀਗਾ, ਹੰਕਾਰ ਆ ਗਿਆ ਸੀ ਉਹਦੇ ਅੰਦਰ। ਹੁਣ ਮਤਲਬ ਮੇਰਾ ਨਾਮ ਇੰਨਾ ਗਾ, ਮੈਂ ਤਾਂ ਇਹ ਵੀ ਕੰਮ ਕਰ ਸਕਦਾਗਾ, ਮੈਂ ਤਾਂ ਉਹ ਵੀ ਕੰਮ ਕਰ ਸਕਦਾਗਾ। ਫਿਰ ਅੱਗੇ ਪੜੋ ਜੀ ਕੀ ਲਿਖਿਆਗਾ? ਅਤੇ ਅਜਰਿਆ ਪ੍ਰਧਾਨ ਜਾਜਕ ਔਰ ਸਾਰੇ ਜਾਜਕਾਂ ਨੇ ਉਹਨੂੰ ਚੱਕਿਆ ਤੇ ਵੇਖੋ ਉਹਦੇ ਮੱਥੇ ਉੱਤੇ ਕੋੜ ਨਿਕਲਿਆ ਹੋਇਆ ਸੀ। ਹਾਂ ਜਿਹੜੇ ਜਾਜਕ ਲੋਕ ਸੀਗੇ ਉੱਥੇ ਜਦ ਉਹਨਾਂ ਨੇ ਦੇਖਿਆ ਉਸਨੂੰ ਤਾਂ ਉਹਦੇ ਮੱਥੇ ਉੱਪਰ ਕੀ ਸੀਗਾ? ਉਹ ਤਾਂ ਕੋੜ ਨਿਕਲ ਚੁੱਕਿਆ ਸੀਗਾ। ਸੋ ਉਹਨੂੰ ਛੇਤੀ ਉੱਥੋਂ ਕੱਢਿਆ ਕਿਉਂਕਿ ਉਹਨੇ ਆਪ ਹੀ ਬਾਹਰ ਜਾਣ ਵਿੱਚ ਛੇਤੀ ਕੀਤੀ ਕਿਉਂ ਜੇ ਹਵਾ ਦੀ ਮਾਰ ਉਹਨੂੰ ਪੈ ਰਹੀ ਸੀ। ਹਾਂ ਦੇਖੋ ਜਾਜਕ ਲੋਕ ਨੂੰ ਕੱਢਣ ਉਸ ਤੋਂ ਪਹਿਲਾਂ ਉਸਨੂੰ ਪਤਾ ਲੱਗ ਗਿਆ ਕਿ ਮੈਂ ਤਾਂ ਕੋੜੀ ਹੋ ਗਿਆ, ਇਸ ਤਰ੍ਹਾਂ ਦੀ ਪਰੇਸ਼ਾਨੀ ਮੈਨੂੰ ਆ ਗਈ ਹੈ। ਤਾਂ ਉਸਨੇ ਭਵਨ ਨੂੰ ਛੱਡਿਆ, ਜਗਵੇਦੀ ਨੂੰ ਛੱਡਿਆ, ਉਹਦਾ ਬਾਹਰ ਚਲਾ ਗਿਆ। ਜਦ ਉਹ ਬਾਹਰ ਚਲਾ ਗਿਆ ਤਾਂ ਫਿਰ ਮਤਲਬ ਜੋ ਬਾਹਰ ਜਾ ਰਿਹਾ ਉਸਨੂੰ ਪਤਾ ਲੱਗ ਗਿਆ ਕਿ ਪਰਮੇਸ਼ਰ ਦੀ ਮਾਰ ਹੈ, ਜੋ ਪਰਮੇਸ਼ਰ ਦਾ ਜੋ ਸਜ਼ਾ ਗਈ ਉਹ ਮੇਰੇ ਉੱਪਰ ਆ ਰਹੀ ਹੈ। ਫਿਰ ਅੱਗੇ ਤੋਜੀਆ ਪਾਤਸ਼ਾਹ ਆਪਣੇ ਮਰਨ ਤੱਕ ਕੋੜੀ ਰਿਹਾ ਅਤੇ ਕੋੜੀ ਹੋਣ ਦੇ ਕਾਰਨ ਇੱਕ ਅੱਡ ਘਰ ਵਿੱਚ ਰਹਿੰਦਾ ਸੀ। ਬਸ ਦੇਖੋ
ਜੋ ਉਜ਼ੀਆ ਪਾਤਸ਼ਾਹ ਸੀਗਾ, ਜੋ ਰਾਜਾ ਸੀਗਾ, ਜਿਹਨੂੰ ਪਰਮੇਸ਼ਵਰ ਨੇ ਬਹੁਤ ਉੱਚਾ ਕਰਿਆ ਸੀਗਾ, ਜਿਹਨੂੰ ਪਰਮੇਸ਼ਵਰ ਨੇ ਬਹੁਤ ਮਾਨ ਸਨਮਾਨ ਦਿੱਤਾ ਸੀਗਾ, ਚਾਰੇ ਪਾਸੇ ਉਹਦਾ ਨਾਮ ਫੈਲਿਆ ਹੋਇਆ ਸੀਗਾ। ਲੇਕਿਨ ਜਦ ਇੰਨਾ ਉਹਦਾ ਮਤਲਬ ਨਾਮ ਫੈਲ ਚੁੱਕਿਆਗਾ, ਚਰਚਾ ਉਹਦੀ ਸਾਰੇ ਪਾਸੇ ਹੋ ਰਹੀ ਹੈ, ਬਹੁਤ ਵਧੀਆ ਸੀਗਾ, ਸਭ ਕਾਸੇ ਵਿੱਚ ਵਧੀਆ ਸੀਗਾ, ਲੇਕਿਨ ਹੋਇਆ ਕਿ ਹੰਕਾਰ ਜੀਵਨ ਦੇ ਵਿੱਚ ਆ ਗਿਆ, ਘਮੰਡ ਜੀਵਨ ਦੇ ਵਿੱਚ ਆ ਗਿਆ। ਔਰ ਘਮੰਡ ਆਉਣ ਦੇ ਨਾਲ ਕੀ ਹੋ ਗਿਆ, ਉਹ ਕੰਮ ਕਰਨੇ ਸ਼ੁਰੂ ਕੀਤੇ ਜੋ ਕੰਮ ਪਰਮੇਸ਼ਵਰ ਨੇ ਉਸਨੂੰ ਮਨਾ ਕਰੇ ਹੋਏ ਸੀਗੇ, ਉਹ ਕੰਮ ਕਰਨਾ ਸ਼ੁਰੂ ਕੀਤਾ ਜੋ ਕੰਮ ਉਹਦਾ ਹੈ ਹੀ ਨਹੀਂ ਸੀਗਾ। ਲੇਕਿਨ ਦੇਖੋ ਉਸ ਤੋਂ ਬਾਅਦ ਕਿ ਜਦ ਕੋੜੀ ਹੋ ਗਿਆ, ਕਿੰਨੀ ਵੱਡੀ ਪਾਤਸ਼ਾਹੀ ਸੀ ਉਹਦੀ, ਕਿੰਨੇ ਲੋਕ ਸੀ ਉਹਦੇ ਕੋਲ, ਕਿੰਨੀ ਵੱਡੀ ਪਰਜਾ ਸੀ ਉਹਦੀ, ਲੇਕਿਨ ਦੇਖੋ ਉਹਦੇ ਜੀਵਨ ਦੇ ਵਿੱਚ ਜਦ ਇੱਕ ਘਮੰਡ ਆ ਗਿਆ, ਹੰਕਾਰ ਆ ਗਿਆ, ਤਾਂ ਕੋੜੀ ਹੋ ਗਿਆ। ਔਰ ਫਿਰ ਦੇਖੋ ਕੋਈ ਵੀ ਇਨਸਾਨ ਉਹਦੇ ਕੋਲ ਨਹੀਂ ਰਿਹਾ, ਕੋਈ ਵੀ ਇਨਸਾਨ ਉਹਦੇ ਕੋਲ ਰਿਹਾ ਹੀ ਨਹੀਂ। ਲਿਖਿਆ ਬਾਈਬਲ ਦੇ ਵਿੱਚ ਆਪਣੀ ਮੌਤ ਤੱਕ ਕੀ ਰਿਹਾ, ਉਹ ਕੋੜੀ ਰਿਹਾ। ਫਿਰ ਇੱਕ ਘਰ ਦੇ ਵਿੱਚ ਰਹਿਣ ਲੱਗ ਪਿਆ। ਦੇਖੋ ਐਡਾ ਵੱਡਾ ਮਹਿਲ ਛੱਡਿਆ ਹੋਊਗਾ, ਫਿਰ ਪਰਜਾ ਕਿੱਥੇ ਗਈ, ਫਿਰ ਰੁਪਇਆ ਪੈਸਾ, ਫਿਰ ਸੋਨਾ ਚਾਂਦੀ, ਫਿਰ ਸ਼ਾਨੋ ਸ਼ੌਕਤ, ਫਿਰ ਨਾਮ ਕਲਾਮ ਕਿੱਥੇ ਗਿਆ। ਇਹਦਾ ਕਾਰਨ ਕੀ ਸੀਗਾ? ਇਹਦਾ ਕਾਰਨ ਸਿਰਫ ਇਹੀ ਸੀਗਾ ਕਿ ਉਹਦੇ ਜੀਵਨ ਦੇ ਵਿੱਚ ਕੀ ਆ ਗਿਆ ਸੀਗਾ, ਘਮੰਡ ਆ ਗਿਆ ਸੀਗਾ। ਹੁਣ ਦੇਖੋ ਮੈਂ ਜੋ ਗੱਲ ਕਰ ਰਿਹਾ ਸੀ ਮਾਈਕਲ ਜੈਕਸਨ ਦੀ, ਅਗਰ ਉਹ ਪਰਮੇਸ਼ਰ ਦਾ ਸਾਹਮਣਾ ਨਾ ਕਰਦਾ ਤਾਂ ਹੋ ਸਕਦਾ ਸੀਗਾ ਉਹ ਅੱਜ ਤੱਕ ਜਿੰਦਾ ਰਹਿੰਦਾ। ਪਰਮੇਸ਼ਰ ਨੇ ਇਨਸਾਨ ਦੇ ਲਈ ਜੋ ਉਮਰ ਠਹਿਰਾਈ ਹੈ ਉਹ ਤਾਂ 120 ਸਾਲ ਠਹਿਰਾਈ ਹੈ। ਅਗਰ ਉਹ ਪਰਮੇਸ਼ਰ ਦੇ ਅਧੀਨ ਰਹਿੰਦਾ ਤਾਂ ਹੋ ਸਕਦਾ ਉਹ 120 ਸਾਲ ਤੱਕ ਜਿੰਦਾ ਰਹਿ ਸਕਦਾ ਸੀਗਾ। ਲੇਕਿਨ ਦੇਖੋ ਉਸਨੇ ਪਰਮੇਸ਼ਰ ਦਾ ਵਿਰੋਧ ਕੀਤਾ, ਪਰਮੇਸ਼ਰ ਦਾ ਸਾਹਮਣਾ ਕੀਤਾ। ਲੇਕਿਨ ਦੇਖੋ ਹੋਇਆ ਕਿ 50 ਸਾਲ ਦੀ ਉਮਰ ਦੇ ਵਿੱਚ ਹੀ ਉਹ ਚੱਲ ਵਸਿਆ। ਕਈ ਵਾਰ ਇਨਸਾਨ ਦੇ ਅੰਦਰ ਐਸੀਆਂ ਗੱਲਾਂ ਆ ਜਾਂਦੀਆਂ ਨੇ ਕਿ ਜਿਹਦੇ ਕਰਕੇ ਇਨਸਾਨ ਨੂੰ ਖੁਦ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਹਦਾ ਜੀਵਨ ਉਹਦਾ ਕਿਸ ਤਰ੍ਹਾਂ। ਔਰ ਜੇ ਕੋਈ ਦੱਸ ਦਿੰਦਾਗਾ ਤਾਂ ਫਿਰ ਕੀ ਹੈ, ਦੱਸਣ ਵਾਲਾ ਦੋਸ਼ੀ। ਤੂੰ ਦੱਸ ਰਿਹਾ ਮੈਨੂੰ, ਤੈਨੂੰ ਪਤਾ ਨਹੀਂ। ਹੁਣ ਜਦ ਰਾਜਾ ਸੀਗਾ ਉਜ਼ੀਆ ਰਾਜਾ, ਜਦ ਇੱਕ ਜਾਜਕ ਸੀਗਾ ਜਿਹੜਾ, ਉਹਨੇ ਤੇ ਜਿਹੜੇ 80 ਲੱਖ ਜਾਜਕ ਸੀਗੇ ਉਹਨਾਂ ਨੇ ਦੱਸਿਆ ਭਰਾਵਾ ਤੂੰ ਗਲਤੀ ਕਰ ਰਿਹਾ ਹੈਗਾ, ਰਾਜਾ ਜੀ ਤੁਸੀਂ ਗਲਤੀ ਕਰ ਰਹੇ ਹੋ, ਇਹ ਤੁਹਾਡਾ ਕੰਮ ਨਹੀਂ ਹੈ ਕਿ ਤੁਸੀਂ ਧੂਪ ਸਕਾਓ। ਤਾਂ ਉਸਨੇ ਉਹਨਾਂ ਦੇ ਉੱਪਰ ਗੁੱਸਾ ਕਰਿਆ, ਉਹਨਾਂ ਦੇ ਉੱਪਰ ਉਹ ਕ੍ਰੋਧਵਾਨ ਹੋਇਆ। ਓਏ ਤੁਹਾਨੂੰ ਨਹੀਂ ਪਤਾ ਕਿ ਮੈਂ ਰਾਜਾ ਗਾ, ਮੇਰਾ ਨਾਮ ਸਾਰੇ ਪਾਸੇ ਫੈਲਿਆ ਹੋਇਆਗਾ। ਲੇਕਿਨ ਦੇਖੋ ਉਹਨਾਂ ਦੇ ਉੱਪਰ ਗੁੱਸਾ ਕਰ ਰਿਹਾਗਾ ਉਹ। ਲੇਕਿਨ ਸਹੀ ਦੇ ਵਿੱਚ ਸਾਡੇ ਪਰਮੇਸ਼ਵਰ ਹੈ ਜੋ, ਉਹ ਸਹੀ ਵਿੱਚ ਹੰਕਾਰੀਆਂ ਦਾ ਸਾਹਮਣਾ ਕਰਦੇ ਨੇ। ਪਤਰਸ ਦੇ ਵਿੱਚ ਲਿਖਿਆਗਾ ਕਿ ਪਰਮੇਸ਼ਵਰ ਹੰਕਾਰੀਆਂ ਦਾ ਸਾਹਮਣਾ ਕਰਦੇ ਨੇ। ਦੇਖੋ ਇਸਨੇ ਹੰਕਾਰ ਕੀਤਾ ਔਰ ਹੋਇਆ ਕਿ ਆਪਣੇ ਮਰਨ ਤੱਕ ਕੀ ਰਿਹਾ, ਕੋੜੀ ਰਿਹਾ। ਹਾਲੇਲੂਇਆ, ਹਾਲੇਲੂਇਆ। ਮਰਨ ਤੱਕ ਕੀ ਰਿਹਾ, ਕੋੜੀ ਰਿਹਾ। ਔਰ ਉਸ ਤੋਂ ਬਾਅਦ ਦੇਖੋ ਇੱਕੋ ਹੀ ਘਰ ਦੇ ਵਿੱਚ ਰਿਹਾ, ਇੱਕ ਹੀ ਕਮਰਾ ਸੀਗਾ ਜਿਸ ਘਰ ਦੇ ਵਿੱਚ ਉਹ ਰਹਿੰਦਾ ਸੀਗਾ। ਫਿਰ ਦੇਖੋ ਕੋੜੀ ਦੇ ਕੋਲ ਆਉਂਦਾ ਹੀ ਨਹੀਂ ਕੋਈ। ਹੁਣ ਦੇਖਿਆ ਆਪਾਂ ਦੇਖਦੇ ਹਾਂ, ਹਾਲੇਲੂਇਆ। ਇੱਧਰ ਧਿਆਨ ਦਿਓ ਸਾਰੇ। ਆਪਾਂ ਦੇਖਦੇ ਕਈ ਵਾਰ ਕੋਈ ਇਨਸਾਨ ਹੁੰਦਾਗਾ ਬਿਲਕੁਲ ਚਿੱਟਾ ਇਨਸਾਨ, ਦੇਖਿਆ ਕਿਸ ਨੇ, ਉਹ ਕੋੜੀ ਹੁੰਦਾਗਾ। ਹੁਣ ਕਿੰਨੇ ਲੋਕ ਨੂੰ ਪਸੰਦ ਕਰਦੇ ਨੇ, ਬਹੁਤ ਲੋਕ ਤਾਂ ਹੱਥ ਮਿਲਾਉਣ ਤੋਂ ਡਰਦੇ ਨੇ, ਹੱਥ ਮਿਲਾਉਣ ਤੋਂ ਡਰਦੇ ਨੇ, ਪਤਾ ਨਹੀਂ ਕਿਹਾ ਜਾਊਗਾ ਇਹ ਨਾ। ਮਤਲਬ ਇਨਸਾਨ ਦੇ ਅੰਦਰ ਕੁਝ ਅਜੀਬ ਜਿਹੀ ਗੱਲਾਂ ਆ ਜਾਂਦੀਆਂ ਨੇ। ਲੇਕਿਨ ਸਹੀ ਵਿੱਚ ਇਹ ਤਾਂ ਕੋੜੀ ਸੀਗਾ। ਹੁਣ ਇਹਦੇ ਕੋਲ ਕਿਹੜਾ ਜਾਂਦਾ ਹੋਊਗਾ, ਇਹਦੇ ਕੋਲ ਤਾਂ ਕੋਈ ਵੀ ਨਹੀਂ ਜਾਂਦਾ ਸੀਗਾ। ਆਪਾਂ ਬਚਨ ਦੇ ਵਿੱਚ ਪੜਾਂਗੇ ਦੂਜਾ ਰਾਜਾ ਉਹਦਾ ਇੱਕ ਅਧਿਆਇ। ਇੱਥੇ ਕੀ ਹੋਇਆ, ਇੱਕ ਰਾਜਾ ਸੀਗਾ ਅਹਜ਼ਿਆ। ਹਾਂ, ਅਹਜ਼ਿਆ ਰਾਜਾ। ਇੱਕ ਵਾਰ ਕੀ ਹੋਇਆ, ਇਹ ਆਪਣੇ ਕੋਠੇ ਉੱਪਰੋਂ ਜਾਂ ਚੁਬਾਰੇ ਵਿੱਚੋਂ ਇਹ ਥੱਲੇ ਡਿੱਗ ਪਿਆ। ਔਰ ਡਿੱਗਣ ਦੇ ਕਾਰਨ ਕੀ ਹੋਇਆ, ਡਿੱਗਣ ਦੇ ਕਾਰਨ ਕੀ ਹੋਇਆ, ਇਹ ਬਿਮਾਰ ਪੈ ਗਿਆ। ਔਰ ਇਸਨੇ ਆਪਣੇ ਲੋਕਾਂ ਨੂੰ ਕਿਹਾ ਕਿ ਜਿਹੜੇ ਦਾਸ ਲੋਕ ਸੀਗੇ, ਜਿਹੜੇ ਸੇਵਕ ਲੋਕ ਸੀਗੇ, ਜਿਹੜੇ ਸੇਵਾ ਕਰਦੇ ਸੀ, ਨੌਕਰ ਲੋਕ, ਉਹਨਾਂ ਨੂੰ ਕਿਹਾ ਵੀ ਤੁਸੀਂ ਏਦਾਂ ਕਰੋ ਕਿ ਜੋ ਅਕਰੋਨ ਹੈ, ਜੋ ਉਹਦਾ ਦਿਓਤਾ ਹੈਗਾ ਬਾਲ ਜਬੂਬ, ਉਹਦੇ ਕੋਲ ਜਾਓ, ਉਹਨੂੰ ਜਾ ਕੇ ਪੁੱਛੋ ਕਿ ਮੈਂ ਬਚਾਂਗਾ ਜਾਂ ਮੈਂ ਮਰ ਜਾਵਾਂਗਾ। ਹੁਣ ਦੇਖੋ ਉਹ ਰਾਜਾ ਸੀਗਾ, ਹੁਣ ਤਾਂ ਆਗਿਆ ਦਿੱਤੀ। ਹੁਣ ਜਿਹੜੇ ਨੌਕਰ ਲੋਕ ਸੀਗੇ ਉਹ ਜਾ ਰਹੇ ਸੀਗੇ। ਪਰ ਤਦੇ ਹੀ ਪਰਮੇਸ਼ਵਰ ਦਾ ਬਚਨ ਏਲੀਆ, ਜੋ ਪਰਮੇਸ਼ਵਰ ਦਾ ਦਾਸ ਸੀਗਾ, ਪਰਮੇਸ਼ਵਰ ਦਾ ਦਾਸ ਏਲੀਆ, ਉਹਨੂੰ ਬਚਨ ਆਇਆ ਕਿ ਜਾ ਕੇ ਉਸ ਰਾਜਾ ਦਾ ਉਹਦੇ ਨੌਕਰ ਉਹ ਜਾ ਰਹੇ ਨੇ ਕਿਸੇ ਦੇਵਤੇ ਲਵੇ, ਉਹਨੂੰ ਜਾ ਕੇ ਕਹੇ ਕਿ ਪਰਮੇਸ਼ਵਰ ਇਜ਼ਰਾਈਲ ਵਿੱਚ ਨਹੀਂ ਹੈ, ਜਾਂ ਫਿਰ ਪਰਮੇਸ਼ਵਰ ਹੁਣ ਇਜ਼ਰਾਈਲ ਵਿੱਚ ਕੰਮ ਨਹੀਂ ਕਰ ਸਕਦਾ ਜਿਹੜਾ ਤੂੰ ਕਿਸੇ ਹੋਰ ਪਾਸੇ ਜਾ ਰਿਹਾਗਾ। ਹਾਲੇਲੂਇਆ, ਹਾਲੇਲੂਇਆ।
ਕੀ ਪਰਮੇਸ਼ਰ ਇਜ਼ਰਾਈਲ ਦਾ ਕੰਮ ਨਹੀਂ ਕਰ ਸਕਦਾ? ਤੂੰ ਕਿਉਂ ਜਾ ਰਿਹਾ ਉੱਥੇ? ਹੁਣ ਤੂੰ ਧਿਆਨ ਦੇ ਕਿ ਹੁਣ ਤੂੰ ਇਸ ਮੰਜੇ ਉੱਪਰ ਉੱਠੇਗਾ ਨਹੀਂ, ਤੂੰ ਮਰ ਜਾਏਗਾ। ਹੁਣ ਦੇਖੋ ਜੋ ਏਲੀਆ ਸੀਗਾ ਉਹਦੇ ਨੌਕਰਾਂ ਨੂੰ ਜਾ ਕੇ ਰਸਤੇ ਵਿੱਚ ਮਿਲ ਪਿਆ। ਹਲੇ ਨੌਕਰ ਉਸ ਜਗ੍ਹਾ ਪਹੁੰਚੇ ਨਹੀਂ ਹੈਗੇ। ਉਸ ਪਰਮੇਸ਼ਰ ਦੇ ਦਾਸ ਨੇ ਉਹਨਾਂ ਨੂੰ ਰੋਕਿਆ ਔਰ ਉਹਨਾਂ ਨੂੰ ਕਿਹਾ ਕਿ ਦੇਖੋ ਰਾਜੇ ਨੂੰ ਜਾ ਕੇ ਗੱਲ ਕਹਿ ਦੋ ਵੀ ਤੂੰ ਮਰਨ ਵਾਲਾ ਹੀ ਹੈ। ਰਾਜੇ ਦੇ ਨੌਕਰ ਮੁੜ ਕੇ ਰਾਜੇ ਕੋਲ ਆ ਗਏ। ਰਾਜੇ ਨੇ ਪੁੱਛਿਆ ਤੁਸੀਂ ਇੰਨਾ ਜਲਦੀ ਮੁੜੇ ਆਏ? ਉਹ ਕਹਿੰਦੇ ਅਸੀਂ ਰਸਤੇ 'ਚ ਮੁੜੇ ਆਏ, ਸਾਨੂੰ ਕੋਈ ਇਨਸਾਨ ਮਿਲਿਆ ਸੀਗਾ, ਉਸਨੇ ਸਾਨੂੰ ਦੱਸਿਆ ਕਿ ਭਾਈ ਤੂੰ ਮਰ ਜਾਏਗਾ ਰਸਤੇ ਹੁਣੇ, ਮਤਲਬ ਤੂੰ ਉੱਠਣ ਵਾਲਾ ਨਹੀਂ ਹੈ, ਤੂੰ ਬਚਣ ਵਾਲਾ ਨਹੀਂ ਹੈ, ਤੂੰ ਮਰ ਜਾਏਗਾ। ਤਾਂ ਰਾਜੇ ਨੇ ਕਿਹਾ ਉਹ ਕੌਣ ਸੀਗਾ? ਤੁਹਾਨੂੰ ਦੱਸਿਆ ਵੀ ਉਹ ਇਸ ਤਰ੍ਹਾਂ ਦਾ ਇਨਸਾਨ ਸੀਗਾ, ਇਸ ਤਰ੍ਹਾਂ ਦੇ ਕੱਪੜੇ ਪਾਉਂਦਾ ਸੀਗਾ, ਇਸ ਤਰ੍ਹਾਂ ਦਾ ਉਹ ਦਿਖਦਾ ਸੀਗਾ। ਤਾਂ ਉਸ ਰਾਜੇ ਨੇ ਕਿਹਾ ਉਹ ਤਾਂ ਏਲੀਆ ਦਾ। ਤਾਂ ਏਲੀਆ ਦਾ ਤਾਂ ਫਿਰ ਉਸਨੇ ਕੀ ਕਰਿਆ ਆਪਾਂ ਪੜਾਂਗੇ। ਇਹ ਦੂਜਾ ਰਾਜਾ 1 ਅਧਿਆਇ ਉਹਦਾ 9 ਵਚਨ। ਤਾਂ ਉਹਨਾਂ ਨੇ ਉਸ ਨੂੰ ਆਖਿਆ ਇੱਕ ਜੱਟ ਵਾਲਾ ਆਦਮੀ 9 ਜੀ 9। ਤਦ ਉਸਨੇ 50 ਦੇ ਸਰਦਾਰ ਨੂੰ ਉਹਦੇ 50 ਸਿਪਾਹੀਆਂ ਦੇ ਨਾਲ ਉਹਦੇ ਕੋਲ ਘੱਲਿਆ। ਉਹਦੇ ਕੋਲ ਗਿਆ ਅਤੇ ਦੇਖੋ ਉਹ ਇੱਕ ਟਿੱਲੇ ਦੀ ਚੋਟੀ ਉੱਤੇ ਬੈਠਾ ਸੀ। ਉਸਨੇ ਉਹਨੂੰ ਆਖਿਆ ਇਹ ਪਰਮੇਸ਼ਵਰ ਦੇ ਬੰਦੇ, ਪਾਤਸ਼ਾਹ ਨੇ ਆਖਿਆ ਹੈ ਭਾਈ ਉੱਤਰ ਆ। ਏਲੀਆ ਨੇ 50 ਦੇ ਸਰਦਾਰ ਨੂੰ ਉੱਤਰ ਦਿੱਤਾ ਕਿ ਜੇ ਮੈਂ ਪਰਮੇਸ਼ਵਰ ਦਾ ਬੰਦਾ ਹਾਂ ਤਾਂ ਆਕਾਸ਼ੋਂ ਅੱਗ ਉਤਰੇ ਤੇ ਤੈਨੂੰ ਤੇ ਤੇਰੇ 50 ਨੂੰ ਭਸਮ ਕਰ ਦੇਵੇ। ਜੋ ਆਕਾਸ਼ੋਂ ਅੱਗ ਉਤਰੀ ਅਤੇ ਉਸਨੂੰ ਤੇ ਉਸਦੇ 50 ਨੂੰ ਭਸਮ ਕਰ ਦਿੱਤਾ। ਸਾਰੇ ਬੋਲੋ ਹਾਲੇਲੂਇਆ। ਗੱਲ ਨੂੰ ਧਿਆਨ ਨਾਲ ਸੁਣਿਓ। ਫਿਰ ਰਾਜੇ ਨੇ ਕੀ ਕਰਿਆ? ਇੱਕ ਇਨਸਾਨ ਨੂੰ ਬੁਲਾਇਆ ਕਿ ਜੋ 50 ਲੋਕਾਂ ਦੇ ਉੱਪਰ ਕੀ ਸੀਗਾ, ਉਹ ਸਰਦਾਰ ਸੀਗਾ, ਅਹੁਦੇਦਾਰ ਸੀਗਾ, 50 ਲੋਕਾਂ ਦੇ ਥੱਲੇ ਸੀਗੇ। ਉਸਨੂੰ ਬੁਲਾਇਆ, ਤੂੰ ਰਿਹਾ ਗੱਲ ਸੁਣ, ਏਲੀਆ ਤਸਬੀਹ ਹੈ, ਉਹਨੂੰ ਲੱਭ ਜਾ ਕੇ ਔਰ ਜਿੱਥੇ ਮਿਲੇ ਉਹਨੂੰ ਇਹ ਜਾ ਕਹੇ ਕਿ ਇਹਨੂੰ ਰਾਜੇ ਨੇ ਬੁਲਾਇਆਗਾ। ਹੁਣ ਜੋ ਉਹ 50 ਦਾ ਸਰਦਾਰ ਸੀਗਾ ਉਹ ਤਾਂ ਏਲੀਆ ਤਸਬੀਹ ਨੂੰ ਜਾ ਕੇ ਮਿਲਿਆ। ਹੁਣ ਏਲੀਆ ਤਸਬੀਹ ਸੀਗਾ ਉਹਦਾ ਉੱਪਰ ਬੈਠਾ ਸੀਗਾ ਔਰ ਥੱਲੇ ਖੜਾ ਕਹੇਗਾ हे ਪਰਮੇਸ਼ਵਰ ਦੇ ਬੰਦੇ ਆ ਥੱਲੇ, ਤੈਨੂੰ ਰਾਜਾ ਬੁਲਾ ਰਿਹਾਗਾ। ਤਾਂ ਏਲੀਆ ਨੇ ਕੀ ਕਿਹਾ ਕਿ ਜੇ ਮੈਂ ਪਰਮੇਸ਼ਵਰ ਦਾ ਬੰਦਾ ਹਾਂ, ਆਕਾਸ਼ੋਂ ਅੱਗ ਆਏ, ਤੈਨੂੰ ਤੇ ਤੇਰੇ ਨਾਲ ਦੇ ਜੋ 50 ਲੋਕ ਨੇ ਉਹਨਾਂ ਨੂੰ ਭਸਮ ਕਰ ਦੇ। ਔਰ ਬਾਈਬਲ ਦੇ ਵਿੱਚ ਲਿਖਿਆ ਇਸੇ ਤਰ੍ਹਾਂ ਹੋਇਆ। ਕੀ ਹੋਇਆ ਕਿ ਉਹ ਬੰਦਾ ਮਰ ਗਿਆ ਜੋ ਸਰਦਾਰ ਸੀਗਾ ਤੇ 50 ਜੋ ਸੈਨਿਕ ਸੀਗੇ, ਸਿਪਾਹੀ ਸੀਗੇ, ਉਹ ਵੀ ਮਰ ਗਏ। ਫਿਰ ਰਾਜੇ ਨੇ ਦੂਜੇ 50 ਦੇ ਸਰਦਾਰ ਨੂੰ ਭੇਜਿਆ। ਜਦ ਦੂਜੇ 50 ਦੇ ਸਰਦਾਰ ਨੂੰ ਭੇਜਿਆ ਤਾਂ ਦੇਖੋ ਉਹ ਵੀ ਇਸ ਤਰ੍ਹਾਂ ਹੀ ਗਿਆ। ਉਹਨੇ ਵੀ ਇਹੀ ਗੱਲ ਕਹੀ, हे ਪਰਮੇਸ਼ਵਰ ਦੇ ਬੰਦੇ ਚੱਲ ਥੱਲੇ ਆ, ਤੈਨੂੰ ਰਾਜੇ ਨੇ ਬੁਲਾਇਆਗਾ, ਆ ਥੱਲੇ। ਤਾਂ ਏਲੀਆ ਨੇ ਕੀ ਕਿਹਾ ਕਿ ਜੇ ਮੈਂ ਪਰਮੇਸ਼ਵਰ ਦਾ ਬੰਦਾ ਹਾਂ ਤਾਂ ਕੀ ਕਰੇ? ਉੱਪਰੋਂ ਆਕਾਸ਼ ਤੋਂ ਅੱਗ ਆਏ, ਤੈਨੂੰ ਤੇ ਤੇਰੇ ਨਾਲ ਦੇ ਜਿਹੜੇ 50 ਲੋਕ ਨੇ ਉਹਨਾਂ ਨੂੰ ਕੀ ਕਰੇ? ਭਸਮ ਕਰ ਦੇਵੇ। ਔਰ ਬਾਈਬਲ ਦੇ ਵਿੱਚ ਲਿਖਿਆਗਾ ਇਸੇ ਤਰ੍ਹਾਂ ਹੋਇਆ। ਉਹ ਵੀ ਮਰ ਗਿਆ ਤੇ ਉਹਦੇ ਨਾਲ ਦੇ ਜੋ 50 ਲੋਕ ਸੀਗੇ ਉਹ ਵੀ ਮਰ ਗਏ। ਫਿਰ ਆਪਾਂ ਵਚਨ ਪੜਾਂਗੇ ਇੱਕ ਹੋਰ, ਇਹ ਦੂਜਾ ਰਾਜਾ 1 ਅਧਿਆਇ ਉਹਦਾ 13 ਤੇ 15 ਪੜੋ। ਤਦ ਉਸਨੇ ਫਿਰ ਤੀਸਰੇ 50 ਦੇ ਸਰਦਾਰ ਨੂੰ ਉਸਦੇ 50 ਦੇ ਨਾਲ ਘੱਲਿਆ ਅਤੇ ਤੀਜਾ 50 ਦਾ ਸਰਦਾਰ ਉੱਤੇ ਚੜ ਕੇ ਨੇੜੇ ਗਿਆ ਤੇ ਏਲੀਆ ਦੇ ਅੱਗੇ ਗੋਡੇ ਨਵਾਏ ਅਤੇ ਅਰਦਾਸ ਕਰਕੇ ਉਹਨੂੰ ਆਖਿਆ हे ਪਰਮੇਸ਼ਰ ਦੇ ਬੰਦੇ ਮੇਰੀ ਜਾਨ। ਇੱਥੇ ਕੀ ਹੈ? ਇੱਕ ਫਿਰ ਤੀਜਾ ਇਨਸਾਨ ਸੀਗਾ, ਉਹ ਵੀ 50 ਦਾ ਸਰਦਾਰ ਸੀਗਾ। ਜਦ ਉਸਨੂੰ ਪਤਾ ਚੱਲਿਆ ਕਿ ਪਹਿਲਾਂ ਜੋ ਲੋਕ ਸੀਗੇ ਉਹ ਤਾਂ ਮਰ ਗਏ, ਉਹ ਤਾਂ ਆਕਾਸ਼ੋਂ ਅੱਗ ਆਈ ਉਹਨਾਂ ਨੂੰ ਭਸਮ ਕਰ ਗਈ, ਤਾਂ ਜਦ ਤੀਜੇ ਨੇ ਦੇਖਿਆ ਕਿ ਮੇਰੀ ਜਾਨ ਵੀ ਹੈ, ਜੋ ਮੈਂ ਵੀ ਤਾਂ ਮਰ ਸਕਦਾਗਾ। ਲੇਕਿਨ ਬਾਈਬਲ ਦੇ ਵਿੱਚ ਕੀ ਲਿਖਿਆ? ਇੱਕ ਵਾਰ ਫਿਰ ਪੜੋ ਜੀ 13 ਤੋਂ। ਤਦ ਉਸਨੇ ਫਿਰ ਤੀਸਰੇ 50 ਦੇ ਸਰਦਾਰ ਨੂੰ ਉਸਦੇ 50 ਦੇ ਨਾਲ ਘੱਲਿਆ ਅਤੇ ਤੀਜਾ 50 ਦਾ ਸਰਦਾਰ ਉੱਤੇ ਚੜ ਕੇ। ਦੇਖੋ ਹੁਣ ਇਹ ਕੀ ਹੈ? ਇਹ ਉੱਤੇ ਚੜ ਗਿਆ। ਕਿਹਦੇ ਕੋਲ ਚਲਾ ਗਿਆ? ਏਲੀਆ ਦੇ ਕੋਲ ਚਲਾ ਗਿਆ। ਦੂਜੇ ਲੋਕ ਕਿੱਥੇ ਸੀਗੇ? ਉਹ ਤਾਂ ਥੱਲੇ ਸੀਗੇ। ਹੁਣ ਪਹਾੜ ਦੇ ਉੱਪਰ ਚੜ੍ਹਨਾ ਪੈ ਜਾਏ, ਉਚਾਈ ਦੇ ਉੱਪਰ ਚੜ੍ਹਨਾ ਪੈ ਜਾਏ ਤਾਂ ਕੀ ਕਰਨਾ ਪੈਂਦਾ ਇਨਸਾਨ ਨੂੰ? ਉਹਦਾ ਝੁਕਣਾ ਪੈਂਦਾਗਾ। ਹਾਲੇਲੂਇਆ। ਉਹਦਾ ਝੁਕਣਾ ਪੈਂਦਾਗਾ, ਆਪਣੇ ਆਪ ਨੂੰ ਨੀਵਾਂ ਕਰਨਾ ਪੈਂਦਾਗਾ। ਲੇਕਿਨ ਜਿਹੜੇ ਪਹਿਲਾਂ ਦੋ ਸੀਗੇ ਉਹਦਾ ਕੰਮ ਕਰਿਆ ਨਹੀਂ। ਉਹ ਕੀ ਕਹਿੰਦੇ ਸੀਗੇ? ਆਕੜ ਦੇ ਵਿੱਚ ਰਹੇ, ਆਪਣੇ ਘਮੰਡ ਦੇ ਵਿੱਚ ਰਹੇ, ਆਪਣੇ ਹੰਕਾਰ ਦੇ ਵਿੱਚ ਰਹੇ। ਅਸੀਂ ਤਾਂ 50 ਦੇ ਸਰਦਾਰ ਹਾਂ, ਮੈਂ ਤਾਂ 50 ਦੇ ਉੱਪਰ ਕੀ ਹਾਂ? ਸਰਦਾਰੀ ਕਰ ਦਾਂਗਾ। ਇਹ ਪਰਮੇਸ਼ਰ ਦੇ ਬੰਦੇ ਥੱਲੇ ਆ। ਦੇਖੋ ਆਪਣੀ ਆਕੜ ਦੇ ਵਿੱਚ ਮਤਲਬ ਝੁਕੇ ਨਹੀਂ ਉਹ ਲੋਕ, ਆਪਣੇ ਆਪ ਨੂੰ ਨੀਵਾਂ ਨਹੀਂ ਕਰਿਆ ਨਾ ਲੋਕਾਂ ਨੇ। ਲੇਕਿਨ ਕੀ ਹੋਇਆ? ਆਕਾਸ਼ੋਂ ਅੱਗ ਆਈ, ਕਿੰਨੇ ਲੋਕ ਮਰ ਗਏ? ਸਾਰੇ ਕਿੰਨੇ ਸੀਗੇ? ਹੈ 102 ਲੋਕ ਸੀਗੇ। 2 ਵਾਰੀ ਗਏ ਨਾ। ਹਾਂ 102 ਲੋਕ ਮਰ ਗਏ। ਕਿਹੜੀ ਵਜ੍ਹਾ ਕਰਕੇ? ਆਕੜ ਚ ਰਹੇ, ਘਮੰਡ ਚ ਰਹੇ, ਹੰਕਾਰ ਦੇ ਵਿੱਚ ਰਹੇ। ਲੇਕਿਨ ਦੇਖੋ ਇਹ ਇਨਸਾਨ ਨੇ ਕੀ ਕਰਿਆ?
ਇਹ ਤਾਂ ਉੱਪਰ ਚੜ ਗਿਆ। ਇਹ ਕੀ ਹੋਇਆ? ਇਹ ਤਾਂ ਉੱਪਰ ਚੜ ਗਿਆ। ਫਿਰ ਕੀ ਕਿਹਾ ਉਹਨੇ? ਅੱਗੇ ਪੜੋ। ਤੇ ਏਲੀਆ ਦੇ ਅੱਗੇ ਗੋਡੇ ਨਵਾਏ। ਦੇਖੋ, ਅਧੀਨ ਹੋ ਗਿਆ, ਉਹਦੇ ਗੋਡੇ ਟੇਕ ਲਏ ਉਹਦੇ ਅੱਗੇ। ਚਾਹੇ ਸਰਦਾਰ ਸੀਗਾ, ਚਾਹੇ ਮਾਨ ਸਨਮਾਨ ਸੀਗਾ, ਚਾਹੇ ਰੁਤਬਾ ਸੀਗਾ, ਚਾਹੇ ਸਿਪਾਹੀ ਸੀਗੇ, ਲੇਕਿਨ ਹੋਇਆ ਕੀ? ਉਸਨੇ ਇਹ ਨਹੀਂ ਸੋਚਿਆ ਅਗਰ ਮੈਂ ਏਲੀਆ ਦੇ ਸਾਹਮਣੇ ਗੋਡੇ ਟੇਕ ਲਏ ਤਾਂ ਮੇਰੇ ਜਿਹੜੇ 50 ਨੌਕਰ ਨੇ, ਜਿਹੜੇ 50 ਮੇਰੇ ਸਿਪਾਹੀ ਥੱਲੇ ਕੰਮ ਕਰਦੇ ਨੇ, ਉਹ ਮੇਰੇ ਬਾਰੇ ਕੀ ਸੋਚਣਗੇ। ਅੱਜ ਇਨਸਾਨ ਇਹ ਕੰਮ ਕਰਦਾ ਬੰਦਗੀ ਵਿੱਚ ਆਉਣ ਤੋਂ। ਅਗਰ ਮੈਂ ਪਰਮੇਸ਼ਰ ਦੇ ਗੋਡੇ ਟੇਕੇ, ਅਗਰ ਮੈਂ ਹੱਥ ਉਠਾ ਕੇ ਪ੍ਰਾਰਥਨਾ ਕਰੀ ਤਾਂ ਗੁਆਂਢੀ ਮੇਰਾ ਨਾਲ ਦਾ ਕੀ ਕਹੇਗਾ, ਗੁਆਂਢੀ ਮੇਰਾ ਕੀ ਸੋਚੇਗਾ, ਜਾਂ ਮੇਰੇ ਕੋਲ ਜਿਹੜਾ ਬੈਠਾਗਾ ਉਹ ਕੀ ਕਹੇਗਾ ਮੈਨੂੰ। ਇਨਸਾਨ ਸ਼ਰਮਾ ਜਾਂਦਾਗਾ। ਲੇਕਿਨ ਇਸਨੇ ਸ਼ਰਮਿੰਦਗੀ ਮਹਿਸੂਸ ਨਹੀਂ ਕਰੀ। ਇਸਨੇ ਤਾਂ ਜਾ ਕੇ ਗੋਡੇ ਟੇਕੇ, ਫਿਰ ਗੋਡੇ ਨਵਾਏ, ਫਿਰ ਅਤੇ ਅਰਦਾਸ ਕਰਕੇ ਉਹਨਾਂ ਨੂੰ ਆਖਿਆ, ਇਹ ਪਰਮੇਸ਼ਰ ਦੇ ਬੰਦੇ, ਮੇਰੀ ਜਾਨ ਅਤੇ ਇਹਨਾਂ 50 ਦਾਸਾਂ ਦੀਆਂ ਜਾਨਾਂ ਤੇਰੀ ਨਿਗਾਹ ਵਿੱਚ ਜਰਾ ਬਹੁਮੁੱਲੀਆਂ ਹੋਣ। ਦੇਖੋ ਵੀ ਮੇਰੀ ਜਾਨ ਤੇ ਇਹਨਾਂ 50 ਲੋਕਾਂ ਦੀਆਂ ਜਾਨਾਂ ਤੇਰੀ ਨਜ਼ਰਾਂ ਵਿੱਚ ਕੀ ਹੈ? ਬਹੁਮੁੱਲੀਆਂ ਹੋਣ। ਔਰ ਦੇਖੋ ਉਸਦਾ ਕੁਝ ਵੀ ਨਹੀਂ ਹੋਇਆ। ਕਾਰਨ ਕੀ ਸੀਗਾ? ਜਿਹੜੇ ਪਹਿਲੇ ਲੋਕ ਸੀਗੇ ਉਹਨਾਂ ਨੇ ਆਪਣੇ ਆਪ ਨੂੰ ਨੀਵਾਂ ਨਹੀਂ ਕਰਿਆ, ਉਹਨਾਂ ਲੋਕਾਂ ਨੇ ਆਪਣਾ ਘਮੰਡ ਨਹੀਂ ਛੱਡਿਆ, ਉਹਨਾਂ ਨੇ ਆਪਣੀ ਆਕੜ ਨਹੀਂ ਛੱਡੀ, ਉਹਨਾਂ ਨੇ ਆਪਣਾ ਹੰਕਾਰ ਨਹੀਂ ਛੱਡਿਆ। ਲੇਕਿਨ ਦੇਖੋ ਨਾਸ ਹੋ ਗਏ। ਐਸੇ ਇਨਸਾਨ ਨੇ ਸਮਝ ਤੋਂ ਕੰਮ ਲਿਆ। ਪਰਮੇਸ਼ਰ ਦਾ ਦਾਸ ਹੈ, ਮੈਨੂੰ ਇਸ ਦੇ ਅਧੀਨ ਹੋਣਾ ਚਾਹੀਦਾਗਾ। ਪਰਮੇਸ਼ਰ ਦਾ ਦਾਸ ਹੈ, ਇਸ ਦੇ ਅੱਗੇ ਮੈਨੂੰ ਗੋਡੇ ਟੇਕਣੇ ਚਾਹੀਦੇ ਨੇ। ਪਰਮੇਸ਼ਰ ਦੇ ਦਾਸ ਅੱਗੇ ਮੈਨੂੰ ਕਹਿਣਾ ਚਾਹੀਦਾਗਾ ਕਿ ਕੀ ਕਰ, ਮੇਰੇ ਜੀਵਨ ਦੇ ਵਿੱਚ ਕੰਮ ਕਰ। ਲੇਕਿਨ ਜ਼ਿਆਦਾਤਰ ਇਨਸਾਨ ਕੀ ਹੈ? ਉਹ ਤਾਂ ਪਰਮੇਸ਼ਰ ਦਾ ਸਾਹਮਣਾ ਕਰਦਾਗਾ। ਉਹ ਕੀ ਹੈ? ਉਹਦਾ ਪਰਮੇਸ਼ਰ ਦਾ ਸਾਹਮਣਾ ਕਰਦਾਗਾ ਤਾਂ ਕਿ ਜੋ ਇਨਸਾਨ ਹੈ ਉਸਨੂੰ ਲੱਗਦਾ ਨਹੀਂ ਕਿ ਮੈਂ ਗਲਤ ਕਰ ਰਿਹਾਗਾ। ਕਈ ਵਾਰ ਇਨਸਾਨ ਬਹੁਤ ਗਲਤ ਕਰਦਾਗਾ, ਬਹੁਤ ਗਲਤ ਕਰਦਾਗਾ, ਲੇਕਿਨ ਉਸਨੂੰ ਖੁਦ ਨੂੰ ਪਤਾ ਨਹੀਂ ਚੱਲਦਾ। ਕਈ ਵਾਰ ਇਨਸਾਨ ਕੋਈ ਦੱਸ ਦੇਵੇ ਕਿ ਭਰਾਵਾ ਤੂੰ ਇਹ ਗਲਤੀ ਕਰ ਰਿਹਾਗਾ, ਤੇ ਉਹ ਇਨਸਾਨ ਕੀ ਹੈ? ਉਹਦਾ ਦੁਸ਼ਮਣ ਬਣ ਜਾਂਦਾਗਾ। ਕਿਉਂ? ਕਿਉਂਕਿ ਜਦੋਂ ਇਨਸਾਨ ਦੇ ਅੰਦਰ ਘਮੰਡ ਆ ਜਾਂਦਾਗਾ ਤਾਂ ਘਮੰਡ ਇਨਸਾਨ ਨੂੰ ਅੰਨਾ ਕਰ ਦਿੰਦਾਗਾ। ਘਮੰਡ ਆਉਂਦਾ ਕਦੋਂ ਇਨਸਾਨ ਦੇ ਵਿੱਚ? ਕਿ ਜਦੋਂ ਉਹਦਾ ਮਾਣ ਸਨਮਾਨ ਵੱਧਦਾਗਾ, ਜਦੋਂ ਉਹਦਾ ਰੁਪਿਆ ਪੈਸਾ ਵੱਧਦਾਗਾ, ਜਦੋਂ ਉਹਦਾ ਚਾਹੇ ਕਾਰੋਬਾਰ ਵੱਧਦਾਗਾ, ਚਾਹੇ ਉਹਦਾ ਨਾਮ ਪੂਰੀ ਤਰ੍ਹਾਂ ਫੈਲ ਜਾਂਦਾਗਾ, ਫਿਰ ਉਹਦੇ ਅੰਦਰ ਕੀ ਹੈ? ਫਿਰ ਉਹਦੇ ਅੰਦਰ ਘਮੰਡ ਆਉਣਾ ਸ਼ੁਰੂ ਹੋ ਜਾਂਦਾਗਾ। ਲੇਕਿਨ ਸਹੀ ਦੇ ਵਿੱਚ ਉਸ ਨੂੰ ਕਿੱਥੇ ਪਤਾ ਚੱਲਦਾਗਾ ਕਿ ਮੈਂ ਘਮੰਡ ਕਰ ਰਿਹਾਗਾ? ਉਸ ਨੂੰ ਕਿੱਥੇ ਪਤਾ ਚੱਲਦਾਗਾ ਕਿ ਮੈਂ ਆਕੜ ਕਰਦਾਗਾ? ਲੇਕਿਨ ਸਹੀ ਦੇ ਵਿੱਚ ਜੋ ਆਕੜ ਹੈ ਇਨਸਾਨ ਦੇ ਅੰਦਰ, ਜੋ ਘਮੰਡ ਹੈ ਇਨਸਾਨ ਦੇ ਅੰਦਰ, ਉਹ ਇਨਸਾਨ ਨੂੰ ਪਤਾ ਨਹੀਂ ਚੱਲਦੀ। ਪਰ ਘਮੰਡ ਕੀ ਹੈ? ਘਮੰਡ ਤਾਂ ਇੱਕ ਐਸੀ ਚੀਜ਼ ਹੈ ਕਿ ਪਵਿੱਤਰ ਇਨਸਾਨ ਨੂੰ ਕੀ ਬਣਾਤਾ ਸੀ ਉਹਨੇ? ਸ਼ੈਤਾਨ ਬਣਾਇਆ ਸੀਗਾ। ਦੇਖੋ, ਹਾਲੇਲੂਇਆ। ਜਿਹੜਾ ਸ਼ੈਤਾਨ ਸੀਗਾ ਉਹ ਪਹਿਲਾਂ ਸ਼ੈਤਾਨ ਕਿੱਥੇ ਸੀਗਾ? ਉਹਦਾ ਪਰਮੇਸ਼ਰ ਦਾ ਵੱਲੋਂ ਬਣਾਇਆ ਇੱਕ ਪਵਿੱਤਰ ਇਨਸਾਨ ਸੀਗਾ। ਲੇਕਿਨ ਜਦ ਉਹਦੇ ਅੰਦਰ ਕੀ ਆਇਆ? ਘਮੰਡ ਆਇਆ ਤਾਂ ਕੀ ਬਣ ਗਿਆ ਉਹ? ਸ਼ੈਤਾਨ। ਉਸਨੇ ਘਮੰਡ ਕਿਹੜੀ ਗੱਲ ਦਾ ਕਰਿਆ ਸੀਗਾ? ਕਿ ਮੈਂ ਮੇਰਾ ਸਿੰਘਾਸਨ ਕੀ ਕਰਾਂ? ਮੈਂ ਮੇਰਾ ਸਿੰਘਾਸਨ ਪਰਮੇਸ਼ਰ ਦੇ ਸਿੰਘਾਸਨ ਤੋਂ ਥੋੜਾ ਉੱਪਰ ਕਰ ਲਾਂ। ਮੈਂ ਕੀ? ਮੈਂ ਹੈ ਮਤਲਬ ਮੈਂ ਮੇਰਾ ਸਿੰਘਾਸਨ ਕਰਾਂ ਉੱਪਰ। ਤੇ ਅੱਜ ਕਰ ਕੀ ਕਰਦਾ ਇਨਸਾਨ? ਅੱਜ ਵੀ ਤਾਂ ਇਹ ਕੰਮ ਕਰਦਾਗਾ। ਮੈਂ ਕਰਿਆ, ਮੈਂ ਪ੍ਰਾਰਥਨਾ ਕਰੀ, ਉਹਨੂੰ ਬੱਚਾ ਮਿਲ ਗਿਆ। ਮੈਂ ਪ੍ਰਾਰਥਨਾ ਕਰੀ, ਉਹਦੀ ਪੱਥਰੀ ਚਲੀ ਗਈ। ਮੈਂ ਪ੍ਰਾਰਥਨਾ ਕਰੀ, ਉਹਦਾ ਇਹ ਕੰਮ ਹੋ ਗਿਆ। ਮੈਂ ਇਹੀ ਕਰਦਾ ਇਨਸਾਨ। ਔਰ ਜਦੋਂ ਇਹ ਮੈਂ ਹੋਣ ਲੱਗ ਜੇ ਤੇ ਫਿਰ ਸਮਝੋ ਕੀ ਹੈ? ਫਿਰ ਉਹ ਘਮੰਡ ਆ ਜਾਂਦਾਗਾ। ਹੁਣ ਦੇਖੋ ਇਹ ਵੀ ਤਾਂ ਕਰਦੇ ਨੇ, ਮੈਂ 50 ਦਾ ਸਰਦਾਰ, ਮੈਂ ਉੱਪਰ ਜਾਵਾਂ, ਮੈਂ ਜਾ ਕੇ ਮਿਹਨਤ ਕਰਾਂ, ਮੈਂ ਜਾ ਕੇ ਤਰਲੇ ਕਰਾਂ, ਮੈਂ ਜਾ ਕੇ ਬੇਨਤੀ ਕਰਾਂ। ਹੋਇਆ ਕੀ? ਨਾਸ ਹੋ ਗਿਆ, ਨਾਸ ਹੋ ਗਿਆ ਉਹਦਾ। ਲੇਕਿਨ ਸਹੀ ਦੇ ਵਿੱਚ ਇਨਸਾਨ ਨੂੰ ਪਤਾ ਕਿੱਥੇ ਚੱਲਦਾਗਾ ਕਿ ਇਨਸਾਨ ਹੈ ਜੋ ਉਹ ਇਨਸਾਨ ਹੈ ਜੋ ਮਤਲਬ ਘਮੰਡ ਉਹਦੇ ਅੰਦਰ, ਉਸਨੂੰ ਖੁਦ ਨੂੰ ਪਤਾ ਨਹੀਂ ਚੱਲਦਾ। ਲੇਕਿਨ ਜੇ ਕੋਈ ਕਹਿ ਦੇਵੇ ਤਾਂ ਫਿਰ ਉਹਦੇ ਨਾਲ ਆਖਣਾ ਸ਼ੁਰੂ। ਕਿਹੜੀ ਗੱਲ ਘਮੰਡ ਵਾਲੀ ਦੇ ਵਿੱਚ? ਦੱਸ ਕਿਹੜੀ ਗੱਲ ਹੈ? ਮਤਲਬ ਜਿਹੜੀ ਨਮਰਤਾ ਪਰਮੇਸ਼ਰ ਦੇਖਣਾ ਚਾਹੁੰਦੇ ਨੇ ਉਹ ਇਨਸਾਨ ਦੇ ਅੰਦਰ ਨਮਰਤਾ ਨਹੀਂ ਹੈ। ਇੱਕ ਵਾਰ ਆਪਾਂ ਵਚਨ ਦੇ ਵਿੱਚ ਕਈ ਵਾਰ ਪੜਿਆਗਾ ਨਮਾਨ ਕੁੜੀ ਦੇ ਬਾਰੇ। ਨਮਾਨ ਕੁੜੀ ਕੌਣ ਸੀ? ਕੋਈ ਦੱਸ ਸਕਦਾ ਹੈਗਾ? ਕਿਹੜਾ ਰਾਜਾ ਸੀਗਾ? ਆਰਾਮ ਦਾ ਰਾਜਾ। ਉਹਦਾ ਸੈਨਾਪਤੀ ਸੀਗਾ। ਹੁਣ ਉਹਨੇ ਕਈ ਸਾਰੀਆਂ ਲੜਾਈਆਂ ਲੜੀਆਂ ਸੀਗੀਆਂ ਔਰ ਉਹਦਾ ਵੀ ਨਾਮ ਬਹੁਤ ਫੈਲਿਆ ਹੋਇਆ ਸੀਗਾ। ਉਹ ਵੀ ਕਾਫੀ ਸੂਰਬੀਰ ਸੀਗਾ, ਕਾਫੀ ਨਾਮ ਫੈਲਿਆ ਸੀਗਾ ਉਹਦਾ। ਲੇਕਿਨ ਜਦ ਉਸਨੂੰ ਉਹਦੇ ਸਰੀਰ ਵਿੱਚ ਕੀ ਸੀਗਾ? ਕੋੜ ਸੀਗਾ। ਹੁਣ ਦੇਖੋ ਇੰਨਾ ਨਾਮ ਦਾ ਨਾਮ, ਇੰਨਾ ਰੁਪਿਆ ਪੈਸਾ, ਇੰਨੀ ਇੱਜ਼ਤ, ਲੇਕਿਨ ਜਦ ਉਹ ਲੋਕਾਂ ਸਾਹਮਣੇ ਆਉਂਦਾ ਹੋਊਗਾ ਤਾਂ ਲੋਕ ਦੇਖ ਕੇ ਕੀ ਕਰਦੇ ਹੋਣਗੇ? ਕੈਸਾ ਇਨਸਾਨ ਹੈ ਯਾਰ, ਚਿੱਟਾ ਜਿਹਾ ਲੱਗਦਾ ਹੈ ਦੇਖਣ ਨੂੰ, ਬੁਰਾ ਲੱਗਦਾ ਦੇਖਣ ਨੂੰ ਚਿੱਟਾ। ਹਾਂ ਵੈਸੇ ਕੋਈ ਇਨਸਾਨ ਖੂਬਸੂਰਤ ਹੈ ਉਹ ਤਾਂ ਗੱਲ ਚੰਗੀ ਹੈ। ਕੋਈ ਵੈਸੇ ਚਿੱਟਾ ਹੈਗਾ, ਮੈਨੂੰ ਕਿਸੇ ਨਾਲ ਜਲਨ ਨਹੀਂ ਹੈ ਜੇ ਤੁਸੀਂ ਚਿੱਟੇ ਹੋ ਸਾਰੇ, ਹਨਾ। ਲੇਕਿਨ ਜੇ ਕੋਈ ਚਿੱਟਾ ਹੈਗਾ,
ਇੱਕ ਤਾਂ ਵੈਸੇ ਗੋਰਾ ਹੋਵੇ, ਚਮੜੀ ਗੋਰੀ ਹੋਵੇ ਤਾਂ ਗੱਲ ਠੀਕ ਹੈ, ਲੇਕਿਨ ਕੋਈ ਚਿੱਟਾ ਹੋਵੇ, ਉਹ ਐਸਾ ਸੀਗਾ ਨਮਾਨ ਕੋੜੀ। ਲੇਕਿਨ ਜਦੋਂ ਤੁਹਾਨੂੰ ਲੋਕ ਦੇਖਦੇ ਹੋਣਗੇ ਉਸਦੇ ਕੋਲ ਕੋਈ ਜਾਂਦਾ ਨਹੀਂ ਹੋਣਾ, ਹਾਂ ਮਾਨ ਸਨਮਾਨ ਕਰਦੇ ਹੋਣਗੇ ਦੂਰ ਦੂਰ ਤੋਂ ਦਾ, ਲੇਕਿਨ ਉਹ ਆਪਣੀ ਸਮੱਸਿਆ ਤੋਂ, ਆਪਣੀ ਪਰੇਸ਼ਾਨੀ ਤੋਂ ਕਾਫੀ ਦੁਖੀ ਸੀਗਾ। ਲੇਕਿਨ ਜਦ ਉਸਨੂੰ ਇੱਕ ਲੜਕੀ ਨੇ ਦੱਸਿਆ ਕਿ ਤੂੰ ਅਗਰ ਮੇਰੇ ਦੇਸ਼ ਵਿੱਚ ਜਾਏ ਤਾਂ ਉੱਥੇ ਤੂੰ ਚੰਗਾ ਹੋ ਸਕਦਾ ਹੈਗਾ। ਹੁਣ ਦੇਖੋ ਨਮਾਨ ਕੋੜੀ ਸੀਗਾ, ਉਹ ਚੰਗਾ ਹੋਣ ਦੇ ਲਈ ਉੱਥੇ ਚਲਾ ਗਿਆ ਔਰ ਆਪਣੇ ਨਾਲ ਬਹੁਤ ਸਾਰਾ ਮਾਲ ਪਸ਼ੂ ਲੈ ਗਿਆ, ਰੁਪਇਆ ਪੈਸਾ ਲੈ ਗਿਆ, ਸੋਨਾ ਚਾਂਦੀ ਲੈ ਗਿਆ, ਕੱਪੜੇ ਲੈ ਗਿਆ, ਆਪਣੇ ਨਾਲ ਸੈਨਾ ਲੈ ਕੇ ਗਿਆ। ਤੇ ਜਦ ਉੱਥੇ ਪਹੁੰਚਿਆ ਤਾਂ ਉੱਥੇ ਹੋਇਆ ਕੀ, ਆਪਾਂ ਵਚਨ ਦੇ ਵਿੱਚ ਦੇਖਾਂਗੇ। ਨਿਆਂਇਆਂ ਹਾਂ ਧਿਆਨ ਨਾਲ ਸੁਣਦੇ ਹੋ ਨਾ। ਦੂਜਾ ਰਾਜਾ, ਪ੍ਰਭੂ ਤੁਹਾਨੂੰ ਆਸ਼ੀਸ਼ ਦੇਵੇ। ਦੂਜਾ ਰਾਜਾ ਉਹਦਾ 5 ਅਧਿਆਇ ਆਪਾਂ ਪੜਾਂਗੇ ਉਹਦੇ 12 ਵਚਨ ਤੋਂ। ਕੀ ਦਮਿਸ਼ਕ ਦੀਆਂ ਨਦੀਆਂ ਅਬਾਨਾ ਤੇ ਫਰਫਰ ਇਸਰਾਇਲ ਦੀਆਂ ਸਾਰੀਆਂ ਨਦੀਆਂ ਤੋਂ ਚੰਗੀਆਂ ਨਹੀਂ ਹਨ? ਭਲਾ ਮੈਂ ਉਹਨਾਂ ਵਿੱਚ ਨਹਾ ਕੇ ਸ਼ੁੱਧ ਨਾ ਹੋ ਸਕਦਾ ਹਾਂ? ਸੋ ਉਹ ਮੁੜਿਆ ਤੇ ਗੁੱਸੇ ਨਾਲ ਚੜਿਆ ਗਿਆ। ਦੇਖੋ ਇੱਥੇ ਕੀ ਹੋਇਆ, ਇਹ ਵੀ ਇੱਕ ਬਹੁਤ ਬੜਾ ਸੈਨਾਪਤੀ ਹੈ, ਇਹਦੇ ਵੀ ਕਾਫੀ ਰੁਪਇਆ ਪੈਸਾ ਹੈਗਾ, ਕਾਫੀ ਮਾਨ ਸਨਮਾਨ ਇਹਦਾ ਵੀ, ਲੋਕ ਇਹਨੂੰ ਸਲੂਟ ਕਰਦੇ ਨੇ। ਲੇਕਿਨ ਜਦ ਪਰਮੇਸ਼ਰ ਦੇ ਦਾਸ ਨੇ ਕਿਹਾ ਭਰਾਵਾ ਏਦਾਂ ਕਰ, ਜੇ ਬਚਣਾ ਚਾਹੁੰਦਾ ਤੂੰ, ਉਹਦਾ ਮਿਲਣ ਦੇ ਲਈ ਨਹੀਂ ਆਇਆ, ਆਪਣੇ ਨੌਕਰ ਨੂੰ ਭੇਜਿਆ ਉਸਨੇ, ਆਪਣੇ ਦਾਸ ਨੂੰ, ਕਿ ਜਾ ਕੇ ਉਹਨੂੰ ਕਹਿ ਦੇ ਕਿ ਜਾਂ ਤਾਂ ਨਦੀ ਵਿੱਚ ਜਾ ਕੇ ਕੀ ਕਰ, ਜਾ ਕੇ 7 ਗੋਤੇ ਮਾਰ ਲੈ, ਤੂੰ ਚੰਗਾ ਹੋ ਜਾਏਗਾ। ਹੁਣ ਦੇਖੋ ਇਹਦੇ ਅੰਦਰ ਗੁੱਸੇ ਨਾਲ ਭਾ ਗਿਆ ਪੂਰੀ ਤਰ੍ਹਾਂ, ਇਹਦੇ ਅੰਦਰ ਤਾਂ ਬਹੁਤ ਗੁੱਸਾ ਆ ਗਿਆ। ਔਰ ਕੀ ਕਹਿੰਦਾ ਕਿ ਮੇਰੇ ਦੇਸ਼ ਦੇ ਵਿੱਚ, ਹਾਂ ਇੱਕ ਵਾਰ ਫਿਰ ਪੜੋ 12 ਨੂੰ। ਕੀ ਦਮਿਸ਼ਕ ਦੀਆਂ ਨਦੀਆਂ, ਦੇਖੋ ਦਮਿਸ਼ਕ ਦੀਆਂ ਨਦੀਆਂ ਅਬਾਨਾ ਤੋਂ ਅਬਾਨਾ ਤੇ ਫਰਫਰ ਇਸਰਾਇਲ ਦੀਆਂ ਸਾਰੀਆਂ ਨਦੀਆਂ ਤੋਂ ਚੰਗੀਆਂ ਨਹੀਂ ਹਨ। ਦੇਖੋ ਇਹਦਾ ਮਤਲਬ ਇਹਦੇ ਦੇਸ਼ ਵਿੱਚ ਨਦੀਆਂ ਸੀਗੀਆਂ, ਔਰ ਉਹ ਨਦੀਆਂ ਕੋਈ ਐਸੀਆਂ ਵੈਸੀਆਂ ਨਹੀਂ ਸੀਗੀਆਂ, ਉਹ ਨਦੀਆਂ ਤਾਂ ਇਹਨਾਂ ਨਦੀਆਂ ਨਾਲੋਂ ਚੰਗੀਆਂ ਸੀਗੀਆਂ। ਇਹਦਾ ਮਤਲਬ ਜੋ ਇਹ ਯਰਦਨ ਨਦੀ ਸੀ ਉਹਦੇ ਵਿੱਚ ਤਾਂ ਕਾਫੀ ਗੰਦਗੀ ਹੋਊਗੀ, ਕਾਫੀ ਉਹਦਾ ਪਾਣੀ ਗੰਦਾ ਹੋਊਗਾ, ਜਿਹਦੇ ਕਰਕੇ ਇਸ ਨੂੰ ਲੱਗਿਆ ਲੈ ਉੱਥੇ ਜਾ ਕੌਣ ਨਾ ਆਵੇ, ਉਹਦਾ ਪਾਣੀ ਗੰਦਾ ਗਾ ਉਹਦਾ। ਲੇਕਿਨ ਉਸਨੇ ਕੀ ਕਿਹਾ, 7 ਗੋਤੇ ਮਾਰਨੇ ਨੇ, 7 ਚੁੱਭੀਆਂ ਮਾਰਨੀਆਂ ਤਾਂ ਫਿਰ ਤੇਰਾ ਕੋਟ ਜਾਊਗਾ। ਲੇਕਿਨ ਇਹ ਕੀਗਾ, ਗੁੱਸਾ ਹੋ ਗਿਆ, ਮੈਂ ਨਹੀਂ ਨਹਾਉਂਦਾ ਨੂੰ ਉੱਥੇ ਜਾ ਕੇ, ਮਤਲਬ ਆਪਣੀ ਆਕੜ ਨਹੀਂ ਛੱਡਦਾ, ਉਹ ਆਪਣਾ ਮਾਨ ਸਨਮਾਨ ਨਹੀਂ ਛੱਡਣਾ ਚਾਹੁੰਦਾ, ਨਿਮਣਾ ਨਹੀਂ ਚਾਹੁੰਦਾ ਪਰਮੇਸ਼ਵਰ ਦੇ ਅੱਗੇ, ਝੁਕਣਾ ਨਹੀਂ ਚਾਹੁੰਦਾ ਪਰਮੇਸ਼ਵਰ ਦੇ ਅੱਗੇ, ਆਪਣੀ ਆਕੜ ਦੇ ਵਿੱਚ ਰਿਹਾ, ਆਪਣੇ ਕਮਾਂਡ ਦੇ ਵਿੱਚ ਰਿਹਾ। ਲੇਕਿਨ ਜਦ ਗੁੱਸੇ ਨਾਲ ਵਾਪਸ ਜਾ ਰਿਹਾ ਉੱਥੋਂ, ਤਾਂ ਉੱਥੇ ਇੱਕ ਸਿਪਾਹੀ ਸੀਗਾ, ਉਹ ਸਮਝਦਾਰ ਸੀਗਾ, ਉਸਨੇ ਕਿਹਾ ਕਿ ਰਾਜਾ ਜੀ ਸਵਾਮੀ, ਜੇ ਤੈਨੂੰ ਇਹ ਪਰਮੇਸ਼ਵਰ ਦਾ ਜਾਨ ਕੋਈ ਔਖਾ ਕੰਮ ਕਹਿ ਦਿੰਦਾ, ਅਗਰ ਤੈਨੂੰ ਕਹਿ ਦਿੰਦਾ ਭਰਾਵਾ ਤੂੰ 7 ਵਾਰ ਪਹਾੜ ਦੇ ਉੱਪਰ ਚੜਨਾਗਾ, 7 ਵਾਰ ਪਹਾੜ ਦੇ ਉੱਪਰੋਂ ਥੱਲੇ ਉਤਰਨਾਗਾ, ਤੇ ਕੀ ਤੂੰ ਨਾ ਕਰਦਾ? ਤੂੰ ਤਾਂ ਕਰਦਾ, ਕਿਉਂ? ਉਹ ਔਖਾ ਕੰਮ ਸੀਗਾ। ਲੇਕਿਨ ਤੈਨੂੰ ਸੌਖਾ ਕੰਮ ਕਿਹਾ ਉਹਨੇ, ਤੂੰ ਸੌਖਾ ਕੰਮ ਤਾਂ ਕਰ ਸਕਦਾਗਾ। ਤੇ ਦੇਖੋ ਉਸਨੂੰ ਸਮਝ ਆਈ ਵੀ ਅਗਰ ਮੈਂ ਚੰਗਾ ਹੋਵਾਂਗਾ ਤਾਂ ਮੈਨੂੰ ਮੇਰਾ ਹੰਕਾਰ ਛੱਡਣਾ ਪਏਗਾ, ਮੈਨੂੰ ਗੰਦੀ ਨਦੀ ਦੇ ਵਿੱਚ ਜਾ ਕੇ ਗੋਤੇ ਮਾਰਨੇ ਪੈਣਗੇ। ਤਾਂ ਦੇਖੋ ਜਦੋਂ 7 ਗੋਤੇ ਮਾਰੇ ਤਾਂ ਬਾਈਬਲ ਦੇ ਵਿੱਚ ਲਿਖਿਆ ਹੈਗਾ ਉਹਦਾ ਸਰੀਰ ਬਿਲਕੁਲ ਸਾਫ਼ ਹੋ ਗਿਆ, ਇੱਕ ਨਵਾਂ ਬੱਚਾ ਹੁੰਦਾ ਜਿਵੇਂ, ਉਹਦੇ ਸਰੀਰ ਵਰਗਾ ਉਹਦਾ ਸਰੀਰ ਹੋ ਗਿਆ। ਦੇਖੋ ਜਦੋਂ ਇਨਸਾਨ ਆਪਣੀ ਆਕੜ ਛੱਡਦਾ ਹੈਗਾ, ਜਦੋਂ ਇਨਸਾਨ ਆਪਣਾ ਘਮੰਡ ਛੱਡਦਾ ਹੈਗਾ, ਜਦੋਂ ਇਨਸਾਨ ਆਪਣਾ ਕੀ ਛੱਡਦਾ ਹੈਗਾ, ਆਪਣਾ ਕਠੋਰਪਣਾ ਛੱਡਦਾ ਹੈਗਾ, ਤਾਂ ਫਿਰ ਕੀ ਹੁੰਦਾ ਹੈਗਾ, ਪਰਮੇਸ਼ਰ ਉਸਦੇ ਜੀਵਨ ਦੇ ਵਿੱਚ ਕੰਮ ਕਰਦੇ ਨੇ। ਹੁਣ ਜੇ ਆਕੜ ਵਿੱਚ ਰਹਿ ਜਾਂਦਾ, ਆਪਣੇ ਘਮੰਡ ਵਿੱਚ, ਆਪਣੇ ਹੰਕਾਰ ਵਿੱਚ ਰਹਿ ਜਾਂਦਾ, ਤਾਂ ਉਹਦੇ ਜੀਵਨ ਦੇ ਵਿੱਚ ਕਦੇ ਵੀ ਕੰਮ ਹੋਣ ਵਾਲਾ ਨਹੀਂ ਸੀਗਾ, ਹੋਣ ਵਾਲਾ ਨਹੀਂ ਸੀਗਾ। ਔਰ ਸਹੀ ਦੇ ਵਿੱਚ ਸਾਡੇ ਪਰਮੇਸ਼ਵਰ ਉਹ ਤਾਂ ਇਨਸਾਨ ਨੂੰ ਬਚਾਉਣਾ ਚਾਹੁੰਦੇ ਨੇ, ਉਹ ਇਨਸਾਨ ਨੂੰ ਛੁਡਾਉਣਾ ਚਾਹੁੰਦੇ ਨੇ। ਸਾਰੇ ਬੋਲੋ ਹਾਲੇਲੂਇਆ। ਲੇਕਿਨ ਇਨਸਾਨ ਜ਼ਿਆਦਾਤਰ ਕੀ ਸੋਚਦਾ ਗਾ ਕਿ ਮੇਰਾ ਮਾਨ ਸਨਮਾਨ, ਮੇਰਾ ਰੁਤਬਾ। ਵਚਨ ਦੇ ਵਿੱਚ ਪੜਾਂਗੇ ਆਪਾਂ ਰਸੂਲਾਂ ਦੇ ਕਰਤੱਵ ਉਹਦਾ 12 ਅਧਿਆਇ, ਰਸੂਲਾਂ ਦੇ ਕਰਤੱਵ ਉਹਦਾ 12 ਅਧਿਆਇ। ਇੱਥੇ ਵੀ ਇੱਕ ਰਾਜਾ ਸੀਗਾ, ਹੈਰੋਦੇਸ ਦਾ ਨਾਮ ਦਾ ਰਾਜਾ ਸੀਗਾ, ਜੋ ਜਦ ਉਸਦੇ ਕੋਲ ਕੁਝ ਲੋਕ ਮਿਲਣ ਦੇ ਲਈ ਉਸਨੂੰ ਆਏ, ਤਾਂ ਜਦ ਲੋਕ ਉਸਨੂੰ ਮਿਲਣ ਦੇ ਲਈ ਆਏ ਤਾਂ ਉਸ ਤੋਂ ਬਾਅਦ ਹੋਇਆ ਕੀ, ਆਪਾਂ ਵਚਨ ਦੇ ਵਿੱਚ ਪੜਾਂਗੇ 12:21 ਤੋਂ ਪੜੋ। ਹੈਰੋਦੇਸ ਇੱਕ ਮਿਟੇ ਹੋਏ ਦਿਨ ਨੂੰ ਰਾਜ ਵਸਤਰ ਪਹਿਨ ਕੇ ਅਦਾਲਤ ਦੇ ਸਿੰਘਾਸਨ ਉੱਤੇ ਬੈਠਾ ਔਰ ਉਹਨਾਂ ਦੇ ਅੱਗੇ ਬੋਲਣ ਲੱਗਾ, ਅਤੇ ਲੋਕ ਉੱਚੀ ਦੇ ਕੇ ਬੋਲ ਉੱਠੇ, ਭਾਈ ਇਹ ਤਾਂ ਦਿਉਤੇ ਦੀ ਆਵਾਜ਼ ਹੈ। ਹਾਂ ਦੇਖੋ, ਜਦ ਉਹ ਰਾਜਾ ਆਪਣੇ ਵਸਤਰ ਪਾ ਕੇ ਉਹਦਾ ਰਾਜ ਸਿੰਘਾਸਨ ਉੱਤੇ ਬੈਠਾਗਾ, ਜਦ ਉਹਨੇ ਬੋਲਣਾ ਸ਼ੁਰੂ ਕੀਤਾ ਤਾਂ ਜਿਹੜੇ ਲੋਕ ਉਸਨੂੰ ਸੁਣਦੇ ਸੀਗੇ ਉਹ ਬੜੇ ਖੁਸ਼ ਹੋਏ,
ਇਹ ਰਾਜਾ ਨਹੀਂ ਬੋਲਦਾ, ਇਹ ਤਾਂ ਕੋਈ ਇਨਸਾਨ ਨਹੀਂ ਬੋਲਦਾ, ਇਹ ਤਾਂ ਕਿਸੇ ਦੇਵਤੇ ਦੀ ਆਵਾਜ਼ ਹੈ, ਇਹ ਤਾਂ ਕੋਈ ਦੇਵਤਾ ਬੋਲ ਜਾਏਗਾ। ਫਿਰ ਅੱਗੇ ਇਹ ਕੋਈ ਦੇਵਤੇ ਦੀ ਆਵਾਜ਼ ਹੈ, ਮਨੁੱਖ ਦੀ ਨਹੀਂ। ਤਾਂ ਉਵੇਂ ਪ੍ਰਭੂ ਦੇ ਇੱਕ ਦੂਤ ਨੇ ਉਹਨੂੰ ਮਾਰਿਆ, ਇਸ ਲਈ ਜੋ ਉਹਨੇ ਪਰਮੇਸ਼ਵਰ ਦੀ ਵਡਿਆਈ ਨਾ ਕੀਤੀ ਅਤੇ ਕੀੜੇ ਪੈ ਕੇ ਮਰ ਗਿਆ। ਸਾਰੇ ਬੋਲੋ ਹਾਲੇਲੂਇਆ। ਦੇਖੋ ਪਰਮੇਸ਼ਵਰ ਇਨਸਾਨ ਨੂੰ ਮਾਣ ਸਨਮਾਨ ਦਿੰਦੇ ਨੇ, ਪਰਮੇਸ਼ਵਰ ਇਨਸਾਨ ਨੂੰ ਉੱਚਾ ਕਰਦੇ ਨੇ, ਉਹਦਾ ਨਾਮ ਫੈਲਦਾਗਾ, ਉਹਦਾ ਕਾਰੋਬਾਰ ਫੈਲਦਾਗਾ। ਇਨਸਾਨ ਨੂੰ ਪਰਮੇਸ਼ਵਰ ਮਤਲਬ ਬਿਮਾਰੀ ਵਿੱਚੋਂ ਕੱਢ ਕੇ ਚੰਗਾਈ ਵਿੱਚ ਲੈ ਕੇ ਆਉਂਦੇ ਨੇ, ਗਰੀਬੀ ਵਿੱਚੋਂ ਕੱਢ ਕੇ ਪਰਮੇਸ਼ਵਰ ਉਚਾਈ ਵਿੱਚ ਲੈ ਕੇ ਆਉਂਦੇ ਨੇ। ਲੇਕਿਨ ਜਦ ਇਨਸਾਨ ਪਰਮੇਸ਼ਵਰ ਨੂੰ ਮਹਿਮਾ ਨਹੀਂ ਦਿੰਦਾ, ਆਪਣੇ ਆਪ ਨੂੰ ਉੱਪਰ ਕਰਦਾਗਾ, ਤਾਂ ਫਿਰ ਪਰਮੇਸ਼ਵਰ ਦਾ ਕ੍ਰੋਧ ਭੜਕਦਾਗਾ। ਹੁਣ ਦੇਖੋ ਇੱਥੇ ਇਹ ਰਾਜੇ ਦਾ ਜਦ ਹੋਇਆ ਕਿ ਰਾਜਾ ਨਹੀਂ ਬੋਲਦਾ, ਕੋਈ ਇਨਸਾਨ ਨਹੀਂ ਬੋਲਦਾ, ਲੇਕਿਨ ਬੋਲਣ ਵਾਲਾ ਕੌਣ ਹੈ? ਤਾਂ ਕੋਈ ਦੇਵਤਾ ਗਾ। ਲੇਕਿਨ ਇਹਦਾ ਫਰਜ਼ ਕੀ ਸੀਗਾ? ਨਹੀਂ ਭਰਾਵਾ, ਮੈਂ ਤਾਂ ਇਨਸਾਨ ਹੀ ਹਾਂ, ਮੇਰੇ ਉੱਪਰ ਕਿਰਪਾ ਹੀ ਪਰਮੇਸ਼ਵਰ ਦੀ ਹੈ, ਇਦਾਂ ਬੋਲ ਸਕਦਾ ਸੀਗਾ ਇਹ। ਲੇਕਿਨ ਇਹ ਤਾਂ ਖੁਸ਼ ਹੋ ਗਿਆ ਕਿ ਮੈਂ ਪਰਮੇਸ਼ਵਰ, ਮੈਂ ਦੇਵਤਾ। ਔਰ ਲਿਖਾ ਬਾਈਬਲ ਦੇ ਵਿੱਚ ਕਿ ਉਸੇ ਘੜੀ ਕੀ ਹੋਇਆ, ਦੇ ਵਿੱਚੋਂ ਕੀੜੇ ਨਿਕਲੇ ਜਿਹੜੇ ਸਰੀਰ ਨੂੰ ਖਾ ਗਏ, ਨਾਸ ਹੋ ਗਿਆ। ਦੇਖੋ ਇਨਸਾਨ ਦੇ ਅੰਦਰ ਘਮੰਡ, ਦੇਖੋ ਇਨਸਾਨ ਦੇ ਅੰਦਰ ਹੰਕਾਰ, ਆਕੜ ਉਹਦੇ ਅੰਦਰ ਕਿ ਉਹ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਨੀਵਾਂ ਨਹੀਂ ਕਰਨਾ ਚਾਹੁੰਦਾ, ਆਪਣੇ ਆਪ ਨੂੰ ਪਰਮੇਸ਼ਵਰ ਦੇ ਅਧੀਨ ਨਹੀਂ ਕਰਨਾ ਚਾਹੁੰਦਾ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਕਈ ਵਾਰ ਕੀ ਹੁੰਦਾਗਾ, ਕਲੀਸਿਆ ਦੀ ਗੱਲ ਕਰੀਏ, ਕਲੀਸਿਆ ਦੇ ਵਿੱਚ ਪਰਮੇਸ਼ਵਰ ਕਿਸੇ ਦਾ ਇਸਤੇਮਾਲ ਕਰਨਾ ਸ਼ੁਰੂ ਕਰੇ ਤੇ ਫਿਰ ਉਹ ਆਪਣੇ ਸੇਵਕ ਨੂੰ ਸੇਵਕ ਨਹੀਂ ਸਮਝਦਾ। ਹੁਣ ਇਹਦੀ ਜ਼ਰੂਰਤ ਖਤਮ। ਹੁਣ ਕੀ ਹੈ? ਹੁਣ ਮੈਂ ਵੀ ਪ੍ਰਾਰਥਨਾ ਕਰਦਾਂਗਾ, ਤੁਸੀਂ ਮੇਰੇ ਲਈ ਆਇਓ, ਮੈਂ ਪ੍ਰਾਰਥਨਾ ਕਰੂੰਗਾ, ਤੁਸੀਂ ਮੈਨੂੰ ਬੁਲਾਇਓ, ਮੈਂ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ ਤੇ ਮੇਰੀ ਪ੍ਰਾਰਥਨਾ ਪਰਮੇਸ਼ਵਰ ਸੁਣਦਾਗਾ ਤੇ ਤੁਹਾਡੇ ਜੀਵਨ ਦੇ ਵਿੱਚ ਕੰਮ ਹੋ ਜਾਏਗਾ। ਹੁਣ ਉਹਦੇ ਲਈ ਜਾਣ ਦੀ ਜ਼ਰੂਰਤ ਨਹੀਂ ਹੈ, ਹੁਣ ਏਦਾਂ ਕਰਨ ਦੀ ਜ਼ਰੂਰਤ ਨਹੀਂ ਹੈ। ਮੈਂ ਇੱਥੇ ਕਲੀਸਿਆ ਦੀ ਗੱਲ ਨਹੀਂ ਕਰਦਾ, ਇਹ ਕਲੀਸਿਆ ਦੇ ਲੋਕ ਚੰਗੇ ਨੇ। ਮੈਂ ਜ਼ਿਆਦਾਤਰ ਗੱਲ ਦੱਸਦਾਂਗਾ ਕਿ ਜਦ ਇਸਦਾ ਇਸਤੇਮਾਲ ਹੋਣਾ ਸ਼ੁਰੂ ਹੋ ਜਾਏ, ਜਦ ਕਿਸੇ ਇਨਸਾਨ ਦਾ ਸੁਣੋ ਧਿਆਨ ਦੇ ਨਾਲ, ਜਦ ਕਿਸੇ ਇਨਸਾਨ ਦਾ ਇਸਤੇਮਾਲ ਸ਼ੁਰੂ ਹੋ ਜਾਏ ਤਾਂ ਇਨਸਾਨ ਕੀ ਹੈ? ਉਸ ਦੇ ਅੰਦਰ ਗੜਬੜੀ ਹੋ ਜਾਂਦੀ ਹੈ। ਹੁਣ ਤਾਂ ਪਰਮੇਸ਼ਵਰ ਮੇਰੀ ਸੁਣਦਾਗਾ, ਹੁਣ ਤਾਂ ਪਰਮੇਸ਼ਵਰ ਮੇਰੇ ਨਾਲ ਗੱਲ ਕਰਦਾਗਾ, ਹੁਣ ਤਾਂ ਪਰਮੇਸ਼ਵਰ ਮੈਨੂੰ ਵਚਨ ਸਿਖਾਉਂਦਾਗਾ, ਹੁਣ ਤਾਂ ਮੈਂ ਆਪਣੇ ਵਚਨ ਦੇ ਵਿੱਚ ਕੋਈ ਵਚਨ ਕੱਢ ਕੇ ਮੈਂ ਪੜ੍ਹਾ ਸਕਦਾਗਾ, ਮੈਂ ਸਿਖਾ ਸਕਦਾਗਾ। ਹੁਣ ਮੈਨੂੰ ਕਿਹੜੇ ਸਿਸਟਮ ਦੀ ਜ਼ਰੂਰਤ ਹੈ? ਹੁਣ ਮੈਨੂੰ ਕਿਹੜਾ ਕਿਸੇ ਪਾਸਟਰ ਦੀ ਜ਼ਰੂਰਤ ਹੈ? ਹੁਣ ਤਾਂ ਪਰਮੇਸ਼ਵਰ ਮੇਰੇ ਨਾਲ ਕੀ ਹੈ? ਗੱਲ ਕਰਦਾਗਾ। ਸਾਰੇ ਬੋਲੋ ਹਾਲੇਲੂਇਆ। ਜ਼ਿਆਦਾਤਰ ਇਨਸਾਨ ਕੀ ਹੈ? ਫਿਰ ਘਮੰਡ ਦੇ ਵਿੱਚ ਆ ਜਾਂਦਾਗਾ, ਘਮੰਡ ਦੇ ਵਿੱਚ। ਫਿਰ ਜਦ ਘਮੰਡ ਦੇ ਵਿੱਚ ਆ ਜਾਂਦਾਗਾ ਤੇ ਫਿਰ ਇਨਸਾਨ ਨੂੰ ਜਿੰਨਾ ਮਰਜ਼ੀ ਸਮਝਾਓ, ਜਿੰਨਾ ਮਰਜ਼ੀ ਰੋਕੋ, ਫਿਰ ਉਹ ਰੁਕਦਾ ਨਹੀਂ ਹੈ। ਫਿਰ ਉਸਨੂੰ ਸਿਖਾਉਣ ਵਾਲਾ ਵੀ, ਉਸਨੂੰ ਸਮਝਾਉਣ ਵਾਲਾ ਵੀ ਉਸ ਦਾ ਵੈਰੀ ਲੱਗਦਾਗਾ। ਇਹ ਹੁਣ ਤੇ ਜਲਦਾਗਾ, ਪਰਮੇਸ਼ਵਰ ਨੇ ਮੇਰੀ ਪ੍ਰਾਰਥਨਾ ਸੁਣੀ, ਪੁਰਾਣੇ ਘਰ ਦੇ ਵਿੱਚ ਕੰਮ ਕੀਤਾ, ਹੁਣ ਇਹਨੂੰ ਜਲਨ ਹੁੰਦੀ ਹੈ ਮੇਰੇ ਦੁਆਰਾ ਕਿ ਪਰਮੇਸ਼ਵਰ ਮੇਰਾ ਇਸਤੇਮਾਲ ਕਰਦਾਗਾ। ਲੇਕਿਨ ਸਹੀ ਦੇ ਵਿੱਚ ਪਰਮੇਸ਼ਵਰ ਉਦਾਸ ਇਹ ਦੇਖਦਾਗਾ ਕਿ ਭਰਾਵਾ ਤੇਰੇ ਅੰਦਰ ਘਮੰਡ ਆ ਰਿਹਾਗਾ, ਤੇਰੇ ਅੰਦਰ ਹੰਕਾਰ ਦੀਆਂ ਗੱਲਾਂ ਆ ਰਹੀਆਂ ਨੇ, ਤੂੰ ਤਾਂ ਆਕੜ ਦੇ ਵਿੱਚ ਫਿਰ ਰਿਹਾਗਾ। ਲੇਕਿਨ ਸੱਚਮੁੱਚ ਪਰਮੇਸ਼ਵਰ ਜੋ ਉਹਦਾ ਘਮੰਡੀਆਂ ਦਾ, ਹੰਕਾਰੀਆਂ ਦਾ ਸਾਹਮਣਾ ਕਰਨ ਵਾਲੇ ਪਰਮੇਸ਼ਵਰ ਨੇ। ਠੀਕ ਹੈ, ਪਰਮੇਸ਼ਵਰ ਤੇਰਾ ਇਸਤੇਮਾਲ ਕਰਦਾਗਾ, ਲੇਕਿਨ ਤੂੰ ਨਮਰ ਰਹਿ ਪਰਮੇਸ਼ਵਰ ਅੱਗੇ। ਆਪਾਂ ਬਚਨ ਦੇ ਵਿੱਚ ਦੇਖਾਂਗੇ ਗਿਣਤੀ ਉਹਦਾ 16 ਦੀ ਆਈ। ਪੜੋ 1 ਤੋਂ 3 ਤੱਕ। ਕਹਾਤ ਦੇ ਪੋਤੇ ਵਿਸਹਾਰ ਦੇ ਪੁੱਤਰ ਕੋਰਹ ਲੇਵੀ ਨੇ ਅਤੇ ਅਲੀਆਬ ਦੇ ਪੁੱਤਰਾਂ ਦਾ ਥਾਨ ਅਤੇ ਅਬੀਰਾਮ ਨੇ ਅਤੇ ਸਲਤ ਦੇ ਪੁੱਤਰ ਉਹਨਾਂ ਨੇ ਜਿਹੜੇ ਰੂਬੇਨੀ ਸਨ ਮਨੁੱਖਾਂ ਨੂੰ ਨਾਲ ਲਿਆ। ਇੱਥੇ ਦੇਖੋ 4 ਲੋਕ ਸੀਗੇ, 4 ਲੋਕ ਹੋ ਗਏ। ਫਿਰ ਅੱਗੇ ਦੇਖੋ ਉਹ ਅਤੇ ਇਸਰਾਏਲੀਆਂ ਵਿੱਚੋਂ 250 ਮਨੁੱਖ ਜਿਹੜੇ ਮੰਡਲੀ ਦੇ ਪ੍ਰਧਾਨ ਅਤੇ ਮੰਡਲੀ ਦੇ ਚੁਣਵੇ ਅਤੇ ਨਾਮੀ ਸਨ, ਮੂਸਾ ਅੱਗੇ ਉੱਠੇ। 250 ਲੋਕ। ਦੇਖੋ ਇਹ ਵੀ ਨਾਮੀ ਲੋਕ ਸੀਗੇ, ਇਹ ਵੀ ਲੋਕ ਨਾਮੀ ਨਾਮੀ ਸੀਗੇ। ਹੁਣ ਇਹ ਵੀ ਲੋਕ ਇਕੱਠੇ ਹੋ ਗਏ, 250 ਲੋਕ ਇੱਕ ਤੇ 4 ਲੋਕ ਇਕੱਠੇ ਹੋ ਗਏ। ਫਿਰ ਇਹਨਾਂ ਨੇ ਕੀ ਕਰਿਆ? ਅਤੇ ਉਹ ਮੂਸਾ ਦੇ ਵਿਰੁੱਧ ਅਤੇ ਹਾਰੂਨ ਦੇ ਵਿਰੁੱਧ ਇਕੱਠੇ ਹੋਏ ਅਤੇ ਉਹਨਾਂ ਨੂੰ ਆਖਿਆ, ਹੁਣ ਤਾਂ ਬਸ ਕਰੋ, ਕਿਉਂ ਜੋ ਸਾਰੀ ਮੰਡਲੀ ਦੇ ਲੋਕ ਪਵਿੱਤਰ ਹਨ। ਸਾਰੇ ਬੋਲੋ ਹਾਲੇਲੂਇਆ। ਦੇਖੋ ਉਹ ਮੂਸਾ ਦੁਆਰਾ ਜੋ ਮੂਸਾ ਨੂੰ ਕੱਢ ਕੇ ਲਿਆਏਗਾ, ਉਹਦੇ ਵਿਰੋਧ ਵਿੱਚ ਆ ਗਏ, ਇਹ ਮੂਸਾ, ਇਹ ਹਾਰੂਨ, ਬਸ ਕਰੋ, ਬਸ ਕਰੋ, ਬਹੁਤ ਹੋ ਗਿਆ ਹੁਣ ਤਾਂ। ਹੁਣ ਇਹ ਮੰਡਲੀ ਦੇ ਲੋਕ ਕੀ ਨੇ? ਪਵਿੱਤਰ ਨੇ। ਕਿਉਂ? ਪਰਮੇਸ਼ਵਰ ਸਾਡੇ ਨਾਲ ਗੱਲ ਕਰਦਾਗਾ। ਹੁਣ ਮੂਸਾ ਕੀ ਪਰਮੇਸ਼ਵਰ ਤੇਰੇ ਇਕੱਲੇ ਨਾਲ ਗੱਲ ਕਰਦਾਗਾ? ਪਰਮੇਸ਼ਵਰ ਸਾਡੇ ਨਾਲ ਗੱਲ ਕਰਦਾਗਾ। ਮੂਸਾ ਕੀ ਪਰਮੇਸ਼ਵਰ ਤੇਰਾ ਇਕੱਲੇ ਦਾ ਇਸਤੇਮਾਲ ਕਰਦਾਗਾ? ਉਹ ਤਾਂ ਸਾਡਾ ਵੀ ਇਸਤੇਮਾਲ ਕਰਦਾਗਾ। ਫਿਰ ਅੱਗੇ ਅਤੇ ਯਹੋਵਾ ਉਹਨਾਂ ਦੇ ਵਿੱਚ ਹੈ, ਤੁਸੀਂ ਫਿਰ ਕਿਵੇਂ ਆਪਣੇ ਆਪ ਨੂੰ ਯਹੋਵਾ ਦੇ ਸਭਾ ਨਾਲ ਉੱਚਾ ਬਣਾਉਂਦੇ? ਦੇਖੋ ਪਰਮੇਸ਼ਵਰ ਨੇ ਉਹਨਾਂ ਨੂੰ ਉੱਚਾ ਕੀਤਾਗਾ। ਮੂਸਾ ਨੂੰ ਉੱਚਾ ਕਿ ਨਹੀਂ ਕਰਿਆਗਾ ਪਰਮੇਸ਼ਵਰ ਨੇ, ਲੇਕਿਨ ਕਹਿੰਦੇ ਤੂੰ ਆਪਣੇ ਆਪ ਨੂੰ ਉੱਚਾ ਬਣਾ ਰਿਹਾਗਾ। ਹੁਣ ਅਸੀਂ ਕਰ ਸਕਦੇ ਹਾਂ, ਅਸੀਂ ਪ੍ਰਾਰਥਨਾ ਕਰ ਸਕਦੇ ਹਾਂ, ਅਸੀਂ ਸਭ ਕੁਝ ਕਰ ਸਕਦੇ ਹਾਂ, ਅਸੀਂ ਲੋਕਾਂ ਦੇ ਲਈ ਸਭ ਕੁਝ ਕਰ ਸਕਦੇ ਹਾਂ, ਅਸੀਂ ਪਵਿੱਤਰ ਬਣ ਚੁੱਕੇ ਹਾਂ। ਪਰਮੇਸ਼ਵਰ ਸਾਡਾ ਕੀ ਕਰਦਾਗਾ? ਉਹ ਤਾਂ ਗੱਲਬਾਤ ਕਰਦਾਗਾ।
ਹਾਲੇਲੂਇਆ ਹਾਲੇਲੂਇਆ। ਲੇਕਿਨ ਸਹੀ ਦੇ ਵਿੱਚ ਇਹ ਕੀ ਹੈ? ਇਹ ਤਾਂ ਹੰਕਾਰ ਦੀਆਂ ਗੱਲਾਂ ਨੇ, ਇਹ ਤਾਂ ਇਨਸਾਨ ਦੇ ਅੰਦਰ ਘਮੰਡ ਦੀਆਂ ਗੱਲਾਂ ਨੇ ਕਿ ਜਦ ਇਨਸਾਨ ਘਮੰਡ ਕਰੇ, ਜਦ ਇਨਸਾਨ ਹੰਕਾਰ ਕਰਦਾਗਾ ਤਾਂ ਉਸਨੂੰ ਖੁਦ ਨੂੰ ਪਤਾ ਨਹੀਂ ਚੱਲਦਾ ਕਿ ਇਹ ਕੀ ਹੋ ਰਿਹਾਗਾ। ਲੇਕਿਨ ਜੇ ਕੋਈ ਦੱਸੇ, ਜੇ ਕੋਈ ਦੱਸਣਾ ਚਾਹੇ ਤਾਂ ਉਹ ਵਿਰੋਧ ਦੇ ਵਿੱਚ ਆ ਜਾਂਦੇ ਨੇ। ਸਾਰੇ ਬੋਲੋ ਹਾਲੇਲੂਇਆ। ਉਹ ਇਨਸਾਨ ਕੀ ਹੈ? ਉਹਦੇ ਵਿਰੋਧ ਵਿੱਚ ਆ ਜਾਂਦਾਗਾ। ਔਰ ਸਹੀ ਦੇ ਵਿੱਚ ਇੱਕ ਵਚਨ ਪੜੋ ਮੇਰੇ ਨਾਲ, ਪਹਿਲਾ ਇਤਿਹਾਸ ਉਹਦਾ 21 ਦੇ ਆਈ, ਉਹਦਾ ਸ਼ੁਰੂਆਤ ਸ਼ੈਤਾਨ ਇਸਰਾਇਲ ਦੇ ਵਿਰੁੱਧ ਉੱਠਿਆ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਸਾਰੇ ਬੋਲੋ ਹਾਲੇਲੂਇਆ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਹਾਂ, ਸ਼ੈਤਾਨ ਇਸਰਾਇਲ ਦੇ ਵਿਰੁੱਧ ਉੱਠਿਆ ਹਾਂ। ਅਤੇ ਉਸਨੇ ਦਾਊਦ ਦੇ ਮਨ ਨੂੰ ਪ੍ਰੇਰਿਆ ਜੋ ਉਹ ਇਸਰਾਇਲ ਦੀ ਗਿਣਤੀ ਕਰੇ। ਹਾਲੇਲੂਇਆ। ਦੇਖੋ ਪਰਮੇਸ਼ਰ ਦੇ ਵਚਨ ਨੂੰ, ਦਾਊਦ ਬਾਦਸ਼ਾਹ ਇਜ਼ਰਾइल ਦੇ ਉੱਪਰ ਰਾਜਾ ਹੈਗਾ। ਸਾਰੇ ਧਿਆਨ ਦਿਓ ਮੇਰੇ ਵੱਲ। ਦਾਊਦ ਬਾਦਸ਼ਾਹ ਜੋ ਇਜ਼ਰਾइल ਦਾ ਰਾਜਾ ਹੈਗਾ। ਹਰ ਸ਼ੈਤਾਨ ਨੇ ਦਾਊਦ ਦੇ ਮਨ ਦੇ ਵਿੱਚ ਹੀ ਕੰਮ ਕੀਤਾ। ਕੀ ਕੰਮ ਕੀਤਾ? ਦੇਖ ਤੂੰ ਤਾਂ ਰਾਜਾ ਹੈਗਾ, ਅੱਜ ਤੈਨੂੰ ਪਤਾ ਤਾਂ ਲੱਗੇ ਯਾਰ ਵੀ ਤੂੰ ਕਿੰਨੇ ਲੋਕਾਂ ਉੱਪਰ ਰਾਜ ਕਰ ਰਿਹਾਗਾ। ਤੈਨੂੰ ਤੈਨੂੰ ਇੰਨਾ ਪਤਾ ਹੋਣਾ ਚਾਹੀਦਾਗਾ ਕਿ ਕਿੰਨੇ ਲੋਕ ਨੇ ਜਿਨ੍ਹਾਂ ਪਰ ਤੂੰ ਰਾਜਾ ਹੈਗਾ। ਮਤਲਬ ਉਹਦੇ ਮਨ ਦੇ ਵਿੱਚ ਐਸਾ ਕੰਮ ਕਰਿਆ ਕਿ ਜਿਹੜਾ ਕੰਮ ਪਰਮੇਸ਼ਵਰ ਨੇ ਮਨਾ ਕਰਿਆ ਸੀਗਾ। ਕਿਹੜਾ ਕੰਮ ਮਨਾ ਕਰਿਆ ਸੀ ਪਰਮੇਸ਼ਵਰ ਨੇ? ਅਬਰਾਹਮ ਨੂੰ ਕਿਹਾ ਸੀਗਾ ਵੀ ਤੇਰੀ ਅੰਸ਼ ਨਹੀਂ ਹੋਊਗੀ, ਕਿਹਨੂੰ ਕੋਈ ਗਿਣ ਨਹੀਂ ਸਕਦਾ। ਲੇਕਿਨ ਦਾਊਦ ਨੇ ਕੀ ਕਰਿਆ? ਉਹ ਗਿਣਤੀ ਕਰਾਈ। ਹੁਣ ਗਿਣਤੀ ਕਰਾਈ, ਜਦ ਕਿ ਦਾਊਦ ਨੂੰ ਕੀ ਲੋੜ ਸੀ ਗਿਣਤੀ ਕਰਾਉਣ ਦੀ? ਉੱਥੇ 500 ਹੋਵੇ, 1000 ਹੋਵੇ, 50,000 ਹੋਵੇ, ਅਣਗਿਣਤ ਲੋਕ ਹੋਣ, ਤੂੰ ਰਾਜਾਗਾ, ਤੂੰ ਰਾਜ ਕਰ। ਲੇਕਿਨ ਗਿਣਤੀ ਕਰਨ ਦਾ ਫਾਇਦਾ ਉਹਦਾ ਕੋਈ ਨਹੀਂ। ਲੇਕਿਨ ਉਹਦੇ ਅੰਦਰ ਕੀ ਪਾਤਾ? ਉਹਨੇ ਘਮੰਡ ਪਾਇਆ। ਤੈਨੂੰ ਪਤਾ ਹੋਣਾ ਚਾਹੀਦਾ ਤੂੰ ਤਾਂ ਰਾਜਾਗਾ, ਤੇਰੇ ਲੋਕ ਕਿੰਨੇ ਨੇ, ਤੇਰੀ ਪ੍ਰਜਾ ਕਿੰਨੀ ਹੈ। ਦੇਖੋ ਇਸ ਦੇ ਅੰਦਰ ਕੀ ਆ ਗਿਆ? ਘਮੰਡ ਆ ਗਿਆ। ਔਰ ਘਮੰਡ ਦੀ ਵਜ੍ਹਾ ਕਰਕੇ ਇਸਨੇ ਕੀ ਕਰਿਆ? ਲੋਕਾਂ ਦੀ ਗਿਣਤੀ ਕਰਾਈ। ਹਾਲੇਲੂਇਆ। ਇੱਕ ਵਾਰ ਫਿਰ ਪੜੋ। ਸ਼ੈਤਾਨ ਇਸਰਾਇਲ ਦੇ ਵਿਰੁੱਧ ਉੱਠਿਆ ਅਤੇ ਉਸਨੇ ਦਾਊਦ ਦੇ ਮਨ ਨੂੰ ਪ੍ਰੇਰਿਆ। ਦੇਖੋ ਦਾਊਦ ਦੇ ਮਨ ਦੇ ਵਿੱਚ ਕੰਮ ਕਰਿਆ। ਦਾਊਦ ਦੇ ਮਨ ਦੇ ਵਿੱਚ ਉਸਨੇ ਕੰਮ ਕਰਿਆ, ਦਾਊਦ ਦੇ ਮਨ ਨੂੰ ਪ੍ਰੇਰਿਆ। ਹਾਂ, ਜੋ ਉਹ ਇਸਰਾਇਲ ਦੀ ਗਿਣਤੀ ਕਰੇ। ਉਹ ਇਸਰਾਇਲ ਦੀ ਗਿਣਤੀ ਕਰੇ। ਜਦ ਕਿ ਪਰਮੇਸ਼ਰ ਨੇ ਤਾਂ ਮਨਾ ਕਰਿਆ ਸੀਗਾ। ਲੇਕਿਨ ਫਿਰ ਵੀ ਹੁਣ ਘਮੰਡ ਅੱਗੇ ਕਿਹਦਾ ਜ਼ੋਰ ਚੱਲਦਾਗਾ? ਪਤਾ ਲੱਗੇ, ਕੱਲ ਨੂੰ ਗੱਲ ਕਰੇ। ਹੁਣ ਕਈ ਵਾਰ ਸੇਵਕ ਨਹੀਂ ਇਕੱਠੇ ਹੋ ਜਾਂਦੇ। ਹਾਂਜੀ ਪਾਸਟਰ ਪ੍ਰੋਬਲਮ ਕਿੰਨੀ ਕਲੀਸਿਆ ਗਈ? ਕਿਉਂ? ਦੇਖਣਾ ਚਾਹੁੰਦਾ ਆਪਣੇ ਆਪ ਨੂੰ ਕਿ ਮੈਥੋਂ ਕਿੱਥੇ ਥੱਲੇ ਆ, ਮੈਥੋਂ ਕਿੱਥੇ ਕਮਜ਼ੋਰ ਹੈ। ਤੁਸੀਂ ਕਿੰਨੇ ਬਪਤਿਸਮੇ ਦਿੱਤੇ ਨੇ? ਤੁਹਾਨੂੰ ਕਿੰਨਾ ਆਉਂਦਾ ਹੈਗਾ? ਇਹ ਕੀ ਇੱਕ ਘਮੰਡ ਵਾਲੀ ਗੱਲ ਹੈ। ਹਾਲੇਲੂਇਆ ਹਾਲੇਲੂਇਆ। ਤੁਹਾਨੂੰ ਕਿੰਨਾ ਵਚਨ ਆਉਂਦਾ ਹੈਗਾ? ਇਹ ਕੀ ਹੈ? ਇਹਦਾ ਕਿਸੇ ਨੂੰ ਚੈੱਕ ਕਰਨਾ। ਮਤਲਬ ਘਮੰਡ ਵੀ ਤੈਨੂੰ ਜ਼ਿਆਦਾ ਆਉਂਦਾ ਹੈਗਾ, ਕੋਈ ਗੱਲ ਤਾਂ ਹੀ ਤੂੰ ਪੁੱਛਿਆ ਗੱਲ। ਮਤਲਬ ਇਹ ਕੀ ਹੈ? ਇਨਸਾਨ ਦੇ ਅੰਦਰ ਆ ਜਾਂਦੀ ਗੱਲ। ਇਹ ਗੱਲ ਕੀ ਹੈ? ਇਨਸਾਨ ਦੇ ਅੰਦਰ ਆ ਜਾਂਦੀ ਹੈ। ਔਰ ਪੜੋ ਦੂਜਾ ਸ਼ਮੂਏਲ ਉਹਦਾ 24 ਦੇ ਆਏ, ਉਹਦਾ 10 ਵਚਨ। ਦੂਜਾ ਸ਼ਮੂਏਲ ਉਹਦਾ 24 ਦੇ ਆਏ, ਉਹਦਾ 10 ਵਚਨ ਪੜੋ। ਲੋਕਾਂ ਦੀ ਗਿਣਤੀ ਕਰਨ ਦੇ ਪਿੱਛੋਂ ਦਾਊਦ ਦੇ ਮਨ ਨੇ ਉਹਨੂੰ ਸਤਾਇਆ। ਦੇਖੋ ਇਹ ਹੈ ਪਰਮੇਸ਼ਰ ਦਾ ਦਾਸ। ਗਲਤੀ ਹੋ ਗਈ, ਗੁਨਾਹ ਹੋ ਗਿਆ, ਪਾਪ ਹੋ ਗਿਆ ਤਾਂ ਕੋਈ ਵੱਡੀ ਗੱਲ ਨਹੀਂ ਹੈ। ਅਹਿਸਾਸ ਹੋਇਆ ਉਸਨੂੰ ਕਿ ਮੈਂ ਗਲਤੀ ਕਰੀ ਹੈ, ਮੈਂ ਪਾਪ ਕਰਿਆਗਾ, ਚਾਹੇ ਮੈਂ ਰਾਜਾਂਗਾ, ਚਾਹੇ ਮੇਰਾ ਮਾਨ ਸਨਮਾਨ ਹੈ, ਚਾਹੇ ਮੇਰੇ ਕੋਲ ਰੁਪਇਆ ਪੈਸਾ ਗਾ। ਲੇਕਿਨ ਦੇਖੋ ਉਸਦੇ ਮਨ ਨੇ ਜਦ ਉਸਨੂੰ ਸਤਾਇਆ। ਇੱਕ ਵਾਰ ਫਿਰ ਪੜੋ ਜੀ। ਲੋਕਾਂ ਦੀ ਗਿਣਤੀ ਕਰਨ ਦੇ ਪਿੱਛੋਂ ਦਾਊਦ ਦੇ ਮਨ ਨੇ ਉਹਨੂੰ ਸਤਾਇਆ। ਦੇਖੋ ਦਾਊਦ ਦਾ ਮਨ ਉਸਨੂੰ ਦੱਸਣ ਲੱਗ ਗਿਆ ਕਿ ਤੂੰ ਗਲਤ ਕੀਤਾਗਾ। ਔਰ ਗਲਤ ਕੀਤਾਗਾ ਫਿਰ ਅਤੇ ਦਾਊਦ ਨੇ ਯਹੋਵਾ ਨੂੰ ਆਖਿਆ ਭਈ ਇਹ ਜੋ ਮੈਂ ਕੀਤਾ ਹੈ ਵੱਡਾ ਪਾਪ ਹੈ। ਸਾਰੇ ਦਾ ਧਿਆਨ ਦਿਓ ਕੀ ਲਿਖਿਆ ਬਾਈਬਲ ਦੇ ਵਿੱਚ ਕਿ ਜੋ ਮੈਂ ਕੀਤਾਗਾ ਇਹ ਕੀ ਹੈ? ਇਹ ਵੱਡਾ ਪਾਪ ਹੈ। ਦੇਖੋ ਆਪਣੇ ਪਾਪ ਨੂੰ ਮੰਨ ਰਿਹਾਗਾ, ਆਪਣੀ ਗਲਤੀ ਨੂੰ ਮੰਨ ਰਿਹਾਗਾ। ਫਿਰ ਉਸ ਤੋਂ ਬਾਅਦ ਕੀ ਹੋਇਆ ਦਾਊਦ ਦੇ ਨਾਲ? ਉਹ ਘਰ ਜਾ ਕੇ ਪੜ੍ਹ ਕੇ ਦੇਖੋ ਤੁਸੀਂ। ਦਾਊਦ ਦੇ ਉੱਪਰ ਸਜ਼ਾ ਆਈ। ਲੇਕਿਨ ਦੇਖੋ ਦਾਊਦ ਨੇ ਸਿਰਫ ਔਰ ਸਿਰਫ ਦੋ ਗਲਤੀਆਂ ਕਰੀਆਂ। ਇੱਕ ਤਾਂ ਬੈਤਸਬਾ ਬਾਰੇ ਔਰ ਇੱਕ ਦੂਜੀ ਨੇ ਗਿਣਤੀ ਕਰੀ ਸੀ। ਲੇਕਿਨ ਦੋਨੋਂ ਗਲਤੀਆਂ ਨੂੰ ਉਸਨੇ ਆਪਣੀਆਂ ਗਲਤੀਆਂ ਨੂੰ ਪਰਮੇਸ਼ਵਰ ਨੇ ਕਬੂਲ ਕਰਿਆ। ਉਸਨੇ ਇਹ ਨਹੀਂ ਸੋਚਿਆ ਕਿ ਮੈਂ ਰਾਜਾਂਗਾ। ਉਸਨੇ ਇਹ ਨਹੀਂ ਸੋਚਿਆ ਕਿ ਲੋਕ ਮੇਰੇ ਬਾਰੇ ਕੀ ਸੋਚਣਗੇ। ਹਾਂ ਮੇਰੇ ਤੋਂ ਗਲਤੀ ਹੋ ਗਈ,
हाँ मेरे तो पाप हो गया, हाँ मेरे अंदर घमंड आ गया, फिर किड्डी गल है, माफी मंगनी परमेश्वर तो, परमेश्वर ने माफ करता उसनों। लेकिन कई बार की होंदा गा कि जब इंसान के अंदर ऐसी गल आ जाए तो इंसान को जल्दी पता ही नहीं चलता। हुण दाऊद नूं किवें पता चलिया? क्योंकि दाऊद का रिश्ता परमेश्वर के नाल सीगा। हालेलुया। दाऊद का रिश्ता परमेश्वर के नाल बनिया होया सीगा, इसलिए परमेश्वर ने दस्सिया कि दाऊद तू गलती कर चुकियागा, तेरे अंदर घमंड आ चुकियागा। और दाऊद नूं अपने पाप का एहसास होया और मन के छड्डिया उसने। अज अगर तुहाडा रिश्ता परमेश्वर के नाल सही है ना, तो परमेश्वर तुहानूं जरूर दसेगा कि तुहाडे अंदर किहड़ी किहड़ी गल काम कर रही है। अगर रिश्ता तुहाडा सही है परमेश्वर के नाल, अगर तुहाडा रिश्ता सही नहीं है परमेश्वर के नाल, तो मैं तुहानूं कहना चाहुंगा तुहाडा कोई भी हल नहीं है, कोई भी हल नहीं है। कारण की? क्योंकि दाऊद का रिश्ता परमेश्वर के नाल सीगा और दाऊद नूं परमेश्वर ने दस्सिया भी, उसने अपनी गलती नूं मन्निया भी और मन के छड्डिया भी। कि अज तुहानूं नहीं पता चलता कि तुसीं की गड़बड़ी कर रहे हो? कि तुहानूं नहीं पता चलता झूठ तुहाडे जीवन दे विच है, ईर्खा तुहाडे जीवन दे विच है, लड़ाई झगड़े तुहाडे जीवन दे विच ने, नफरत तुहाडे जीवन दे विच है, पाप तुहाडे जीवन दे विच है, घमंड तुहाडे जीवन दे विच काम कर रहा है, हंकार तुहाडे जीवन दे विच काम कर रहा है, कठोरता तुहाडे जीवन दे विच काम कर रही है। कि तुहानूं नहीं पता चल रहा? अगर नहीं पता चल रहा तो समझ लो तुहाडा रिश्ता परमेश्वर के नाल दाऊद वर्गा रिश्ता नहीं है। दाऊद तो गलती हुई, परमेश्वर ने नाल दे नाल दस्सिया कि दाऊद ये गलती कर चुकिया तू, और उसे घड़ी परमेश्वर के गोडे टेक ले उसने। अगर अज कोई तुहानूं परमेश्वर दस रहा तुहानूं वचन के द्वारा दस रहा, तो क्यों नहीं गोडे टेकदे परमेश्वर अगे? क्यों चाहुंदे कि परमेश्वर सीधी गलबात करे मेरे नाल? अगर चाहो ना परमेश्वर सीधी गलबात करे तो दाऊद वर्गा रिश्ता बना के रखो परमेश्वर के नाल, फिर परमेश्वर गल करेगा सीधी। गल्लां छड्डना नहीं चाहते, परमेश्वर के अधीन होना नहीं चाहते, तो परमेश्वर की लोड़ पई है कि तुहाडे नाल गल करे परमेश्वर? परमेश्वर ने दाऊद नाल दो जगह गल करी, अपने सेवक के द्वारा, नथान के द्वारा, उसे घड़ी मन्निया उसने। इत्थे गलती कर चुकियागा, उसके मन में बेचैनी होगी, उसके मन में बेचैनी होने तो बाद उसने अपनी गलती को मन्निया और परमेश्वर ने नाल दी नाल उसके ऊपर सजा लेके आंदी, सजा को कबूल करया उसने, परमेश्वर के खिलाफ नहीं गया। पढ़ियो वचन को बहुत ध्यान दे नाल कि परमेश्वर ने किस तरह काम करया उत्थे। लेकिन सही दे विच इंसान नूं कित्थे पता चलदा गा? इंसान तो परमेश्वर का सामना करदा गा, इंसान तो परमेश्वर के विरोध विच ओह काम करने शुरू कर दिंदा गा। क्यों? मैं ना मानू, मेरा मान सम्मान, मेरा रिश्ता, मेरे लोग, मेरा रुपया पैसा, मेरा सोना चांदी, मेरा घर बार, मेरी शानो शौकत। अगर कोई इंसान कहते भाई तू मन दे, मान ले अपनी गलती नूं, मैं क्यों मन्ना, ओहो मन्ने, मैं ना मानू। मतलब वो इंसान की है, वो अपने आप दे विच की है, वो अपना नाश कर लैंदा गा। वो की करदा गा? अपने आप दा नाश कर लैंदा गा, क्योंकि इंसान भुल जांदा गा कि मैं किहदा सामना कर रहा गा। और परमेश्वर के सामने कोई भी इंसान खड़ा नहीं रह सकता। और जो घमंड है वो तो इंसान, पवित्र इंसान उन्हें शैतान बना दिता गा। घमंड ने पवित्र इंसान जो परमेश्वर के नाल संगति करता सीगा, लेकिन जब इंसान के जीवन में घमंड काम करे ना, आकड़ काम करे, तो वो इंसान समझ लवे, वो इंसान समझ लवे कि ਉਹਦੇ ਵਿੱਚ ਹੁਣ परमेश्वर की गल नहीं रही। आकड़ किहदे विच हुंदी है? कोई दस सकदा गा? मुर्दा। जिहदे अंदर आत्मा होवे, ਉਹਦੇ अजी परमेश्वर का आत्मा होवे, वो कितना नंबर होएगा? है ना? वो कदे भी ऐसी गल नहीं, वो अपनी गलती में तुरंत मन्नेगा, अपनी गलती मान लेगा कि हमें तो गलती होगी भरावा, मेरे लिए प्रार्थना कर, तू भी मैनू माफ कर, तो परमेश्वर मैनू माफ करे, तो मैं भी सारे माफ कर दांगा। तो जिन होवे मेरा पैसा, मेरा कारोबार, मेरा मान सम्मान, मेरे लोग, मेरी कलीसिया, मेरी संगत, मेरा फलाना, मेरा ढमका, वो की करेगा? मैं ना मानू, मैं ना मानू। ये काम हो जाता है इंसान के जीवन के। और जो वचन अज पढ़िया आपने, आप पढ़िया अज दूजा इतिहास 36 लियाए 11 तो लेके 21 तक, और बाद 23 तक पढ़ लो, कोई चक्कर नहीं। तो इत्थे की होया?
कि परमेश्वर ने अपने दास यिर्मयाह के द्वारा गल करी सी कि यिर्मयाह मैं जरूसलम नूं जो बाबल का राजा गा नबूकदनस्सर ਉਹਦੇ ਹੱਥਾਂ ਵਿੱਚ ਦੇਣ ਵਾਲਾਂਗਾ ਉਹਦੇ ਹੱਥਾਂ ਵਿੱਚ ਮੈਂ ਉਸ ਨੂੰ ਦੇਣ ਵਾਲਾਂਗਾ ਲੇਕਿਨ ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ ਪਰਮੇਸ਼ਰ ਸਾਨੂੰ ਕੁਝ ਸਿਖਾਉਣ ਵਾਲੇ ਨੇ ਉਸ ਨੂੰ ਮੈਂ ਉਸਦੇ ਹੱਥਾਂ ਵਿੱਚ ਦੇਣ ਵਾਲਾਂਗਾ ਲੇਕਿਨ ਕਿ ਜਦ ਉਸਦਾ ਸਮਾਂ ਪੂਰਾ ਹੋਇਆ 70 ਸਾਲ ਤਾਂ ਮੈਂ ਉਸ ਨੂੰ ਉੱਥੋਂ ਬਾਹਰ ਕੱਢ ਲਿਆਵਾਂਗਾ ਗੁਲਾਮੀ ਵਿੱਚ ਉਸ ਨੂੰ ਮੈਂ ਬਾਹਰ ਕੱਢ ਲਿਆਵਾਂਗਾ ਲੇਕਿਨ ਇਸ ਤਰ੍ਹਾਂ ਦਾ ਆਪਾਂ ਵਚਨ ਵਿੱਚ ਪੜਾਂਗੇ ਕਿ दूजा इतिहास 36 ले आए 12 वचन तो पढ़ो ਉਸਨੇ ਯਹੋਵਾ ਆਪਣੇ ਪਰਮੇਸ਼ਵਰ ਦੀ ਨਿਗਾਹ ਵਿੱਚ ਬੁਰਾਈ ਕੀਤੀ ਅਤੇ ਉਸਨੇ ਯਿਰਮੀਆ ਨਬੀ ਦੇ ਸਾਹਮਣੇ ਜਿਸ ਨੇ ਉਹਨੂੰ ਯਹੋਵਾ ਦੇ ਮੂੰਹ ਦੀਆਂ ਗੱਲਾਂ ਆਖੀਆਂ ਅਧੀਨ ਕੀ ਨਾ ਕੀਤੀ ਹਾਂ ਇਹ ਸੀਗਾ ਰਾਜਾ ਸਿਦਕਿਆ ਔਰ ਸਿਦਕਿਆ ਨੂੰ ਪਰਮੇਸ਼ਵਰ ਨੇ ਆਪਣੇ ਦਾਸ ਯਿਰਮੀਆ ਦੁਆਰਾ ਬੋਲਿਆ ਸੀਗਾ ਕਿ ਯਿਰਮੀਆ ਉਹਨੂੰ ਜਾ ਕੇ ਕਹਿ ਦੇ ਕਿ ਜਿਹੜਾ ਇਹ ਦੇਸ਼ ਹੈ ਜਰੂਸਲਮ ਮਤਲਬ ਇਹ ਕੀ ਹੈ ਇਹ ਮੈਂ ਬਾਬਲ ਦਾ ਰਾਜਾ ਜੋ ਨਬੂਕਦਨਸਰ ਉਹਦੇ ਹੱਥਾਂ ਵਿੱਚ ਦੇ ਦਿਆਂਗਾ ਔਰ ਲੇਕਿਨ करना की है तुसी अपने आप उसके अधीन कर देनागा आके तुम अपना गुलाम बना लेगा जो तुम अपना गुलाम बनाएगा तो मैं की करांगा उसनू गुलामी दे विचों बाहर कट के लियावांगा 70 साल बाद मैं लियावांगा छुड़ा के उसों लेकिन राजा सीगा जो अगे प्रवचन दे विच सगो ओ नबूकदनस्सर बादशाह दे विरुद्ध आकी हो गया देखो ओ जो राजा सीगा सिदकिया ओ की होगा परमेश्वर दे मतलब जो राजा सीगा एक नबूकदनस्सर ओदे विरुद्ध हो गया ओदे विरुद्ध खिलाफ हो गया तो फिर जिसने उस परमेश्वर की सौं दी पर वो आकड़ खान हो गया वो की हो गया वो तो आकड़ लग गया मैं ना मानू मैं राजागा मेरी प्रजा की मेरे लोग ने मेरा मान सम्मान है मेरे लिए रथ ने मेरे लिए घोड़े ने मेरे लिए तो बहुत कुछ है मेरी प्रजा की मैं क्यों गुलाम होवा किसी का मैं क्यों गुलाम होवा किसी का फिर अगे अपना मन कठोर कर लिया ढीठ बन गया देखो की लिखा बाइबल दे ਉਹਦਾ ਢੀਠ ਬਣ ਗਿਆ ਉਹਦਾ ਕਠੋਰ ਕਰ ਲਿਆ ਆਪਣੇ ਆਪ ਨੂੰ ਉਹਦਾ ਆਕੜਨ ਲੱਗ ਗਿਆ ਮਤਲਬ ਹੰਕਾਰ ਦੇ ਵਿੱਚ ਆ ਗਿਆ ਮੈਂ ਵੀ ਰਾਜਾਂਗਾ ਮੈਂ ਲੜ ਸਕਦਾਂਗਾ ਮੈਂ ਰਾਜਾਂਗਾ ਮੈਂ ਖਤਮ ਕਰ ਸਕਦਾਂਗਾ ਲੇਕਿਨ ਪਰਮੇਸ਼ਰ ਨੇ ਤਾਂ ਗੱਲ ਪਹਿਲਾਂ ਕਹਿ ਚੁੱਕੇ ਸੀਗੇ ਯਿਰਮੀਆ ਨਬੀ ਦੇ ਦੁਆਰਾ ਕਿ ਨਬੂਕਦਨਸਰ ਆਏਗਾ ਇਹਨਾਂ ਲੋਕਾਂ ਨੂੰ ਗੁਲਾਮ ਬਣਾ ਕੇ ਲੈ ਕੇ ਜਾਏਗਾ ਫਿਰ ਕਿ ਪੜੋ ਤੁਸੀਂ ਤਾਂ ਜੀ 15 ਵਚਨ ਤੋਂ ਅਤੇ ਯਹੋਵਾ ਨੇ ਉਹਨਾਂ ਦੇ ਪਿਓ ਦਾਦਿਆਂ ਦੇ ਪਰਮੇਸ਼ਵਰ ਨੇ ਆਪਣੇ ਦੂਤਾਂ ਦੇ ਰਾਹੀਂ ਉਹਨਾਂ ਨੂੰ ਯਤਨ ਨਾਲ ਘੱਲ ਕੇ ਦੁਬਾਰਾ ਫਿਰ ਪੜੋ ਲਿਖਿਆ ਹੋ ਅਤੇ ਯਹੋਵਾ ਉਹਨਾਂ ਦੇ ਪਿਓ ਦਾਦਿਆਂ ਦੇ ਪਰਮੇਸ਼ਵਰ ਨੇ ਹਾਂ ਦੇਖੋ ਯਹੋਵਾ ਪਰਮੇਸ਼ਵਰ ਨੇ ਉਹਨਾਂ ਦਾ ਜੋ ਪਿਓ ਦਾਦੇ ਸੀ ਉਹਨਾਂ ਦਾ ਪਰਮੇਸ਼ਵਰ ਹੈ ਆਪਣੇ ਦੂਤਾਂ ਦੇ ਰਾਹੀਂ ਦੇਖੋ ਆਪਣੇ ਦੂਤ मतलब अपने सेवक लोग फिर यतन नाल घल के उन्हां दे कोल सुनेहा भेजिया देखो परमेश्वर ने उन्हां कोल सुनेहा भेजिया सीगा यतन दे नाल उपराला कीता परमेश्वर ने उपराला कीता यतन कीता उन्हां कोल भेजिया क्यों जो उस नूं अपने लोकां अते धाम उते तरस आउंदा सी देखो परमेश्वर ने अपने लोकां दे उपर धाम मतलब मंदिर दे उपर तरस आउंदा सीगा क्यों क्योंकि परमेश्वर यही चाहुंदे सीगे कि ये लोग चुप चपीते नबूकदनसर दे अधीन हो जान ये लोग की हो जान नबूकदनसर दे अधीन हो जान चुप चपीते कोई बात ना करन अपनी आकड़ छड्ड देन की करन अपने घमंड नूं छड्ड देन अपने हंकार नूं छड्ड देन की करन चुप चपीते जाके उहदे अधीन हो जान कठोरता छड्ड देन परमेश्वर यही चाहते थे परमेश्वर ने बहुत बार यतन करया बहुत सारे दूत भेजे परमेश्वर ने क्यों परमेश्वर नहीं चाहता सीगा परमेश्वर ने तरस आउंदा सी अपने लोकां दे उपर कि कोई नाश ना होवे क्यों नाश ना होवे आपां अगे पढ़ांगे पढ़ो जी पर उन्होंने परमेश्वर दे दूतां नूं इकट्ठे कीते देखो ਜਿਹੜੇ ਲੋਕ ਨਾਲ ਸੁਨੇਹਾ ਲੈ ਕੇ ਆਉਂਦੇ ਸੀਗੇ ਉਹਨਾਂ ਦਾ ਕੀ ਕਰਦੇ ਸੀਗੇ ਉਹ ਮਜ਼ਾਕ ਕਰਦੇ ਸੀਗੇ ਫਿਰ ਅੱਗੇ ਅਤੇ ਉਹਨਾਂ ਦੀਆਂ ਗੱਲਾਂ ਦੀ ਨਿੰਦਿਆ ਕੀਤੀ ਜਿਹੜੀਆਂ ਗੱਲਾਂ ਪਰਮੇਸ਼ਰ ਦਾਸ ਲੋਕ ਲੈ ਕੇ ਆਉਂਦੇ ਸੀਗੇ ਜਾਂ ਜੋ ਵੀ ਪਰਮੇਸ਼ਰ ਕਿਸ ਦੇ ਰਾਹੀਂ ਭੇਜਦਾ ਸੀਗਾ ਕੀ ਕਰਦੇ ਸੀ ਉਹਦੀ ਨਿੰਦਿਆ ਕਰਦੇ ਸੀਗੇ ਉਹ ਹਾਂ ਅਤੇ ਉਹਦੇ ਨਬੀਆਂ ਦਾ ਮਖੌਲ ਉਡਾਇਆ ਹਾਂ ਨਬੀਆਂ ਦਾ ਕੀ ਕਰਿਆ ਉਹਨਾਂ ਨੇ ਮਖੌਲ ਉਡਾਇਆ ਟੀਚਰਾਂ ਕਰਦੇ ਹੋਣਗੇ ਉਹਨੂੰ ਤੈਨੂੰ ਪਰਮੇਸ਼ਰ ਨੇ ਕਿਹਾਗਾ ਉਹ ਮੈਂ ਐਡਾ ਵੱਡਾ ਰਾਜਾਂਗਾ ਤੂੰ ਕਿਹਦੇ ਨਾਲ ਗੱਲ ਕਰਦਾਗਾ ਤੈਨੂੰ ਪਤਾ ਨਹੀਂ ਮੇਰੇ ਲਈ ਸੈਨਾ ਕੀ ਤੈਨੂੰ ਪਤਾ ਨਹੀਂ ਅਸੀਂ ਕਿਹੜੇ ਦੇਖਦੇ ਆ ਅਸੀਂ ਤਾਂ ਵੱਡੇ ਵੱਡੇ ਰਾਜਿਆਂ ਨੂੰ ਹਰਾਇਆਗਾ ਬਹੁਤ ਕੁਝ ਬੋਲਦੇ ਹੋਣਗੇ ਬਹੁਤ ਸਾਰੇ ਉਹ ਟੀਚਰਾਂ ਮਖੌਲ ਕਰਦੇ ਹੋਣਗੇ ਉਹਦੇ ਨਾਲ ਫਿਰ ਐਸੋ ਦੇਖ ਕੇ ਯਹੋਵਾ ਦਾ ਗੁੱਸਾ ਆਪਣੇ ਲੋਕਾਂ ਉੱਤੇ ਅਜਿਹਾ ਭੜਕਿਆ ਕਿ ਕੋਈ ਚਾਰਾ ਨਾ ਰਹੇ ਦੇਖੋ ਪਰਮੇਸ਼ਰ ਦਾ ਗੁੱਸਾ ਭੜਕਿਆ ਫਿਰ ਪਰਮੇਸ਼ਰ ਨੇ ਬਹੁਤ ਯਤਨ ਕੀਤੇ ਬਹੁਤ ਉਪਰਾਲੇ ਕੀਤੇ ਪਰਮੇਸ਼ਰ ਨੇ कि ये लोग परमेश्वर दे कहे नूं मन लैन
ਇਹ ਲੋਕ ਪਰਮੇਸ਼ਰ ਦਾ ਕਿਹਾ ਹੋਇਆ ਕਰ ਲੈਣ, ਲੇਕਿਨ ਨਹੀਂ, ਮੈਂ ਨਾ ਮੰਨੂ, ਮੈਂ ਰਾਜਾ, ਮੈਂ ਵੀ ਚੱਕ ਲੂ ਤਲਵਾਰ, ਮੈਂ ਵੀ ਵੱਢ ਦੂੰ। ਮਤਲਬ ਇਹ ਲੋਕ ਢੀਠ ਹੋ ਗਏ, ਇਹ ਲੋਕ ਕਠੋਰ ਹੋ ਗਏ, ਇਹ ਲੋਕ ਆਪਣਾ ਘਮੰਡ ਨਹੀਂ ਛੱਡ ਸਕੇ, ਇਹ ਲੋਕ ਆਪਣੀ ਆਕੜ ਨਹੀਂ ਛੱਡ ਸਕੇ। ਔਰ ਫਿਰ ਆਪਾਂ ਵਚਨ ਦੇ ਵਿੱਚ ਪੜਾਂਗੇ ਇਹ ਯਰਮੀਆ ਉਹਦਾ 21 ਅਧਿਆਇ ਇੱਥੇ ਸਿਦਕਿਆ ਰਾਜਾ ਨੇ ਆਪਣੇ ਕੁਛ ਲੋਕ ਭੇਜੇ ਯਰਮੀਆ ਦੇ ਕੋਲ। ਹਾਂ, ਯਰਮੀਆ ਦੇ ਕੋਲ ਭੇਜੇ ਔਰ ਉਸਨੂੰ ਵਚਨ ਵੀ ਇਹੀ ਆਇਆ ਸੀਗਾ। ਆਪਾਂ ਪੜਾਂਗੇ ਵਚਨ ਦੇ ਵਿੱਚ 21:3। ਤਾਂ ਯਰਮੀਆ ਨੇ ਉਹਨਾਂ ਨੂੰ ਆਖਿਆ, ਹਾਂ, ਤੁਸੀਂ ਸਿਦਕਿਆ ਨੂੰ ਇਉਂ ਆਖੋ। ਹਰ ਗੱਲ ਨੂੰ ਧਿਆਨ ਨਾਲ ਸੁਣਿਓ, ਇਹ ਗੱਲ ਨੂੰ ਬਹੁਤ ਧਿਆਨ ਨਾਲ ਪੜਿਓ। ਇਹ ਤੁਹਾਨੂੰ ਹੋਮਵਰਕ ਹੈ। ਤੁਹਾਨੂੰ ਪਹਿਲਾਂ ਬਹੁਤ ਸਾਰਾ ਹੋਮਵਰਕ ਮਿਲੇਗਾ, ਮਤਲਬ ਘਰ ਜਾ ਕੇ ਪੜ੍ਹਨ ਦਾ। ਉਹ ਤੁਸੀਂ ਪੜ੍ਹ ਰਹੇ ਹੋ ਜਾਂ ਨਹੀਂ ਪੜ੍ਹ ਰਹੇ ਮੈਨੂੰ ਨਹੀਂ ਪਤਾ, ਲੇਕਿਨ ਤੁਹਾਨੂੰ ਜਦ ਕਿਹਾ ਜਾਏਗਾ ਪੜ੍ਹਿਆ ਕਰੋ। 21 ਅਧਿਆਇ ਧਿਆਨ ਨਾਲ ਪੜਿਓ। ਹਾਂ, ਫਿਰ ਅੱਗੇ ਪੜੋ ਜੀ। ਕਿ ਯਹੋਵਾ ਇਸਰਾਏਲ ਦਾ ਪਰਮੇਸ਼ਰ ਐਂ ਫਰਮਾਉਂਦਾ ਹੈ, ਹਾਂ, ਦੇਖੋ ਮੈਂ ਲੜਾਈ ਦੇ ਸ਼ਾਸਤਰਾਂ ਨੂੰ ਮੋੜ ਦਿਆਂਗਾ ਜਿਹੜੇ ਤੁਹਾਡੇ ਹੱਥੋਂ ਵਿੱਚ ਹਨ, ਜਿਨ੍ਹਾਂ ਨਾਲ ਤੁਸੀਂ ਬਾਬਲ ਦੇ ਪਾਤਸ਼ਾਹ ਅਤੇ ਕਸਬਿਆਂ ਨਾਲ ਲੜਦੇ ਹੋ, ਜਿਨ੍ਹਾਂ ਨੇ ਤੁਹਾਨੂੰ ਕੰਧਾਂ ਦੇ ਬਾਹਰ ਘੇਰਿਆ ਹੋਇਆ ਹੈ, ਅਤੇ ਮੈਂ ਉਹਨਾਂ ਨੂੰ ਇਸ ਸ਼ਹਿਰ ਦੇ ਵਿਚਕਾਰ ਇਕੱਠਾ ਕਰਾਂਗਾ। ਹਾਂ, ਦੇਖੋ ਇੱਥੇ ਕੀ ਹੋਇਆ ਸੀਗਾ ਕਿ ਜਦ ਨਬੂਕਦਨਸਰ ਸੀਗਾ, ਜਦ ਉਹਨੇ ਚੜਾਈ ਕੀਤੀ, ਮਤਲਬ ਉਹਨਾਂ ਦੇ ਉੱਪਰ ਆਇਆ, ਤਾਂ ਉਸਨੇ ਯਰਮੀਆ ਦੇ ਕੋਲ ਭੇਜਿਆ ਵੀ ਪਰਮੇਸ਼ਰ ਨੂੰ ਪੁੱਛੇਗਾ ਭਰਾਵਾ ਕਿ ਅਸੀਂ ਕੀ ਕਰੀਏ। ਜੋ ਨਬੂਕਦਨਸਰ ਹੈ ਉਹ ਸਾਡੇ ਉੱਪਰ ਹਮਲਾ ਕਰਨ ਵਾਲਾ ਹੈਗਾ, ਕੀ ਅਸੀਂ ਲੜਾਈ ਝਗੜਾ ਕਰੀਏ, ਅਸੀਂ ਕੀ ਕਰੀਏ। ਲੇਕਿਨ ਪਰਮੇਸ਼ਰ ਦੇ ਦਾਸ ਨੇ ਉਹਨੂੰ ਕੀ ਕਿਹਾ ਸੀਗਾ, ਆਪਾਂ ਪੜੋ 5 ਨੂੰ। ਮੈਂ ਆਪ ਆਪਣੇ ਵਧਾਏ ਹੋਏ ਹੱਥ ਅਤੇ ਆਪਣੀ ਤਕੜੀ ਬਾਂਹ ਨਾਲ ਤੁਹਾਡੇ ਵਿਰੁੱਧ ਲੜਾਂਗਾ, ਤਾਂ ਕਰੋਧ ਅਤੇ ਗੁੱਸੇ ਅਤੇ ਵੱਡੇ ਕੋਪ ਨਾਲ। ਦੇਖੋ ਪਰਮੇਸ਼ਰ ਕਹਿ ਰਿਹਾਗਾ ਕਿ ਤੁਸੀਂ ਆਪਣੇ ਆਪ ਨੂੰ ਉਸ ਦੇ ਅਧੀਨ ਕਰ ਦਿਓ। ਹਾਲੇਲੂਇਆ। ਪਰਮੇਸ਼ਰ ਨੇ ਯਰਮੀਆ ਦੇ ਰਾਹੀਂ ਇਹੀ ਗੱਲ ਬੋਲੀ ਕਿ ਆਪਣੇ ਆਪ ਨੂੰ ਕੀ ਕਰੇ, ਤੁਸੀਂ ਨਬੂਕਦਨਸਰ ਦੇ ਹਵਾਲੇ ਕਰ ਦਿਓ। ਆਪਣਾ ਸਭ ਕੁਝ ਛੱਡ ਕੇ, ਮਾਨ ਸਨਮਾਨ ਛੱਡ ਕੇ, ਆਪਣੀ ਸਾਨੋ ਸੌ ਛੱਡ ਕੇ ਕੀ ਹੈ, ਆਪਣੇ ਆਪ ਨੂੰ ਉਸ ਦੇ ਅਧੀਨ ਕਰਨਾਗਾ। ਲੇਕਿਨ ਜੇ ਤੁਸੀਂ ਨਾ ਕੀਤਾ ਤਾਂ ਪਰਮੇਸ਼ਰ ਕੀ ਕਹਿੰਦਾਗਾ, ਮੈਂ ਖੁਦ ਉਹਨਾਂ ਵੱਲ ਹੋ ਕੇ, ਕਿਹਦੇ ਵੱਲ ਹੋ ਕੇ, ਨਬੂਕਦਨਸਰ ਵੱਲ ਹੋ ਕੇ ਨਾ ਤੁਹਾਡੇ ਨਾਲ ਲੜਾਂਗਾ। ਫਿਰ ਅੱਗੇ ਪੜੋ ਜੀ। ਮੈਂ ਇਸ ਸ਼ਹਿਰ ਦੇ ਵਾਸੀਆਂ ਨੂੰ, ਆਦਮੀਆਂ ਅਤੇ ਪਸ਼ੂਆਂ ਨੂੰ ਮਾਰਾਂਗਾ। ਦੇਖੋ ਪਰਮੇਸ਼ਰ ਕਹਿੰਦੇ ਨੇ ਕਿ ਮੈਂ ਖੁਦ ਇਹ ਕੰਮ ਕਰਾਂਗਾ, ਮਤਲਬ ਮੈਂ ਤੁਹਾਡਾ ਸਾਥ ਨਹੀਂ ਦੇਵਾਂਗਾ। ਮੈਂ ਕਿਹਦਾ ਸਾਥ ਦੇਵਾਂਗਾ, ਮੈਂ ਤਾਂ ਨਬੂਕਦਨਸਰ ਦਾ ਸਾਥ ਦੇਵਾਂਗਾ। ਫਿਰ ਪੜੋ ਤੁਸੀਂ ਇਹਦੇ ਵਚਨ ਦੇ ਵਿੱਚੋਂ 800 ਪੜੋ। ਤਾਂ ਤੂੰ ਇਸ ਪਰਜਾ ਨੂੰ ਆਖੇਗਾ, ਯਹੋਵਾ ਐਂ ਫਰਮਾਉਂਦਾ ਹੈ। ਦੇਖੋ ਵਚਨ ਇਹ ਘਰ ਜਾ ਕੇ ਪੜਿਓ, ਮੈਂ ਤੁਹਾਨੂੰ ਦੱਸ ਰਿਹਾ ਵਿੱਚ। ਫਿਰ ਪਰਮੇਸ਼ਰ ਨੇ ਕੀ ਕਿਹਾ ਕਿ ਤੂੰ ਇਸ ਇੱਕ ਵਾਰ ਫਿਰ ਪੜੋ। ਤਾਂ ਤੂੰ ਇਸ ਪਰਜਾ ਨੂੰ ਆਖੇਗਾ, ਯਹੋਵਾ ਐਂ ਫਰਮਾਉਂਦਾ ਹੈ। ਹਾਂ, ਦੇਖੋ ਪਰਮੇਸ਼ਰ ਇਹਨੂੰ ਕਹਿੰਦਾਗਾ, ਹਾਂ, ਵੇਖੋ ਮੈਂ ਤੁਹਾਡੇ ਅੱਗੇ ਜੀਵਨ ਦਾ ਰਾਹ ਅਤੇ ਮੌਤ ਦਾ ਰਾਹ ਰੱਖਦਾ ਹਾਂ। ਪਰਮੇਸ਼ਰ ਕਹਿੰਦੇ ਨੇ ਵੀ ਦੇਖੋ ਮੈਂ ਤੁਹਾਡੇ ਅੱਗੇ ਜੀਵਨ ਦਾ ਰਾਹ ਰੱਖਿਆ, ਤੁਹਾਡੇ ਅੱਗੇ ਮੌਤ ਦਾ ਰਾਹ ਰੱਖ ਦਿੱਤਾਗਾ। ਕਿਹੜੀ ਗੱਲ ਦੇ ਲਈ? ਫਿਰ ਅੱਗੇ ਜਿਹੜਾ ਇਸ ਸ਼ਹਿਰ ਵਿੱਚ ਰਹੇਗਾ ਉਹ ਤਲਵਾਰ ਅਤੇ ਕਾਲ ਅਤੇ ਬਵਾ ਨਾਲ ਮਰੇਗਾ, ਅਤੇ ਜਿਹੜਾ ਇਹ ਦੇ ਵਿੱਚੋਂ ਨਿਕਲ ਜਾਵੇਗਾ ਅਤੇ ਆਪ ਨੂੰ ਕਸਬਿਆਂ ਦੇ ਹਵਾਲੇ ਕਰ ਦੇਵੇਗਾ, ਜਿਨ੍ਹਾਂ ਨੇ ਤੁਹਾਨੂੰ ਘੇਰਿਆ ਹੋਇਆ ਹੈ, ਉਹ ਜਿਉਂਦਾ ਰਹੇਗਾ ਅਤੇ ਉਹਦੀ ਜਾਨ ਉਹਦੇ ਲਈ ਇੱਕ ਲੁੱਟ ਦਾ ਮਾਲ ਹੋਵੇਗੀ। ਸਾਰੇ ਬੋਲੋ ਹਾਲੇਲੂਇਆ। ਦੇਖੋ ਪਰਮੇਸ਼ਰ ਨੇ ਗੱਲ ਪਹਿਲਾਂ ਕਹੀ ਸੀ ਸਿਦਕਿਆ ਨੂੰ, ਸਿਦਕਿਆ ਮੈਂ ਕਹਿ ਚੁੱਕਿਆਗਾ ਕਿ 70 ਸਾਲ ਤੱਕ ਜੋ ਜਰੂਸਲਮ ਹੈ, ਜਰੂਸਲਮ ਦੇ ਲੋਕ ਨੇ, ਉਹ ਨਬੂਕਦਨਸਰ ਦੇ ਕੀ ਰਹਿਣਗੇ, ਗੁਲਾਮ ਰਹਿਣਗੇ। ਤੁਸੀਂ ਆਪਣੇ ਆਪ ਨੂੰ ਅਧੀਨ ਕਰਦੇ ਹੋ, ਤੁਸੀਂ ਆਪਣੇ ਆਪ ਨੂੰ ਦੇ ਹਵਾਲੇ ਕਰਦੇ ਹੋ। ਅਗਰ ਤੁਸੀਂ ਆਪਣੇ ਆਪ ਨੂੰ ਦੇ ਹਵਾਲੇ ਕਰ ਦੋਗੇ ਤਾਂ ਤੁਸੀਂ ਕੀ ਹੋ, ਤੁਸੀਂ ਬਚ ਜਾਓਗੇ, ਤੁਸੀਂ ਜਿਉਂਦੇ ਰਹੋਗੇ। ਜੇ ਤੁਸੀਂ ਨਾ ਕੀਤਾ ਆਪਣੇ ਆਪ ਨੂੰ ਹਵਾਲੇ, ਤੁਸੀਂ ਭੱਜਣ ਦੀ ਕੋਸ਼ਿਸ਼ ਕਰੀ, ਜਾਂ ਤੁਸੀਂ ਲੜਨ ਦੀ ਕੋਸ਼ਿਸ਼ ਕਰੀ, ਜਾਂ ਤੁਸੀਂ ਸਾਹਮਣਾ ਕਰਨ ਦੀ ਕੋਸ਼ਿਸ਼ ਕਰੀ, ਤਾਂ ਤੁਹਾਡਾ ਨਾਸ਼ ਹੋ ਜਾਊਗਾ, ਤੁਸੀਂ ਮਰ ਜਾਓਗੇ, ਤੁਸੀਂ ਖਤਮ ਹੋ ਜਾਓਗੇ। ਲੇਕਿਨ ਸਿਦਕਿਆ ਜੋ ਆਪਾਂ 36 ਦੇ ਵਿੱਚ ਪੜਿਆਗਾ, ਦੂਜਾ ਇਤਿਹਾਸ 36 ਉਹਦਾ 11 ਤੋਂ ਲੈ ਕੇ ਆਪਾਂ 21 ਤੱਕ ਪੜਿਆ ਸੀਗਾ, ਉੱਥੇ ਦੇਖੋ ਉਹ ਕੀ ਕਰ ਰਿਹਾਗਾ, ਆਕੜ ਗਿਆ, ਹੰਕਾਰ ਦੇ ਵਿੱਚ ਆ ਗਿਆ, ਘਮੰਡ ਦੇ ਵਿੱਚ ਆ ਗਿਆ, ਕਠੋਰ ਹੋ ਗਿਆ। ਮੈਂ ਨਹੀਂ ਜੀ ਇਦਾਂ ਕਰਨਾ, ਮੈਂ ਇਦਾਂ ਨਹੀਂ ਕਰਨਾ, ਮੈਂ ਰਾਜਾ, ਮੈਂ ਕਿਵੇਂ ਗੁਲਾਮ ਬਣ ਜਾ ਕਿਸੇ ਦਾ, ਮੈਂ ਕਿਵੇਂ ਕਰਾਂ। ਲੇਕਿਨ ਦੇਖੋ ਇਹ ਕੀ ਹੋਇਆ, ਇਹ ਉਸਨੇ ਗੜਬੜੀ ਕੀਤੀ। ਔਰ ਗੜਬੜੀ ਕਰਨ ਤੋਂ ਬਾਅਦ ਆਪਾਂ ਪੜਾਂਗੇ ਯਰਮੀਆ ਉਹਦਾ 52 ਅਧਿਆਇ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ।
ਤਾਂ ਪੜੋ ਵਚਨ ਦੇ ਵਿੱਚੋਂ ਜਰਮੀਆ ਉਹਦਾ 52 ਦੇ ਉਹਦਾ ਪੜੋ 8 ਤੋਂ ਲੈ ਕੇ 11 ਤੱਕ ਪੜ੍ਹਨਾ ਸ਼ਾਂਤੀ ਨਾਲ ਪੜੋ, ਕੋਈ ਬਾਤ ਨਹੀਂ। ਅਤੇ ਕਸਦੀਆਂ ਦੀ ਸੈਨਾ ਨੇ ਹੂੰ ਬਾਦਸ਼ਾਹ ਦਾ ਪਿੱਛਾ ਕੀਤਾ ਹੂੰ ਅਤੇ ਯਰੀਹੋ ਦੇ ਮੈਦਾਨ ਵਿੱਚ ਸਿਦਕਿਆ ਨੂੰ ਜਾ ਲਿਆ। ਹਾਂ ਦੇਖੋ, ਜਦ ਸਿਦਕਿਆ ਰਾਜਾ ਨਹੀਂ ਮੰਨਿਆ, ਜਦ ਉਸਨੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਹਵਾਲੇ ਨਹੀਂ ਕਰ ਰਿਹਾ, ਪਰਮੇਸ਼ਵਰ ਦੀ ਗੱਲ ਨੂੰ ਮੰਨਿਆ ਨਹੀਂ, ਜਦ ਪਰਮੇਸ਼ਵਰ ਦੀ ਗੱਲ ਨੂੰ ਸੁਣਿਆ ਨਹੀਂ ਆ, ਪਰਮੇਸ਼ਵਰ ਦੇ ਕਹੇ ਦੇ ਅਨੁਸਾਰ ਉਸਨੇ ਆਪ ਨੂੰ ਇਹ ਨਬੂਕਦਨੇਸਰ ਦੇ ਹਵਾਲੇ ਨਹੀਂ ਕੀਤਾ, ਤਾਂ ਫਿਰ ਜਦ ਉਹ ਉੱਥੋਂ ਜਾ ਰਿਹਾਗਾ ਫਿਰ ਹਾਂਜੀ ਅਤੇ ਕਸਦੀਆਂ ਦੀ ਸੈਨਾ ਨੇ ਹੂੰ। ਬਾਦਸ਼ਾਹ ਦਾ ਪਿੱਛਾ ਕੀਤਾ। ਦੇਖੋ ਪਾਤਸ਼ਾਹ ਦਾ ਪਿੱਛਾ ਕੀਤਾ, ਇਹਦਾ ਮਤਲਬ ਪਾਤਸ਼ਾਹ ਤੋਂ ਭੱਜ ਰਿਹਾ ਸੀਗਾ, ਪਾਤਸ਼ਾਹ ਤੋਂ ਨਿਕਲ ਗਿਆ ਸੀਗਾ। ਫਿਰ ਅਤੇ ਯਰੀਹੋ ਦੇ ਮੈਦਾਨ ਵਿੱਚ ਹੂੰ। ਸਿਦਕਿਆ ਨੂੰ ਜਾ ਲਿਆ ਦੇਖੋ ਸਿਦਕਿਆ ਨੂੰ ਜਾ ਕੇ ਇੱਥੇ ਫੜ ਲਿਆ ਕਿਸੇ ਮੈਦਾਨ ਦੇ ਵਿੱਚ। ਫਿਰ ਅਤੇ ਉਹਦੀ ਸਾਰੀ ਸੈਨਾ ਉਹਦੇ ਕੋਲੋਂ ਫਿੜ ਗਈ। ਦੇਖੋ ਉਹਦੀ ਜੋ ਲੋਕ ਸੀਗੇ, ਉਹਦੀ ਜੋ ਸੈਨਾ ਸੀਗੀ ਜਿਹਦੇ ਕੋਲ ਮਾਨ ਕਰਦਾ ਸੀਗਾ, ਮੇਰੇ ਲੋਕ ਨੇ, ਮੇਰੀ ਪ੍ਰਜਾ ਕੀ, ਮੇਰੀ ਸੈਨਾ ਕੀ, ਮੈਂ ਇਹ ਕਰੂੰਗਾ, ਉਹ ਵੀ ਭੱਜ ਗਏ ਉੱਥੋਂ। ਔਰ ਭੱਜ ਗਏ ਫਿਰ ਸੋ ਉਹਨਾਂ ਨੇ ਹੂੰ। ਬਾਦਸ਼ਾਹ ਨੂੰ ਫੜ ਲਿਆ ਦੇਖੋ ਪਾਤਸ਼ਾਹ ਸੀਗਾ, ਉਸ ਨੂੰ ਫੜ ਲਿਆ। ਔਰ ਉਹਨੂੰ ਹਮਾਤ ਦੇ ਦੇਸ਼ ਦੇ ਰਿਬਲਾ ਵਿੱਚ ਹੂੰ। ਬਾਬਲ ਦੇ ਪਾਤਸ਼ਾਹ ਕੋਲ ਲਿਆਏ ਹੂੰ। ਤਾਂ ਉਸਨੇ ਉਹਦਾ ਨਿਆਂ ਕੀਤਾ। ਦੇਖੋ ਇੱਕ ਰਾਜਾ ਕੋਲ ਲੈ ਕੇ ਆਏ, ਉਹਨੇ ਉਸਦਾ ਨਿਆਂ ਕੀਤਾ। ਕੀ ਨਿਆਂ ਕੀਤਾ ਉਹਦਾ? ਤਾਂ ਬਾਬਲ ਦੇ ਪਾਤਸ਼ਾਹ ਨੇ ਸਿਦਕਿਆ ਦੇ ਪੁੱਤਰਾਂ ਨੂੰ ਉਹਦੀਆਂ ਅੱਖਾਂ ਦੇ ਸਾਹਮਣੇ ਕੋਇਆ। ਸਾਰੇ ਬੋਲੋ ਹਾਲੇਲੂਇਆ। ਦੇਖੋ ਜਦ ਕੋਈ ਇਨਸਾਨ ਪਰਮੇਸ਼ਵਰ ਦੀ ਗੱਲ ਮੰਨਦਾ ਨਹੀਂ ਹੈ ਨਾ, ਪਰਮੇਸ਼ਵਰ ਦਾ ਕਿਹਾ ਹੋਇਆ ਕਰਦਾ ਨਹੀਂ ਹੈ ਨਾ, ਉਹ ਪਰਮੇਸ਼ਵਰ ਦਾ ਸਾਹਮਣਾ ਕਰਦਾਗਾ, ਤਾਂ ਉਹਦੇ ਉੱਪਰ ਦੇਖੋ ਬੀਤਦਾ ਕੀ ਹੈ। ਤਾਂ ਇਸ ਸਿਦਕਿਆ ਰਾਜਾ ਨੂੰ ਫੜ ਲਿਆ, ਤਾਂ ਉਸਦੇ ਪੁੱਤਰ ਵੀ ਫੜੇ ਗਏ। ਔਰ ਉਹਦੇ ਸਾਹਮਣੇ ਕੀ ਹੋਇਆ, ਇੱਕ ਵਾਰ ਫਿਰ ਪੜੋ ਜੀ 10 ਨੂੰ। ਤਾਂ ਬਾਬਲ ਦੇ ਪਾਤਸ਼ਾਹ ਨੇ ਸਿਦਕਿਆ ਦੇ ਪੁੱਤਰਾਂ ਨੂੰ ਸਿਦਕਿਆ ਜਾਂ ਪੁੱਤਰਾਂ ਨੂੰ, ਇੱਕ ਪੁੱਤਰ ਨਹੀਂ ਸੀਗਾ ਇੱਥੇ, ਪੁੱਤਰਾਂ ਨੂੰ ਮਤਲਬ ਉਹ ਕਾਫੀ ਪੁੱਤਰ ਸੀਗੇ, ਕਾਫੀ ਮਤਲਬ ਗਿਣਤੀ ਨਹੀਂ ਹੈ, ਲੇਕਿਨ ਇੱਕ ਤੋਂ ਜ਼ਿਆਦਾ ਪੁੱਤਰ ਸੀਗੇ। ਹਾਂ ਉਹਦੀਆਂ ਅੱਖਾਂ ਦੇ ਸਾਹਮਣੇ ਕੋਇਆ। ਉਹਦੀਆਂ ਅੱਖਾਂ ਦੇ ਸਾਹਮਣੇ ਮਾਰ ਦਿੱਤਾ। ਹੁਣ ਦੇਖੋ ਸਿਦਕਿਆ ਵੀ ਦੇਖੋ ਉਹਦੇ ਪੁੱਤਰ ਸੀਗੇ, ਹੋ ਸਕਦਾ ਬੱਚੇ ਛੋਟੇ ਹੋਣ, ਹੋ ਸਕਦਾ ਬੱਚੇ ਜਵਾਨ ਹੋਣ, ਲੇਕਿਨ ਦੇਖੋ ਜਦ ਬਾਪ ਦੇ ਸਾਹਮਣੇ ਬੱਚੇ ਮਾਰੇ ਜਾ ਰਹੇ ਨੇ, ਔਰ ਕਿਹਦੀ ਗਲਤੀ ਕਰਕੇ? ਬੱਚਿਆਂ ਦੀ ਗਲਤੀ ਕਰਕੇ, ਬਾਪ ਦੀ ਗਲਤੀ ਕਰਕੇ। ਬਾਪ ਮੰਨਿਆ ਨਹੀਂ ਹੈ, ਬਾਪ ਨੇ ਆਕੜ ਨਹੀਂ ਛੱਡੀ, ਬਾਪ ਨੇ ਘਮੰਡ ਨਹੀਂ ਛੱਡਿਆ, ਲੇਕਿਨ ਉਹਦੀ ਗਲਤੀ ਦੇ ਕਰਕੇ ਉਹਦੇ ਬੱਚੇ ਮਾਰੇ ਜਾ ਰਹੇ ਨੇ ਬਾਪ ਦੇ ਸਾਹਮਣੇ। ਹੰਕਾਰ, ਕਠੋਰਤਾ, ਮੈਂ ਨਾ ਮੰਨੂ, ਉਹਦੇ ਕਰਕੇ ਕੀ ਉਹਦੇ ਬੱਚੇ ਮਾਰੇ ਗਏ। ਫਿਰ ਅੱਗੇ ਨਾਲੇ ਅੱਖਾਂ ਦੇ ਸਾਹਮਣੇ ਕੋਇਆ, ਨਾਲੇ ਯਹੂਦਾ ਦੇ ਸਾਰੇ ਸਰਦਾਰਾਂ ਨੂੰ ਲਿਬਨਾ ਵਿੱਚ ਵੱਢ ਸੁੱਟਿਆ। ਜਿੰਨੇ ਵੀ ਸਰਦਾਰ ਲੋਕ ਸੀ ਸਾਰਿਆਂ ਨੂੰ ਵੱਢ ਸੁੱਟਿਆ। ਫਿਰ ਅੱਗੇ ਉਸਨੇ ਸਿਦਕਿਆ ਦੀਆਂ ਅੱਖਾਂ ਕੱਢ ਛੱਡੀਆਂ। ਦੇਖੋ ਸਿਦਕਿਆ ਸੀ ਜੋ ਕੀ ਕਰਤਾ ਉਹਨੂੰ, ਉਹਦੀਆਂ ਅੱਖਾਂ ਭੰਨਤੀਆਂ, ਅੱਖਾਂ ਕੱਢਤੀਆਂ ਉਹਦੀਆਂ। ਹੁਣ ਦੇਖੋ ਚੰਗਾ ਰਹਿ ਜਾਂਦਾ ਜੇ ਮੰਨ ਜਾਂਦਾ, ਚੰਗਾ ਰਹਿ ਜਾਂਦਾ ਜਿੱਥੇ ਚਲਾ ਜਾਂਦਾ, ਕੋਈ ਗੱਲ ਨਹੀਂ, ਨਬੂਕਦਨੇਸਰ ਦੇ ਹਵਾਲੇ ਕਰ ਦਾਂਗਾ। ਪਰਮੇਸ਼ਰ ਨੇ ਕੀ ਕਿਹਾ ਸੀਗਾ, ਮੈਂ ਛੁਡਾ ਕੇ ਲੈ ਕੇ ਉਹਨਾਂ ਨੂੰ। ਪਰਮੇਸ਼ਰ ਨੇ ਕਿਹਾ ਸੀ ਮੈਂ ਬਚਾ ਕੇ ਲੈ ਕੇ ਉਹਨਾਂ ਨੂੰ। 70 ਸਾਲ ਦੀ ਗੱਲ ਸੀ ਨਹੀਂ, ਮੈਂ ਰਾਜਾ, ਮੇਰੇ ਲੋਕ, ਮੇਰੀ ਪ੍ਰਜਾ, ਮੇਰਾ ਮਾਨ ਸਮਾਨ, ਮੇਰਾ ਰੁਤਬਾ, ਮੇਰਾ ਰੁਪਿਆ ਪੈਸਾ, ਮੇਰਾ ਘਰ-ਬਾਰ, ਮੇਰਾ ਮਹਿਲ। ਨਹੀਂ ਕੰਮ ਆਇਆ, ਕੋਈ ਕੰਮ ਨਹੀਂ ਆਇਆ। और की लिखा बैनर ਦੇ ਵਿੱਚ 11 ਪੜੋ ਜੀ। ਉਸਨੇ ਸਿਦਕਿਆ ਦੀਆਂ ਅੱਖਾਂ ਕੱਢ ਛੱਡੀਆਂ ਔਰ ਉਹਨੂੰ ਬੇੜੀਆਂ ਨਾਲ ਜਕੜ ਕੇ ਬਾਗਲ ਵਿੱਚ ਲਿਆਇਆ। लेकिन फिर भी गए ਉਹਨੂੰ देखो, लेकिन कैसा हाल करा ਸੀਗਾ, ਬੱਚੇ ਮਾਰ ਦਿੱਤੇ ਉਹਦੇ, ਅੰਨਾ ਕਰਤਾ ਉਹਨੂੰ, ਦੇਖ ਨਹੀਂ ਸਕਦਾ ਉਹ। ਫਿਰ ਅਤੇ ਉਹਨੂੰ ਪਹਿਰੇ ਦੇ ਘਰ ਵਿੱਚ ਉਹਦੀ ਮੌਤ ਦੇ ਦਿਨ ਤੱਕ ਰੱਖਿਆ। ਦੇਖੋ ਉਹਨੂੰ ਕਿੱਥੇ ਰੱਖਿਆ, ਇੱਕ ਘਰ ਦੇ ਵਿੱਚ ਰੱਖਿਆ ਗਿਆ ਜਿੱਥੇ ਪਹਿਰਾ ਲੱਗਦਾ ਸੀਗਾ। ਉਹਦੀ ਜਦ ਤੱਕ ਮਰਿਆ ਨਹੀਂ ਉਸ ਤੱਕ ਤਾਂ ਉੱਪਰ ਹੀ ਰਿਹਾ। ਲੇਕਿਨ ਹੋਇਆ ਕੀ ਇਹਦਾ, ਅਗਰ ਜਿਉਂਦਾ ਰਹਿੰਦਾ, ਆਪਣੇ ਆਪ ਨੂੰ ਹਵਾਲੇ ਕਰ ਦਿੰਦਾ, ਤਾਂ ਸਾਰਾ ਕੁਝ ਸਹੀ ਰਹਿ ਜਾਂਦਾ ਉਹਦਾ। ਪਰਮੇਸ਼ਵਰ ਦੀ ਸੁਣ ਲੈਂਦਾ, ਪਰਮੇਸ਼ਵਰ ਦੇ ਦਾਸ ਜਰਮੇ ਦੀ ਸੁਣ ਲੈਂਦਾ, ਉਹ ਵੀ ਬਚ ਜਾਂਦਾ, ਉਹਦੇ ਬੱਚੇ ਵੀ ਬਚ ਜਾਂਦੇ। ਲੇਕਿਨ ਹੋਇਆ ਕੀ ਕਿ ਪਹਿਲਾਂ ਤਾਂ ਉਹਦੀਆਂ ਅੱਖਾਂ ਦੇ ਸਾਹਮਣੇ ਉਹਦੇ ਬੱਚਿਆਂ ਨੂੰ ਮਾਰਿਆ ਗਿਆ। ਕਿਹਦੇ ਕਰਕੇ? ਉਹਦੇ ਘਮੰਡ ਕਰਕੇ, ਉਹਦੇ ਹੰਕਾਰ ਕਰਕੇ, ਉਹਦੀ ਆਕੜ ਕਰਕੇ, ਉਹਦੇ ਕਠੋਰਤਾ ਕਰਕੇ, ਉਹਦੇ ਬੱਚੇ ਮਾਰੇ ਗਏ। ਲੇਕਿਨ ਬਾਅਦ ਵਿੱਚ ਜਿਹੜੀਆਂ ਅੱਖਾਂ ਨਾਲ ਉਹਨੇ ਦੇਖਿਆ ਆਪਣੇ ਬੱਚੇ ਮਰਦੇ, ਉਹੀ ਅੱਖਾਂ ਭੰਨ ਦਿੱਤੀਆਂ। ਫਿਰ ਕਿੰਨਾ ਦੁਖੀ ਹੁੰਦਾ ਹੋਊਗਾ ਉਹ, ਫਿਰ ਕਿਹੋ ਜਿਹੀ ਹਾਲਤ ਬਣੀ ਹੋਊਗੀ ਉਹਦੀ। ਲੇਕਿਨ ਦੇਖੋ ਸਹੀ ਦੇ ਵਿੱਚ ਇਨਸਾਨ ਦੇ ਲਈ ਜਦ ਸਮਾਂ ਹੁੰਦਾਗਾ, ਇਨਸਾਨ ਤਦ ਸੁਧਰਨਾ ਨਹੀਂ ਚਾਹੁੰਦਾ, ਤਦ ਇਨਸਾਨ ਆਪਣਾ ਰੁਤਬਾ, ਆਪਣਾ ਮਾਨ ਸਨਮਾਨ, ਆਪਣਾ ਪੈਸਾ, ਆਪਣੀ ਪ੍ਰਜਾ, ਆਪਣੇ ਲੋਕ, ਆਪਣੇ ਉਸ ਸੰਸਾਰ ਨੂੰ ਛੱਡਣਾ ਨਹੀਂ ਚਾਹੁੰਦਾ। ਲੇਕਿਨ ਜਦ ਪਰਮੇਸ਼ਵਰ ਉਸ ਨੂੰ ਕਹਿੰਦਾਗਾ ਆਪਣੇ ਲੋਕਾਂ ਦੇ ਰਾਹੀਂ, ਆਪਣੇ ਦਾਸਾਂ ਦੇ ਦੁਆਰਾ, ਤਾਂ ਇਨਸਾਨ ਕੀ ਕਰਦਾਗਾ, ਉਹ ਬਾਰ-ਬਾਰ
ਪਰਮੇਸ਼ਰ ਦਾ ਵਿਰੋਧ ਕਰਦਾ ਗਾ, ਪਰਮੇਸ਼ਰ ਦਾ ਸਾਹਮਣਾ ਕਰਦਾ ਗਾ। ਉਹ ਬਾਰ-ਬਾਰ ਆਪਣੇ ਆਪ ਨੂੰ ਕਠੋਰ ਕਰ ਲੈਂਦਾ ਗਾ, ਆਪਣੇ ਆਪ ਨੂੰ ਢੀਠ ਕਰ ਲੈਂਦਾ ਗਾ। ਹੁਣ ਦੇਖੋ ਫਿਰੌਨ ਰਾਜਾ, ਕਿੰਨੇ ਸਾਰੇ ਚਮਤਕਾਰ ਦੇਖੇ ਉਸਨੇ, ਕਿੰਨੇ ਸਾਰੇ ਚਮਤਕਾਰ ਦੇਖੇ, ਲੇਕਿਨ ਬਾਈਬਲ ਦੇ ਵਿੱਚ ਕੀ ਲਿਖਿਆ ਗਾ ਕਿ ਹਰ ਵਾਰ ਆਪਣੇ ਆਪ ਨੂੰ ਕੀ ਕਰ ਲੈਂਦਾ ਸੀ, ਉਹ ਕਠੋਰ ਕਰਦਾ ਸੀਗਾ, ਕਠੋਰ ਕਰ ਲੈਂਦਾ ਸੀਗਾ, ਮਤਲਬ ਢੀਠ ਕਰ ਲੈਂਦਾ ਸੀ ਆਪਣੇ ਆਪ ਨੂੰ, ਆਪਣੇ ਮਨ ਨੂੰ ਕਠੋਰ ਕਰਦਾ ਸੀਗਾ। ਇੰਨੇ ਸਾਰੇ ਚਮਤਕਾਰ ਦੇਖਣ ਤੋਂ ਬਾਅਦ ਵੀ, ਇੰਨੇ ਸਾਰੇ ਮਤਲਬ ਅਦਭੁਤ ਕੰਮ ਦੇਖਣ ਤੋਂ ਬਾਅਦ ਵੀ ਆਪਣੇ ਆਪ ਨੂੰ ਢੀਠ ਕਰ ਲੈਣਾ, ਇਹ ਆਕੜ ਨਹੀਂ ਸੀ, ਚੀਜ਼ ਹੁੰਦਾ ਉਹਦੇ ਅੰਦਰ ਆਕੜ ਸੀ। ਮੈਂ ਕਿਵੇਂ ਜਾਣਦਾ ਮੈਂ ਇਹਨਾਂ ਲੋਕਾਂ ਨੂੰ, ਅਗਰ ਇਹ ਚਲੇ ਗਏ ਤਾਂ ਮੇਰਾ ਕੀ ਹੋਊਗਾ, ਮੇਰੇ ਲੋਕਾਂ ਦਾ ਕੀ ਹੋਊਗਾ। ਲੇਕਿਨ ਸਹੀ ਦੇ ਵਿੱਚ ਹੁੰਦਾ ਕੀ ਹੈ, ਇਨਸਾਨ ਦੇ ਜੀਵਨ ਦੇ ਵਿੱਚ ਇੱਕ ਗੜਬੜੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਨਸਾਨ ਪਰਮੇਸ਼ਰ ਦੇ ਚਮਤਕਾਰ ਦੇਖਦਾ ਗਾ, ਇਨਸਾਨ ਪਰਮੇਸ਼ਰ ਦੇ ਕੰਮਾਂ ਨੂੰ ਦੇਖਦਾ ਗਾ, ਲੇਕਿਨ ਹੁੰਦਾ ਕੀ ਹੈ ਕਿ ਉਸ ਤੋਂ ਬਾਅਦ ਇਨਸਾਨ ਦੇ ਜੀਵਨ ਦੇ ਵਿੱਚ ਕਠੋਰਤਾ ਆ ਜਾਂਦੀ ਹੈ। ਇੱਕ ਵਚਨ ਪੜ੍ਹੋ ਮੇਰੇ ਨਾਲ, ਪਹਿਲਾ ਰਾਜਾ ਉਹਦਾ 13 ਦੇ ਆਏ। ਇੱਥੇ ਕੀ ਹੋਇਆ, ਇੱਕ ਪਰਮੇਸ਼ਰ ਦਾ ਦਾਸ ਸੀਗਾ, ਉਸ ਨੂੰ ਪਰਮੇਸ਼ਰ ਨੇ ਭੇਜਿਆ, ਔਰ ਭੇਜਿਆ ਇੱਕ ਇਜ਼ਰਾਇਲ ਦਾ ਰਾਜਾ ਸੀਗਾ ਉਹਦੇ ਕੋਲ। ਉਹਨੇ ਕੁਝ ਕੀ ਕੀਤਾ ਸੀਗਾ ਕਿ ਆਪਣੀ ਮਰਜ਼ੀ ਦੇ ਨਾਲ ਚੱਲਦਾ ਸੀਗਾ, ਆਪਣਾ ਕਿਹਾ ਹੋਇਆ ਕਰਦਾ ਸੀਗਾ, ਜੋ ਕੁਝ ਕਹਿੰਦਾ ਰਾਜਾ ਸੀਗਾ। ਉਹਨੇ ਆਪਣੇ ਕਾਨੂੰਨ ਬਣਾਏ ਹੋਏ ਸੀਗੇ ਜੋ ਪਰਮੇਸ਼ਰ ਦੇ ਖਿਲਾਫ ਸੀਗੇ, ਔਰ ਜਦੋਂ ਪਰਮੇਸ਼ਰ ਦੇ ਖਿਲਾਫ ਸੀਗੇ ਉਹ ਸਾਰੇ ਕਾਨੂੰਨ ਉਸਨੇ ਬਣਾਏ ਸੀਗੇ, ਔਰ ਲੋਕਾਂ ਤੋਂ ਉਹ ਕੰਮ ਕਰਾਉਂਦਾ ਸੀਗਾ। ਲੇਕਿਨ ਪਰਮੇਸ਼ਰ ਦਾ ਦਾਸ ਉੱਥੇ ਆਇਆ, ਔਰ ਜਦ ਪਰਮੇਸ਼ਰ ਦਾ ਦਾਸ ਉੱਥੇ ਆਇਆ ਤਾਂ ਉਸਨੇ ਕੀ ਕਿਹਾ, ਆਪਾਂ ਵਚਨ ਦੇ ਵਿੱਚ ਦੇਖਾਂਗੇ ਕਿ ਉਸਨੇ ਜਦ ਉਸਨੂੰ ਕਿਹਾ, ਉੱਥੇ ਇੱਕ ਜਗਵੇਦੀ ਸੀਗੀ, ਉਹਦੇ ਬਾਰੇ ਕੁਛ ਉਸਨੂੰ ਬੋਲਿਆ। ਇਹ ਵਚਨ ਨੂੰ ਧਿਆਨ ਨਾਲ ਪੜਿਓ ਤੇ ਤੁਸੀਂ ਪੜੋਗੇ ਤਾਂ ਤੁਹਾਨੂੰ ਸਮਝ ਆਏਗੀ। ਪੜੋ ਪਹਿਲਾ ਰਾਜਾ 13 ਦੇ 4 ਵਚਨ। ਤਾਂ ਇਹ ਹੋਇਆ ਕਿ ਜਦ ਪਾਤਸ਼ਾਹ ਨੇ ਪਰਮੇਸ਼ਵਰ ਦੇ ਬੰਦੇ ਦਾ ਵਚਨ ਸੁਣਿਆ ਜੋ ਉਸਨੇ ਬੈਤੇਲ ਵਿੱਚ ਜਗਵੇਦੀ ਦੇ ਵਿਰੁੱਧ ਉੱਚੀ ਦਿੱਤੀ ਆਖਿਆ ਸੀ, ਤਾਂ ਯਾਰਾਬੂਆਮ ਨੇ ਜਗਵੇਦੀ ਤੋਂ ਆਪਣੀ ਬਾਂਹ ਲੰਮੀ ਕਰਕੇ ਆਖਿਆ, ਇਸ ਨੂੰ ਫੜ ਲਓ। ਤਾਂ ਉਸ ਦੀ ਉਹ ਬਾਂਹ ਜਿਹੜੀ ਉਸ ਲੰਮੀ ਕੀਤੀ ਸੀ ਸੁੱਕ ਗਈ, ਉਹ ਉਸ ਨੂੰ ਆਪਣੀ ਵੱਲ ਖਿੱਚ ਨਾ ਸਕਿਆ। ਸਾਰੇ ਬੋਲੋ ਹਾਲੇਲੂਇਆ। ਇਹ ਪਰਮੇਸ਼ਰ ਦਾ ਦਾਸ ਸੀਗਾ, ਉਸਨੇ ਯਾਰਾਬੂਆਮ ਜੋ ਰਾਜਾ ਸੀਗਾ ਉਹਦੇ ਇੱਕ ਜਗਵੇਦੀ ਬਣਾਈ ਹੋਈ ਸੀ, ਉਹਦੇ ਖਿਲਾਫ ਉਸਨੇ ਬੋਲਿਆ। ਉਸਨੇ ਜਦ ਬੋਲਿਆ ਤੇ ਉਸ ਤੋਂ ਬਾਅਦ ਇਹ ਰਾਜੇ ਨੂੰ ਬੁਰਾ ਲੱਗਿਆ, ਤਾਂ ਉਸਨੇ ਇਸ ਤਰ੍ਹਾਂ ਹੱਥ ਖੜਾ ਕਰਿਆ, ਫੜ ਲਓ ਇਹਨੂੰ। ਔਰ ਜਿਸ ਤਰ੍ਹਾਂ ਉਸਨੇ ਹੱਥ ਨੂੰ ਖੜਾ ਕਰਿਆ, ਆਪਣੀ ਹੱਥ ਉਸ ਤੋਂ ਵੱਲ ਕਰਿਆ, ਤਾਂ ਉਹਦੀ ਬਾਂਹ ਨਾਲ ਦੀ ਨਾਲ ਸੁੱਕ ਗਈ। ਔਰ ਬਾਂਹ ਉੱਥੇ ਦੀ ਉੱਥੇ ਹੀ ਹੈ, ਉਹਦੀ ਬਾਂਹ ਥੱਲੇ ਨਹੀਂ ਆ ਰਹੀ, ਉੱਥੇ ਦੀ ਉੱਥੇ ਹੀ ਉਹਦੀ ਬਾਂਹ ਸੁੱਕ ਗਈ। ਜਦ ਉਹਦੀ ਬਾਂਹ ਸੁੱਕ ਗਈ, ਫਿਰ ਅੱਗੇ ਪੜੋ ਜੀ ਤੁਸੀਂ। ਤਾਂ ਜਗਵੇਦੀ ਵੀ ਪਾਟ ਗਈ ਅਤੇ ਸੁਆਹ ਉਸ ਜਗਵੇਦੀ ਤੋਂ ਢਿਲਕ ਪਈ, ਉਸ ਨਿਸ਼ਾਨੀ ਦੇ ਅਨੁਸਾਰ ਜੋ ਉਸ ਪਰਮੇਸ਼ਵਰ ਦੇ ਬੰਦੇ ਨੇ ਯਹੋਵਾ ਦੇ ਵਚਨ ਨਾਲ ਦਿੱਤੀ ਸੀ। ਦੇਖੋ ਇਹੀ ਗੱਲ ਪਰਮੇਸ਼ਰ ਦਾ ਦਾਸ ਬੋਲ ਚੁੱਕਿਆ ਸੀਗਾ। ਫਿਰ ਇਹਦੀ ਜਦ ਬਾਂਹ ਸੁੱਕ ਗਈ, ਫਿਰ ਕੀ ਹੋਇਆ, ਉਹ ਜਗਵੇਦੀ ਵੀ ਪਾਟ ਗਈ ਤੇ ਜਿਹੜੀ ਸੁਆਹ ਪਈ ਸੀ ਉਹ ਵੀ ਤਿਲਕ ਚੁੱਕੀ ਸੀ ਉਹਦੇ ਉੱਪਰੋਂ। ਫਿਰ ਅੱਗੇ 6 ਪੜੋ। ਤਾਂ ਪਾਤਸ਼ਾਹ ਨੇ ਉਸ ਪਰਮੇਸ਼ਵਰ ਦੇ ਬੰਦੇ ਨੂੰ ਉੱਤਰ ਵਿੱਚ ਆਖਿਆ ਕਿ ਹੁਣ ਤੂੰ ਯਹੋਵਾ ਆਪਣੇ ਪਰਮੇਸ਼ਵਰ ਦੇ ਅੱਗੇ ਅਰਦਾਸ ਕਰ ਅਤੇ ਮੇਰੇ ਲਈ ਬੇਨਤੀ ਕਰ ਕਿ ਮੇਰਾ ਹੱਥ ਫਿਰ ਮੇਰੇ ਲਈ ਚੰਗਾ ਕੀਤਾ ਜਾਵੇ। ਤਾਂ ਉਸ ਪਰਮੇਸ਼ਵਰ ਦੇ ਬੰਦੇ ਨੇ ਯਹੋਵਾ ਅੱਗੇ ਅਰਦਾਸ ਕੀਤੀ ਅਤੇ ਪਾਤਸ਼ਾਹ ਦਾ ਹੱਥ ਉਹਦੇ ਲਈ ਚੰਗਾ ਕੀਤਾ ਗਿਆ ਅਤੇ ਅੱਗੇ ਵਰਗਾ ਹੋ ਗਿਆ। ਸਾਰੇ ਬੋਲੋ ਹਾਲੇਲੂਇਆ। ਜਦ ਉਸਨੇ ਇਹ ਦੇਖਿਆ ਜਿਹੜਾ ਪਰਮੇਸ਼ਰ ਦਾਸ ਬੋਲਿਆ ਸੀਗਾ ਉਹ ਕੰਮ ਹੋ ਚੁੱਕਿਆਗਾ, ਫਿਰ ਉਸ ਇਨਸਾਨ ਨੇ ਕੀ ਕਿਹਾ, ਆਪਣੇ ਆਪ ਨੂੰ ਨੀਵਾਂ ਕੀਤਾ। ਫਿਰ ਕੀ ਕਿਹਾ ਕਿ ਮੇਰੇ ਲਈ ਪ੍ਰਾਰਥਨਾ ਕਰ, ਮੇਰੇ ਲਈ ਬੇਨਤੀ ਕਰ ਪਰਮੇਸ਼ਰ ਅੱਗੇ ਕਿ ਮੇਰਾ ਜੋ ਹੱਥ ਹੈ ਉਹ ਚੰਗਾ ਹੋ ਜਾਏ। ਤਾਂ ਪਰਮੇਸ਼ਰ ਦਾਸ ਨੇ ਉਹਦੇ ਲਈ ਇਹੀ ਕੀਤਾ, ਉਹਦੇ ਲਈ ਪ੍ਰਾਰਥਨਾ ਕਰੀ ਪਰਮੇਸ਼ਰ ਅੱਗੇ, ਪਰਮੇਸ਼ਰ ਨੇ ਉਹਦੇ ਹੱਥ ਨੂੰ ਚੰਗਾ ਕੀਤਾ। ਉਹਦੀ ਬਾਂਹ ਪਹਿਲਾਂ ਵਰਗੀ ਚੰਗੀ ਹੋ ਗਈ, ਜਿਹੜੀ ਬਾਂਹ ਸੁੱਕ ਚੁੱਕੀ ਸੀ ਉਹਦੀ। ਫਿਰ ਉਸ ਪਰਮੇਸ਼ਰ ਦਾਸ ਨੇ ਕੀ ਕਿਹਾ, ਮਤਲਬ ਜਿਹੜਾ ਰਾਜਾ ਸੀਗਾ ਉਸਨੇ ਕਿਹਾ ਚੱਲ ਮੇਰੇ ਘਰੇ ਕੁਝ ਖਾਣਾ ਵਾਣਾ ਖਾ, ਕੋਈ ਪਾਣੀ ਪੂਣੀ ਪੀ। ਤਾਂ ਉਸਨੇ ਮਨਾ ਕੀਤਾ, ਮੈਂ ਨਹੀਂ ਜਾਵਾਂ ਤੇਰੇ ਘਰੇ, ਮੈਨੂੰ ਪਰਮੇਸ਼ਰ ਨੇ ਮਨਾ ਕਰਿਆ ਹੋਇਆਗਾ ਕਿ ਮੈਂ ਨਾ ਪਾਣੀ ਪੀਣਾਗਾ ਨਾ ਹੀ ਕੁਛ ਖਾਣਾ ਖਾਣਾ ਇੱਥੋਂ। ਤਾਂ ਜਦ ਇਹ ਗੱਲ ਹੋਈ ਤਾਂ ਉਸ ਤੋਂ ਬਾਅਦ ਆਪਾਂ ਦੇਖਾਂਗੇ ਬਾਈਬਲ ਦੇ ਵਿੱਚ। ਹੁਣ ਦੇਖੋ ਚਮਤਕਾਰ ਦੇਖਿਆ ਇਸ ਇਨਸਾਨ ਨੇ, ਇਸ ਰਾਜਾ ਨੇ ਚਮਤਕਾਰ ਦੇਖਿਆ। ਫਿਰ ਪੜਾਂਗੇ ਆਪਾਂ ਪਹਿਲਾ ਰਾਜਾ ਉਹਦਾ 13 ਅਧਿਆਇ ਉਹਦਾ 33 ਔਰ 34 ਵਚਨ। ਇਸ ਗੱਲ ਦੇ ਪਿੱਛੋਂ ਵੀ ਯਾਰਾਬੂਆਮ ਆਪਣੇ ਬੁਰੇ ਰਾਹ ਤੋਂ ਨਾ ਮੁੜਿਆ, ਸਗੋਂ ਸਾਰੇ ਲੋਕਾਂ ਵਿੱਚੋਂ ਉੱਚੇ ਥਾਵਾਂ ਲਈ ਇਜਾਜ਼ਤ ਫੇਰ ਰੱਖ ਲਈ। ਦੇਖੋ ਯਾਰਾਬੂਆਮ ਇਹ ਸਾਰੇ ਕੰਮ ਦੇਖਣ ਤੋਂ ਬਾਅਦ ਵੀ, ਅਜੇ ਅਦਭੁਤ ਚਮਤਕਾਰ ਦੇਖਣ ਤੋਂ ਬਾਅਦ ਵੀ ਉਹ ਆਪਣੇ ਬੁਰੇ ਰਸਤੇ ਤੋਂ ਮੁੜਿਆ ਨਹੀਂ ਹੈ। ਫਿਰ ਵੀ ਉਹੀ ਕੰਮ ਕੀਤਾ ਜੋ ਕੰਮ
ਪਰਮੇਸ਼ਵਰ ਨੇ ਮਨਾ ਕਰਿਆ ਸੀਗਾ। ਹਾਲੇਲੂਇਆ। ਉਹੀ ਕੰਮ ਕਰਿਆ ਜਿਹੜਾ ਕੰਮ ਪਰਮੇਸ਼ਵਰ ਨੇ ਮਨਾ ਕਰਿਆ ਸੀਗਾ। ਦੇਖੋ ਆਕੜ, ਇਹ ਆਕੜੀ ਹੁੰਦੀ ਹੈ ਇਨਸਾਨ ਦੇ ਅੰਦਰ, ਆਕੜੀ ਹੈ ਉਹਦੇ ਅੰਦਰ। ਫਿਰ ਅੱਗੇ ਜਿਸ ਕਿਸੇ ਨੂੰ ਚਾਹਿਆ ਉਸਨੇ ਉਹਨੂੰ ਥਾਪ ਦਿੱਤਾ ਤਾਂ ਜੋ ਉਹ ਉੱਚੀਆਂ ਥਾਵਾਂ ਦਾ ਜਾਜਕ ਬਣ ਜਾਵੇ। ਇਸ ਗੱਲ ਤੋਂ ਇਹ ਯਾਰਾਬਾਮ ਦਾ ਪਾਪ ਹੋਇਆ ਜੋ ਉਸ ਦੇ ਮਿਟਾਉਣ ਅਤੇ ਧਰਤੀ ਤੋਂ ਨਾਸ ਹੋਣ ਦਾ ਕਾਰਨ ਬਣਿਆ। ਦੇਖੋ ਇਹੀ ਕਾਰਨ ਬਣਿਆ ਉਹਦੇ ਖਤਮ ਹੋਣ ਦਾ। ਉਹ ਮੁੜਿਆ ਨਹੀਂ ਹੈ, ਲੇਕਿਨ ਚਮਤਕਾਰ ਹੋਇਆ ਜੀਵਨ ਦੇ ਵਿੱਚ। ਫਿਰ ਆਕੜ ਨਹੀਂ ਛੱਡੀ, ਫਿਰ ਉਸੇ ਗੱਲ ਦੇ ਉੱਪਰ, ਫਿਰ ਉਹੀ ਕੰਮ ਦੇ ਉੱਪਰ ਆਕੜ ਨਹੀਂ ਛੱਡੀ, ਆਪਣਾ ਘਮੰਡ ਨਹੀਂ ਛੱਡਿਆ, ਆਪਣੀ ਕਠੋਰਤਾ ਨਹੀਂ ਛੱਡੀ। ਕਠੋਰ ਹੋ ਗਿਆ ਫਿਰ ਉਹ ਦੇਖੋ। ਔਰ ਜੋ ਮਿਸਰ ਦਾ ਰਾਜਾ ਸੀਗਾ ਫਿਰੌਨ, ਉਹ ਵੀ ਤਾਂ ਬਾਰ-ਬਾਰ ਕਠੋਰ ਹੁੰਦਾ ਸੀਗਾ, ਉਹ ਵੀ ਤਾਂ ਇਹੀ ਕੰਮ ਕਰਦਾ ਸੀਗਾ। ਔਰ ਪਰਮੇਸ਼ਵਰ ਨੇ ਯਰਮੀਆ ਦੇ ਰਾਹੀਂ ਕੀ ਕਿਹਾ ਸੀਗਾ ਸਿਦਕਿਆ ਨੂੰ? ਯਰਮੀਆ ਦੇ ਰਾਹੀਂ ਸਿਦਕਿਆ ਨੂੰ ਕਿਹਾ ਵੀ ਦੇਖ ਤੂੰ ਆਪਣੇ ਆਪ ਨੂੰ ਅਧੀਨ ਕਰ ਦੇ, ਲੇਕਿਨ ਸਿਦਕਿਆ ਨੇ ਆਪਣੇ ਆਪ ਨੂੰ ਅਧੀਨ ਨਹੀਂ ਕਰਿਆ। ਜਦ ਆਪਣੇ ਆਪ ਨੂੰ ਅਧੀਨ ਨਹੀਂ ਕਰਿਆ ਤਾਂ ਕੀ ਹੋਇਆ? ਉਹਦੇ ਬੱਚੇ ਉਹਦੀਆਂ ਅੱਖਾਂ ਦੇ ਸਾਹਮਣੇ ਮਾਰ ਦਿੱਤੇ ਗਏ, ਉਹਨੂੰ ਅੰਨਾ ਕਰ ਦਿੱਤਾ ਗਿਆ। ਔਰ ਅੰਨਾ ਕਰਕੇ ਉਸਨੂੰ ਬਾਬਲ ਦੇ ਵਿੱਚ ਲੈ ਕੇ ਚਲੇ ਗਏ, ਗੁਲਾਮ ਬਣਾ ਕੇ ਰੱਖਿਆ ਉੱਥੇ ਉਸਨੂੰ। ਦੇਖੋ ਜਿਸਨੇ ਇਨਸਾਨ ਨੇ ਪਰਮੇਸ਼ਰ ਦਾ ਵਿਰੋਧ ਕੀਤਾਗਾ ਉਹ ਇਨਸਾਨ ਸਫਲ ਨਹੀਂ ਹੋਇਆ। ਹਾਲੇਲੂਇਆ। ਜਿਸ ਇਨਸਾਨ ਨੇ ਪਰਮੇਸ਼ਰ ਦੇ ਵਿਰੋਧ ਵਿੱਚ ਕੰਮ ਕੀਤਾਗਾ ਉਹ ਸਫਲ ਨਹੀਂ ਹੋਇਆ। ਦਾਊਦ ਬਾਦਸ਼ਾਹ ਤੋਂ ਵੀ ਹੋਇਆ। ਦਾਊਦ ਬਾਦਸ਼ਾਹ ਨੇ ਗਲਤੀ ਕਰੀ ਸੀ ਗਿਣਤੀ ਕਰਕੇ, ਲੇਕਿਨ ਜਦ ਪਰਮੇਸ਼ਰ ਨੇ ਉਸਦੇ ਮਨ ਨੂੰ ਪ੍ਰੇਰਿਆ ਤਾਂ ਆਪਣੀ ਗਲਤੀ ਨੂੰ ਮੰਨਿਆ, ਆਪਣੇ ਘਮੰਡ ਨੂੰ ਛੱਡਿਆ। ਉਸਨੇ ਆਪਣੇ ਘਮੰਡ ਨੂੰ ਛੱਡਿਆ। ਲੇਕਿਨ ਜਿਹੜੀ ਗੱਲ ਪਰਮੇਸ਼ਵਰ ਨੇ ਯਰਮੀਆ ਦੇ ਰਾਹੀਂ ਬੋਲੀ ਸੀ ਕਿ ਨਬੂਕਦਨਸਰ ਆਏਗਾ, ਉਹ ਕੀ ਕਰੇਗਾ? ਇਹਨਾਂ ਲੋਕਾਂ ਨੂੰ, ਯਰੂਸ਼ਲਮ ਦੇ ਲੋਕਾਂ ਨੂੰ ਕੀ ਕਰੇਗਾ? ਆਪਣਾ ਗੁਲਾਮ ਬਣਾ ਲਏਗਾ। ਔਰ ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ, ਬਹੁਤ ਧਿਆਨ ਨਾਲ ਸੁਣਿਓ। ਇਹੀ ਗੱਲ ਆਪਾਂ ਦੇਖਾਂਗੇ ਕਿ ਜਦ ਪਰਮੇਸ਼ਵਰ ਦਾਨੀਏਲ ਦੇ ਵਿੱਚ ਆਪਾਂ ਦੇਖਾਂਗੇ, ਦਾਨੀਏਲ ਔਰ ਇੱਥੇ ਕੀ ਹੋਇਆ? ਪੜੋ, ਦਾਨੀਏਲ ਇੱਥੇ ਆਏ, ਉਹਦਾ ਇੱਕ ਵਚਨ ਪੜੋ। ਯਹੂਦਾ ਦੇ ਰਾਜਾ ਯਹੋਯਾਕੀਮ ਦੇ ਰਾਜ ਦੇ ਤੀਜੇ ਵਰ੍ਹੇ ਵਿੱਚ ਬਾਬੁਲ ਦੇ ਰਾਜਾ ਨਬੂਕਦਨਸਰ ਨੇ ਯਰੂਸ਼ਲਮ ਉੱਤੇ ਚੜ੍ਹਾਈ ਕਰਕੇ ਉਹਦੇ ਆਲੇ ਦੁਆਲੇ ਘੇਰਾ ਪਾ ਲਿਆ। ਦੇਖੋ ਉਹੀ ਸਮਾਂ ਸੀਗਾ ਕਿ ਜਿਹੜਾ ਸਮਾਂ ਪਰਮੇਸ਼ਰ ਨੇ ਕਿਹਾ ਸੀਗਾ ਹਿਜ਼ਕੀਆ ਨੂੰ। ਕਿਹੜਾ ਸੀ ਰਾਜਾ ਉਹ? ਸਿਦਕਿਆ ਰਾਜਾ। ਉਸਨੂੰ ਕਿਹਾ ਸੀਗਾ, ਜਦ ਸਿਦਕਿਆ ਨੂੰ ਉਸਨੇ ਇਹ ਗੱਲ ਕਹੀ ਸੀ ਤਾਂ ਫਿਰ ਦੇਖੋ ਉਸ ਤੋਂ ਬਾਅਦ ਜਰੂਸਲਮ ਨੂੰ ਜਾ ਕੇ ਘੇਰ ਲਿਆ। ਔਰ ਉਹਦੇ ਵਿੱਚ ਜਿੰਨੇ ਲੋਕ ਸੀਗੇ ਗੁਲਾਮ, ਉਹ ਗੁਲਾਮ ਕਰਕੇ ਲੈ ਕੇ ਚਲਾ ਗਿਆ ਕਿੱਥੇ? ਬਾਬਲ ਨੂੰ। ਔਰ ਉਹਦੇ ਵਿੱਚ ਕੌਣ ਸੀਗਾ? ਦਾਨੀਏਲ। ਹਾਲੇਲੂਇਆ। ਦਾਨੀਏਲ, ਸਦਰਕ, ਮੇਸ਼ਕ, ਅਬਦਨਗੋ ਉਹ ਉਹਦੇ ਵਿੱਚ ਹੀ ਸੀਗੇ। ਪਰਮੇਸ਼ਵਰ ਨੇ ਕੀ ਕਿਹਾ ਸੀਗਾ? ਜੇ ਤੁਸੀਂ ਆਪਣੇ ਆਪ ਨੂੰ ਉਹਦੇ ਹਵਾਲੇ ਕਰ ਦੋਗੇ ਤੇ ਤੁਹਾਡੀਆਂ ਜਾਨਾਂ ਕੀ ਨੇ? ਉਹ ਬਚ ਜਾਣਗੀਆਂ। ਲੇਕਿਨ ਦੇਖੋ ਦਾਨੀਏਲ ਨੇ ਔਰ ਦੂਜੇ ਜੋ ਸਦਕ, ਮੇਸ਼ਕ, ਅਬਦਨਗੋ ਸੀ, ਉਹਨਾਂ ਨੇ ਕੀ ਕੀਤਾ ਸੀਗਾ? ਆਪਣੇ ਆਪ ਨੂੰ ਉਸਦੇ ਹਵਾਲੇ ਕੀਤਾ, ਬਚ ਗਏ ਉੱਥੇ। ਉਸ ਤੋਂ ਬਾਅਦ ਦੇਖੋ ਰਾਜੇ ਨੇ ਆਪਣੇ ਦਰਬਾਰ ਦੇ ਵਿੱਚ ਕੁਝ ਲੋਕਾਂ ਦੀ ਚੋਣ ਕਰੀ ਵੀ ਲੋਕ ਮੇਰੇ ਘਰ ਦੇ ਵਿੱਚ ਰਹਿਣ, ਮੇਰੇ ਸਾਹਮਣੇ ਰਹਿਣ। ਤਾਂ ਦੇਖੋ ਇਹੀ ਕੰਮ ਹੋਇਆ ਤਾਂ ਉਹਦੇ ਵਿੱਚ ਦਾਨੀਏਲ ਦਾ ਨਾਮ ਆ ਗਿਆ। ਦਾਨੀਏਲ ਉਹਨਾਂ ਵਿੱਚ ਆ ਗਿਆ ਔਰ ਉਹਦੇ ਨਾਲ ਦੇ ਰਹਿਣ ਲੱਗ ਗਏ। ਜਦ ਇਹ ਕੰਮ ਹੋਇਆ ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਪਰਮੇਸ਼ਵਰ ਨੇ ਆਪਣੇ ਦਾਸਾਂ ਦਾ ਇਸਤੇਮਾਲ ਕਰਨਾ ਸ਼ੁਰੂ ਕੀਤਾ। ਔਰ ਇਸਤੇਮਾਲ ਕੀ ਕਰਨਾ ਸ਼ੁਰੂ ਕੀਤਾ? ਇੱਕ ਵਾਰ ਜੋ ਨਬੂਕਦਨਸਰ ਸੀਗਾ ਉਸਨੂੰ ਸੁਪਨਾ ਆਇਆ। ਔਰ ਸੁਪਨਾ ਕੀ ਆਇਆ ਉਸਨੇ? ਤੇ ਉਸਨੇ ਕੀ ਦੇਖਿਆ ਸੀਗਾ ਕਿ ਇੱਕ ਬਹੁਤ ਵੱਡੀ ਮੂਰਤ ਹੈ। ਬਹੁਤ ਵੱਡੀ ਮੂਰਤ ਆਪਣੇ ਬੱਚੇ ਨੂੰ ਕਈ ਵਾਰ ਪੜ੍ਹਿਆ ਵੀ ਹੈ, ਕਈ ਵਾਰ ਸੁਣਿਆ ਵੀ ਹੈ, ਕਈ ਵਾਰ ਸਿੱਖਿਆ ਵੀ ਹੈ। ਚਲੋ ਆਪਾਂ ਉਹਦੇ ਉੱਪਰ ਨਹੀਂ ਜਾਂਦੇ। ਜਦ ਉਸਨੂੰ ਕੋਈ ਅਰਥ ਕਰਨ ਵਾਲਾ ਮਿਲਿਆ ਹੀ ਨਹੀਂ ਹੈ, ਜਦ ਉਸਨੇ ਇਹ ਅਰਥ ਕਰਨ ਵਾਲੇ ਮਿਲਿਆ ਹੀ ਨਹੀਂ ਹੈ ਤਾਂ ਉਸਨੇ ਕੀ ਕਰਿਆ ਸੀਗਾ ਵੀ ਜਿੰਨੇ ਵੀ ਮੇਰੇ ਰਾਜ ਵਿੱਚ ਗਿਆਨੀ ਲੋਕ ਨੇ, ਜਿੰਨੇ ਵਿਦਵਾਨ ਲੋਕ ਨੇ, ਉਹਨਾਂ ਨੂੰ ਕੀ ਕਰੋ? ਉਹਨਾਂ ਨੂੰ ਫੜ ਕੇ ਮਾਰ ਦੋ। ਕਿਉਂ? ਕਿਉਂਕਿ ਮੇਰਾ ਕੋਈ ਅਰਥ ਕਰਨ ਵਾਲਾ ਹੀ ਨਹੀਂ ਹੈ। ਜਦ ਕਿ ਇਹ ਗੱਲ ਤਾਂ ਦਾਨੀਏਲ ਦੇ ਕੋਲ ਆਈ ਵੀ ਨਹੀਂ ਸੀ, ਦਾਨੀਏਲ ਦੇ ਕੋਲ ਇਹ ਗੱਲ ਨਹੀਂ ਆਈ ਸੀਗੀ। ਲੇਕਿਨ ਜਿਹੜੇ ਉਹਦੇ ਆਪਣੇ ਲੋਕ ਸੀਗੇ, ਕੋਈ ਇੱਥੇ ਜੋਤਸ਼ੀ ਲੋਕ ਸੀ, ਪੰਡਤ ਲੋਕ ਜੋ ਵੀ ਸੀਗੇ, ਉਹ ਲੋਕ ਉਹਦਾ ਅਰਥ ਨਹੀਂ ਕਰ ਸਕੇ। ਲੇਕਿਨ ਜਦ ਦਾਨੀਏਲ ਨੂੰ ਮਾਰਨ ਦੇ ਲਈ ਲੋਕ ਆਏ ਤਾਂ ਦਾਨੀਏਲ ਨੇ ਕਿਹਾ ਭਾਈ ਤੁਸੀਂ ਕਿਉਂ ਮਾਰਨਾ ਚਾਹੁੰਦੇ ਹੋ? ਤਾਂ ਉਹਨਾਂ ਨੇ ਕੀ ਕਿਹਾ ਕਿ ਰਾਜਾ ਨੂੰ ਸੁਪਨਾ ਆਏਗਾ, ਉਹਦਾ ਕੋਈ ਅਰਥ ਨਹੀਂ ਦੱਸ ਸਕਿਆ। ਤਾਂ ਦਾਨੀਏਲ ਨੇ ਕਿਹਾ ਚਲੋ ਮੈਂ ਦੱਸਦਾ ਹੂੰ ਅਰਥ ਜਾ ਕੇ। ਤਾਂ ਉਹ ਰਾਜਾ ਦੇ ਕੋਲ ਚਲਾ ਗਿਆ ਔਰ ਉੱਥੇ ਜੋ ਵੀ ਗੱਲਬਾਤ ਹੋਈ, ਉਹ ਗੱਲਬਾਤ ਹੋਣ ਤੋਂ ਬਾਅਦ ਰਾਜੇ ਨੇ ਕੀ ਕੀਤਾ? ਦਾਨੀਏਲ ਨੂੰ ਬਹੁਤ ਮਹਿਮਾ ਦਿੱਤੀ। ਔਰ ਮਹਿਮਾ ਦਿੱਤੀ ਆਪਾਂ ਪੜਾਂਗੇ ਵਚਨ ਦੇ ਵਿੱਚ। ਇਹ ਦਾਨੀਏਲ ਉਹਦਾ 2 ਅਧਿਆਏ
ਉਹਦਾ 46 ਵਚਨ ਪੜੋ। ਤਦ ਨਬੂਕਦਨਸਰ ਰਾਜਾ ਨੇ ਮੂੰਹ ਦੇ ਭਾਰ ਡਿੱਗ ਕੇ ਦਾਨੀਏਲ ਦੀ ਪੂਜਾ ਕੀਤੀ ਅਤੇ ਆਗਿਆ ਦਿੱਤੀ ਕਿ ਉਹ ਨੂੰ ਚੜਾਵਾ ਦੇਣ ਤੇ ਉਹਦੇ ਅੱਗੇ ਧੂਪ ਤੁਖਾਵਣ। ਦੇਖੋ ਹੁਣ ਜਦ ਦਾਨੀਏਲ ਨੇ ਉਹਦਾ ਅਰਥ ਦੱਸਿਆ ਤਾਂ ਰਾਜੇ ਨੇ ਕੀ ਕਰਿਆ? ਮੂੰਹ ਦੇ ਭਾਰ ਡਿੱਗਿਆ ਦਾਨੀਏਲ ਦੇ ਅੱਗੇ, ਕਿਉਂਕਿ ਉਹਦਾ ਸੁਪਨਾ ਵੀ ਦੱਸਣਾ ਸੀਗਾ ਔਰ ਸੁਪਨੇ ਦਾ ਅਰਥ ਵੀ ਦੱਸਣਾ ਸੀਗਾ। ਔਰ ਸੁਪਨਾ ਚਲੋ ਅਰਥ ਤਾਂ ਕੋਈ ਦੱਸ ਸਕਦਾ ਕੋਈ, ਲੇਕਿਨ ਸੁਪਨਾ ਕਿਵੇਂ ਦੱਸਿਆ ਜਾਵੇ? ਲੇਕਿਨ ਦਾਨੀਏਲ ਨੇ ਉਹਦਾ ਸੁਪਨਾ ਦੱਸਿਆ ਤੇ ਉਹਦਾ ਅਰਥ ਵੀ ਦੱਸਿਆ। ਜਦ ਸੁਪਨਾ ਅਰਥ ਦੱਸਿਆ ਤਾਂ ਰਾਜੇ ਨੇ ਕੀ ਕਰਿਆ? ਆਪਣੇ ਆਪ ਨੂੰ ਉਹਦੇ ਅੱਗੇ ਸਿੱਟ ਲਿਆ ਤੇ ਉਹਦੀ ਪੂਜਾ ਕਰੀ। ਫਿਰ ਅੱਗੇ ਪੜੋ ਜੀ 47। ਰਾਜੇ ਨੇ ਦਾਨੀਏਲ ਨੂੰ ਆਖਿਆ, ਜੇ ਸੰਗ ਤੇਰਾ ਪਰਮੇਸ਼ਵਰ ਦੇਵਤਿਆਂ ਦਾ ਦੇਵਤਾ ਅਤੇ ਰਾਜਿਆਂ ਦਾ ਪ੍ਰਭੂ ਅਤੇ ਭੇਦ ਖੋਲਣ ਵਾਲਾ ਹੈ, ਕਿਉਂ ਜੋ ਤੂੰ ਇਸ ਭੇਦ ਨੂੰ ਖੋਲ ਸਕਿਆ। ਤਦ ਰਾਜੇ ਨੇ ਦਾਨੀਏਲ ਨੂੰ ਉੱਚਾ ਕੀਤਾ ਅਤੇ ਉਹਨੂੰ ਬਹੁਤ ਵੱਡੀਆਂ ਦਾਤਾਂ ਦਿੱਤੀਆਂ। ਸਾਰੇ ਬੋਲੋ ਹਾਲੇਲੂਇਆ। ਦੇਖੋ ਰਾਜੇ ਨੇ ਕੀ ਕਰਿਆ? ਉਸ ਨੂੰ ਉੱਚਾ ਕਰਿਆ ਔਰ ਕੀ ਕਿਹਾ ਕਿ ਤੇਰਾ ਪਰਮੇਸ਼ਵਰ ਕੀ ਹੈ? ਉਹ ਤਾਂ ਰਾਜਿਆਂ ਦਾ ਰਾਜਾ ਹੈਗਾ। ਹਾਲੇਲੂਇਆ। ਗੱਲ ਬਹੁਤ ਤਰ੍ਹਾਂ ਸੁਣੋ, ਉਹ ਕੀ ਹੈ? ਉਹ ਤਾਂ ਰਾਜਿਆਂ ਦਾ ਰਾਜਾ ਹੈਗਾ। ਦੇਖੋ ਕਿੰਨੀ ਵੱਡੀ ਗੱਲ, ਰਾਜਾ ਬੋਲ ਰਿਹਾ ਹੈਗਾ। ਲੇਕਿਨ ਪਰਮੇਸ਼ਵਰ ਨੇ ਕੀ ਕਿਹਾ ਸੀਗਾ ਕਿ ਜਿਹੜਾ ਕੋਈ ਆਪਣੇ ਆਪ ਨੂੰ ਅਧੀਨ ਕਰੇਗਾ ਨਬੂਕਦਨਸਰ ਦੇ, ਉਹਦੇ ਨਾਲ ਗੁਲਾਮੀ ਵਿੱਚ ਚਲਾ ਜਾਏਗਾ, ਉਹ ਕੀ ਕਰੇਗਾ? ਆਪਣੀ ਜਾਨ ਨੂੰ ਬਚਾਏਗਾ। ਤੇ ਦਾਨੀਏਲ ਨੇ ਸਹੀ ਗੱਲ ਕਰੀ ਸੀ ਨਾ। ਦਾਨੀਏਲ ਕੀ ਸੀਗਾ? ਦੇਖੋ ਆਪਣੇ ਆਪ ਨੂੰ ਅਧੀਨ ਕਰ ਚੁੱਕਿਆ ਸੀਗਾ, ਉਹਦੇ ਸਾਹਮਣੇ ਅਧੀਨ ਕਰ ਚੁੱਕਿਆ ਸੀਗਾ। ਦੇਖੋ ਦਾਨੀਏਲ ਨੂੰ ਕਿੱਥੇ ਪਹੁੰਚ ਗਿਆ? ਰਾਜਾ ਨੂੰ ਮੱਥਾ ਟੇਕ ਰਿਹਾ ਹੈਗਾ। ਔਰ ਰਾਜੇ ਨੂੰ ਇੱਕ ਗੱਲ ਦਾਨੀਏਲ ਨੇ ਜ਼ਰੂਰ ਕਹੀ ਸੀਗੀ, ਪੜਾਂਗੇ ਆਪਾਂ ਇਹ ਦਾਨੀਏਲ 2 ਅਧਿਆਇ ਉਹਦਾ 37 ਵਚਨ। ਹੇ ਮਹਾਰਾਜ, ਤੁਸੀਂ ਰਾਜਿਆਂ ਦੇ ਮਹਾਰਾਜੇ ਹੋ, ਜਿਹਨੂੰ ਆਕਾਸ਼ ਦੇ ਪਰਮੇਸ਼ਵਰ ਨੇ ਰਾਜ ਤੇ ਸ਼ਕਤੀ ਤੇ ਬਲ ਤੇ ਤੇਜ ਦੇ ਦਿੱਤਾ ਹੈ। ਦੇਖੋ ਕੀ ਹੈ ਕਿ ਇਹ ਮਹਾਰਾਜ, ਤੁਸੀਂ ਰਾਜਿਆਂ ਦੇ ਮਹਾਰਾਜੇ ਹੋ, ਜਿਹਨੂੰ ਆਕਾਸ਼ ਦੇ ਪਰਮੇਸ਼ਵਰ ਨੇ, ਮਤਲਬ ਅੱਜ ਤੁਹਾਡਾ ਜੋ ਰਾਜ ਭਾਗ ਚੱਲ ਰਿਹਾ ਹੈਗਾ ਨਾ, ਇਹ ਤੁਹਾਡੀ ਆਪਣੀ ਤਾਕਤ ਨਾਲ ਨਹੀਂ ਹੈ, ਤੁਹਾਡੀ ਆਪਣੀ ਬੁੱਧ ਨਾਲ ਨਹੀਂ ਹੈ, ਤੁਹਾਡੀ ਆਪਣੀ ਸਮਝ ਨਾਲ ਨਹੀਂ ਹੈ, ਲੇਕਿਨ ਤੁਹਾਨੂੰ ਰਾਜ ਭਾਗ ਦੇਣ ਵਾਲਾ, ਤੁਸੀਂ ਧਰਤੀ ਉੱਪਰ ਰਾਜੇ ਹੋ ਨਾ, ਤੁਸੀਂ ਧਰਤੀ ਉੱਪਰ ਰਾਜ ਕਰ ਰਹੇ ਹੋ, ਧਰਤੀ ਦੇ ਉੱਪਰ ਸਾਰੀ ਧਰਤੀ ਉੱਪਰ ਰਾਜ ਕਰ ਰਹੇ ਹੋ। ਇਹ ਤੁਸੀਂ ਆਪਣੇ ਬਲ ਨਾਲ ਨਹੀਂ ਕਰ ਰਹੇ, ਇਹ ਤੁਹਾਨੂੰ ਦੇਣ ਵਾਲਾ ਕੌਣ ਹੈ? ਇਹਦਾ ਦੇਣ ਵਾਲਾ ਤੁਹਾਨੂੰ ਪਰਮੇਸ਼ਵਰ ਹੈ। ਹਾਲੇਲੂਇਆ। ਦੇਖੋ ਦਾਨੀਏਲ ਨੇ ਸਪਸ਼ਟ ਸਿੱਧੀ ਗੱਲ ਕਹਿਤੀ ਕਿ ਆਪਣੇ ਉੱਪਰ ਘਮੰਡ ਨਾ ਕਰੀ ਕਿਸੇ ਗੱਲ ਦਾ, ਕਿ ਤੇਰੀ ਬੁੱਧ ਨਾਲ, ਤੇਰੇ ਗਿਆਨ ਦੇ ਨਾਲ, ਤੇਰੀ ਸਮਝ ਦੇ ਨਾਲ ਇਹ ਸਭ ਕੁਝ ਬਣਿਆਗਾ, ਲੇਕਿਨ ਨਹੀਂ, ਮੇਰੇ ਪਰਮੇਸ਼ਵਰ ਨੇ ਤੇਰੇ ਜੀਵਨ ਦੇ ਵਿੱਚ ਇਹ ਕੰਮ ਕੀਤਾਗਾ, ਮੇਰੇ ਪਰਮੇਸ਼ਵਰ ਨੇ ਤੇਰੇ ਜੀਵਨ ਦੇ ਵਿੱਚ ਇਹ ਕੰਮ ਕੀਤਾਗਾ। ਔਰ ਦੇਖੋ ਉਹੀ ਦਾਨੀਏਲ ਜੋ ਉਹਦਾ ਗੁਲਾਮ ਹੈ, ਉਸ ਨੂੰ ਇਹ ਸਿੱਧੀ ਗੱਲ ਬੋਲ ਰਿਹਾ ਜਾ ਕੇ। ਔਰ ਦੇਖੋ ਉਹ ਵੀ ਇਸ ਗੱਲ ਨੂੰ ਮੰਨਦਾ ਹੈਗਾ। ਔਰ ਜੋ ਆਪਾਂ ਨਾ 46-47 ਦੇ ਵਿੱਚ ਉਹ ਪਰਮੇਸ਼ਵਰ ਦੀ ਮਹਿਮਾ ਕਰਦਾ ਹੈਗਾ। ਨਬੂਕਦਨਸਰ ਪਰਮੇਸ਼ਵਰ ਦੀ ਮਹਿਮਾ ਕਰਦਾ ਵੀ ਵਾਕਈ ਪਰਮੇਸ਼ਵਰ ਨੇ ਮੈਨੂੰ ਹੀ ਇਸ ਰਾਜ ਭਾਗ ਦੇ ਉੱਪਰ ਕਾਇਮ ਕੀਤਾਗਾ। ਉਸ ਤੋਂ ਬਾਅਦ ਦੇਖੋ ਨਬੂਕਦਨਸਰ ਨੇ ਫਿਰ ਗੜਬੜੀ ਕੀਤੀ। ਉਸਨੇ ਕੀ ਕੀਤਾ? ਇੱਕ ਮੂਰਤ ਖੜੀ ਕੀਤੀ ਔਰ ਕੀ ਕਿਹਾ? ਇਹਦੀ ਪੂਜਾ ਕਰੋ, ਇਹਨੂੰ ਮੱਥਾ ਟੇਕੋ। ਜਦ ਮੱਥਾ ਟੇਕਣ ਦੇ ਲਈ ਕਿਹਾ, ਲੇਕਿਨ ਉੱਥੇ 3 ਲੋਕ ਆ ਚੁੱਕੇ ਸੀਗੇ। ਲੇਕਿਨ ਜਦ ਉੱਥੇ ਵੀ ਪਰਮੇਸ਼ਵਰ ਨੇ ਉਹਨਾਂ ਦੀ ਸਹਾਇਤਾ ਕਰੀ, ਪਰਮੇਸ਼ਵਰ ਨੇ ਉਹਨਾਂ ਦੀ ਸਹਾਇਤਾ ਕਰੀ ਤਾਂ ਸਹੀ ਦੇ ਵਿੱਚ ਹੋਇਆ ਕੀ? ਆਪਾਂ ਦੇਖਾਂਗੇ ਕਿ ਉੱਥੇ ਵੀ ਜਦ ਪਰਮੇਸ਼ਵਰ ਨੇ ਆਪਣੇ ਲੋਕਾਂ ਦੀ ਸਹਾਇਤਾ ਕਰੀ ਤਾਂ ਉਹ ਵੀ ਉੱਥੇ ਕੀ ਕਰ ਰਿਹਾ ਹੈਗਾ? ਉਹ ਪਰਮੇਸ਼ਵਰ ਦੀ ਮਹਿਮਾ ਕਰਦਾ ਹੈਗਾ। ਕੌਣ? ਆਪਾਂ ਪੜਾਂਗੇ ਉਹਦਾ ਦਾਨੀਏਲ 3 ਅਧਿਆਇ ਉਹਦੇ 28 ਵਚਨ ਤੋਂ। ਨਬੂਕਦਨਸਰ ਨੇ ਪੁਕਾਰ ਕੇ ਆਖਿਆ, ਸਦਰਕ ਮੇਸ਼ਕ ਅਬਦਨਗੋ ਦਾ ਪਰਮੇਸ਼ਵਰ ਮੁਬਾਰਕ ਹੋਵੇ, ਜਿਸ ਆਪਣੇ ਦੂਤ ਨੂੰ ਘੱਲਿਆ। ਉੱਚਾ ਜੀ ਉੱਚਾ ਹੋਣਾ। ਜਿਸ ਨੇ ਆਪਣੇ ਦੂਤ ਨੂੰ ਘੱਲਿਆ ਅਤੇ ਆਪਣੇ ਬੰਦੇ ਨੂੰ ਛੁਡਾ ਲਿਆ, ਜਿਨ੍ਹਾਂ ਉਹਦੇ ਉੱਤੇ ਵਿਸ਼ਵਾਸ ਕੀਤਾ ਅਤੇ ਰਾਜੇ ਦੇ ਹੁਕਮ ਨੂੰ ਟਾਲ ਦਿੱਤਾ ਅਤੇ ਆਪਣੇ ਸਰੀਰ ਨੂੰ ਨਜ਼ਰ ਕੀਤਾ ਕਿ ਆਪਣੇ ਪਰਮੇਸ਼ਵਰ ਦੇ ਬਿਨਾਂ ਉਹ ਕਿਸੇ ਦੇਵਤੇ ਦੀ ਸੇਵਾ ਜਾਂ ਮਦਦ ਨਾ ਕਰਨ। ਦੇਖੋ ਇੱਥੇ ਲਿਖਿਆ ਨਬੂਕਦਨਸਰ ਫੇਰ ਕਹਿੰਦਾ ਗਾ ਸਦਰਕ ਮੇਸ਼ਕ ਅਬਦਨਗੋ ਦਾ ਪਰਮੇਸ਼ਵਰ ਕੀ ਹੈ? ਮੁਬਾਰਕ ਹੈ। ਦੇਖੋ 2 ਵਾਰ ਉਸਨੂੰ ਪਰਮੇਸ਼ਵਰ ਦਾ ਅਹਿਸਾਸ ਹੋ ਰਿਹਾ ਹੈਗਾ, 2 ਵਾਰ ਪਰਮੇਸ਼ਵਰ ਦੇ ਨਾਮ ਦੀ ਉਹ ਮਹਿਮਾ ਕਰ ਰਿਹਾ ਹੈਗਾ। ਲੇਕਿਨ ਦੇਖੋ ਉਸਦਾ ਜੋ ਜੀਵਨ ਸੀਗਾ ਪੂਰੀ ਧਰਤੀ ਉੱਪਰ ਰਾਜ ਕਰ ਰਿਹਾ ਸੀਗਾ, ਲੇਕਿਨ ਉਸਦੇ ਜੀਵਨ ਦੇ ਵਿੱਚ ਗੜਬੜੀ ਸੀ ਕਿ ਜੀਵਨ ਦੇ ਵਿੱਚ ਇੱਕ ਵਾਰ ਕੀ ਹੋਇਆ ਕਿ ਉਸਨੂੰ ਇੱਕ ਫਿਰ ਸੁਪਨਾ ਆਇਆ ਔਰ ਸੁਪਨੇ ਵਿੱਚ ਕੀ ਦੇਖਿਆ? ਉਹਨੇ ਇੱਕ ਬਹੁਤ ਵੱਡਾ ਦਰਖਤ ਦੇਖਿਆ। ਦਾਨੀਏਲ 4 ਅਧਿਆਇ ਪੜ੍ਹਿਓ, ਉਹਦੇ ਵਿੱਚ ਪਤਾ ਚੱਲੇਗਾ ਕਿ ਉਹਨੇ ਇੱਕ ਬਹੁਤ ਵੱਡਾ ਸੁਪਨਾ ਦੇਖਿਆ। ਲੇਕਿਨ ਸੁਪਨਾ ਦੇਖਣ ਤੋਂ ਬਾਅਦ ਵੀ ਜਦ ਉਹ ਸੁਪਨੇ ਦੀ ਸਮਝ ਨਹੀਂ ਆਈ, ਉਸਨੂੰ ਅਰਥ ਨਹੀਂ ਪਤਾ ਚੱਲਿਆ ਵੀ ਕੀ ਹੈ, ਉਸਨੇ ਫਿਰ ਗੜਬੜੀ ਕੀਤੀ। ਆਪਾਂ ਦੇਖਾਂਗੇ ਦਾਨੀਏਲ ਉਹਦਾ 4 ਅਧਿਆਇ ਉਹਦਾ 6 ਵਚਨ। ਇਸ ਲਈ ਮੈਂ ਆਗਿਆ ਦਿੱਤੀ, ਥੋੜਾ ਜ਼ੋਰ ਦਿਖਾਓ ਜੀ। ਇਸ ਲਈ ਕਿ ਮੈਂ ਆਗਿਆ ਦਿੱਤੀ ਹਾਂ ਕਿ ਬਾਬਲ ਦੇ ਸਾਰੇ ਗਿਆਨੀ ਮੇਰੇ ਦਰਬਾਰ ਹਾਜ਼ਰ ਕੀਤੇ ਜਾਣ
ਤਾਂ ਜੋ ਸੁਪਨੇ ਦਾ ਅਰਥ ਮੈਨੂੰ ਦੱਸਣ। ਹਾਂਜੀ, ਕੀ ਲਿਖਿਆ ਬਾਈਬਲ ਦੇ ਵਿੱਚ? ਸੁਪਨੇ ਦਾ ਅਰਥ ਮੈਨੂੰ ਦੱਸਣ। ਵੀ ਬਾਈਬਲ ਦੇ ਜਿਹੜੇ ਸਾਰੇ ਗਿਆਨੀ ਨੇ ਉਹ ਕੀ ਕਰੇ ਜਾਣ? ਦਰਬਾਰ ਤੇ ਸਾਰੇ ਹਾਜ਼ਰ ਕਰੇ ਜਾਣ, ਉਹਦੇ ਇਕੱਠੇ ਕਰੇ ਜਾਣ। ਕੌਣ? ਸਾਰੇ ਗਿਆਨੀ। ਦੇਖੋ ਜਦ ਕਿ ਉਹਦਾ ਫਰਜ਼ ਬਣਦਾ ਸੀਗਾ ਕਿ ਪਹਿਲਾਂ ਮੈਨੂੰ ਕੋਈ ਸੁਪਨਾ ਆਇਆ ਸੀਗਾ, ਸੁਪਨੇ ਵੀ ਮੈਨੂੰ ਦੱਸਿਆ ਸੀਗਾ ਦਾਨੀਏਲ ਨੇ, ਤੇ ਸੁਪਨੇ ਦਾ ਅਰਥ ਵੀ ਮੈਨੂੰ ਦੱਸਿਆ ਸੀਗਾ ਦਾਨੀਏਲ ਨੇ, ਲੇਕਿਨ ਫਿਰ ਦਾਨੀਏਲ ਨੂੰ ਭੁੱਲ ਗਿਆ। ਹੁਣ ਦਾਨੀਏਲ ਨੂੰ ਭੁੱਲ ਗਿਆ, ਕਹਿੰਦਾ ਸਾਰੇ ਕੀ ਕਰੋ, ਗਿਆਨੀ ਇਕੱਠੇ ਕਰੋ। ਫਿਰ ਅੱਗੇ ਪੜੋ ਜੀ। ਤਦ ਜਾਦੂਗਰ, ਜੋਤਸ਼ੀ, ਕਸ਼ਤੀ ਤੇ ਅਗੰਮ ਗਿਆਨੀ ਹਾਜ਼ਰ ਹੋਏ ਤਾਂ ਮੈਂ ਸੁਪਨਾ ਉਹਨਾਂ ਦੇ ਅੱਗੇ ਸੁਣਾਇਆ, ਪਰ ਉਹਨਾਂ ਨੇ ਮੈਨੂੰ ਉਹਦਾ ਅਰਥ ਨਾ ਦੱਸਿਆ। ਦੇਖੋ ਫਿਰ ਜਾਦੂਗਰ ਇਕੱਠੇ ਕਰ ਲਏ, ਫਿਰ ਜੋਤਸ਼ੀ ਇਕੱਠੇ ਕਰ ਲਏ, ਫਿਰ ਅਗੰਮ ਗਿਆਨੀ ਕਸ਼ਤੀ ਲੋਕ ਇਕੱਠੇ ਕਰ ਲਏ, ਲੇਕਿਨ ਕਿਸੇ ਨੇ ਵੀ ਕੋਈ ਅਰਥ ਨਹੀਂ ਦੱਸਿਆ। ਹਾਲੇਲੂਇਆ, ਹਾਲੇਲੂਇਆ। ਲੰਬਾ ਜਾ ਰਿਹਾ ਬਚਨ। ਹਾਂ, ਸਵੇਰ ਤੋਂ ਪੂਰਾ ਹੋ ਲੈਂਦਾ, ਕੋਈ ਚੱਕਰ ਨਹੀਂ। ਹਾਂ, ਤੇ ਕੀ ਲਿਖਿਆ ਬਾਈਬਲ ਦੇ ਵਿੱਚ? ਫਿਰ ਉਹਨੇ ਕਾਫੀ ਲੋਕ ਇਕੱਠੇ ਕਰ ਲਏ, ਲੇਕਿਨ ਦਾਨੀਏਲ ਫਿਰ ਵਿੱਚ ਨਹੀਂ। ਲੇਕਿਨ ਫਿਰ ਵੀ ਉਸਨੂੰ ਉੱਤਰ ਨਹੀਂ ਪਤਾ ਚੱਲਿਆ। ਫਿਰ ਉਸਨੇ ਦਾਨੀਏਲ ਨੂੰ ਬੁਲਾਇਆ। ਫਿਰ ਦਾਨੀਏਲ ਇਸ ਤਰ੍ਹਾਂ ਗੱਲਬਾਤ, ਤੂੰ ਆ ਮੇਰੇ ਲਈ ਯਾਰ। ਫਿਰ ਦਾਨੀਏਲ ਗਿਆ। ਫਿਰ ਦਾਨੀਏਲ ਨੇ ਸਾਰੀ ਗੱਲ ਦੱਸੀ। ਦਾਨੀਏਲ ਨੇ ਸਾਰੀ ਗੱਲ ਦੱਸੀ ਕਿ ਦੇਖ ਸੁਪਨਾ ਕੀ ਹੈ, ਉਹਦਾ ਅਰਥ ਕੀ ਹੈ। ਤਾਂ ਦੇਖੋ ਪਰਮੇਸ਼ਵਰ ਨੇ ਸਹੀ ਦੇ ਵਿੱਚ ਇੱਕ ਵਾਰ ਫਿਰ ਉਹਦੇ ਜੀਵਨ ਦੇ ਵਿੱਚ ਵੱਡਾ ਸਾਰਾ ਕੰਮ ਕੀਤਾ। ਕਿਹਦੇ? ਨਬੂਕਦਨਸਰ ਦੇ ਜੀਵਨ ਦੇ ਵਿੱਚ। ਲੇਕਿਨ ਪਰਮੇਸ਼ਵਰ ਨੇ ਉਸ ਨੂੰ ਦੱਸਿਆ ਕਿ ਦੇਖ ਜੋ ਇਹ ਇੱਕ ਸੁਪਨਾ ਤੈਨੂੰ ਦੇਖਿਆਗਾ, ਉਹ ਇੱਕ ਦਰਖਤ ਜਿਹੜਾ ਦੇਖਿਆ ਤੈਂ, ਜਿਹੜਾ ਰੁੱਖ ਦੇਖਿਆਗਾ, ਉਹ ਤੂੰ ਹੈ। ਉਹਦੀ ਜਿਹੜੀ ਉਚਾਈ ਹੈ ਉਹ ਤੂੰ ਹੈ। ਲੇਕਿਨ ਕੀ ਹੈ ਕਿ 7 ਸਾਲ ਤੱਕ ਤੂੰ ਕੀ ਹੋਏਗਾ? ਮਨੁੱਖਾਂ ਵਿੱਚੋਂ ਕੱਢਿਆ ਜਾਏਗਾ, ਪਸ਼ੂਆਂ ਵਿੱਚ ਚਲਾ ਜਾਏਗਾ, ਤੂੰ ਘਾਹ ਖਾਏਗਾ, ਮਤਲਬ ਇਸ ਤਰ੍ਹਾਂ ਰਹੇਗਾ ਤੂੰ। ਹੁਣ ਦੇਖੋ ਇਹ ਗੱਲ ਪਰਮੇਸ਼ਵਰ ਨੇ ਉਹਦੇ ਉੱਪਰ ਪ੍ਰਗਟ ਕਰਤੀ। ਹੁਣ ਉਹਦਾ ਫਰਜ਼ ਸੀਗਾ ਉਹ ਨਮਰ ਹੋ ਜਾਂਦਾ, ਉਹਦਾ ਫਰਜ਼ ਸੀਗਾ ਉਹ ਆਪਣੇ ਘਮੰਡ ਨੂੰ ਛੱਡ ਦਿੰਦਾ, ਉਹਦਾ ਫਰਜ਼ ਸੀਗਾ ਉਹ ਆਪਣੀ ਆਕੜ ਨੂੰ ਛੱਡ ਦਿੰਦਾ। ਲੇਕਿਨ ਨਹੀਂ, ਮੈਂ ਰਾਜਾ, ਮੈਂ ਪੂਰੀ ਧਰਤੀ ਉੱਪਰ ਰਾਜ ਕਰ ਦਾਂਗਾ। ਲੋਕ ਮੇਰੇ ਉੱਪਰ ਕੀ ਕਰਦੇ ਨੇ? ਮੈਂ ਲੋਕਾਂ ਉੱਪਰ ਹਕੂਮਤ ਕਰ ਦਾਂਗਾ, ਲੋਕ ਮੇਰੀ ਆਗਿਆ ਨੂੰ ਸੁਣਦੇ ਨੇ। ਔਰ ਬਾਈਬਲ ਦੇ ਵਿੱਚ ਪੜਾਂਗੇ ਆਪਾਂ ਇਹ ਦਾਨੀਏਲ ਉਹਦਾ 4 ਅਧਿਆਇ ਪੜੋ, ਉਹਦਾ 26 ਵਚਨ ਤੋਂ। ਅਤੇ ਇਹ ਜੋ ਉਹਨਾਂ ਨੇ ਹੁਕਮ ਕੀਤਾ ਕਿ ਰੁੱਖ ਦੀਆਂ ਜੜ੍ਹਾਂ ਦਾ ਮੁੱਢ ਛੱਡ ਦਿਓ, ਅਰਥ ਇਹ ਹੈ ਵੀ ਜਦੋਂ ਤੁਹਾਨੂੰ ਪਤਾ ਲੱਗੇਗਾ ਕਿ ਰਾਜ ਦਾ ਅਧਿਕਾਰ ਅਸਮਾਨ ਹੁੰਦਾ ਹੈ ਤਾਂ ਤੁਹਾਡਾ ਰਾਜ ਤੁਹਾਡੇ ਲਈ ਫਿਰ ਪੱਕਾ ਕੀਤਾ ਜਾਵੇਗਾ। ਹਾਂ, ਬਾਈਬਲ ਦੇ ਵਿੱਚ ਲਿਖਿਆ ਹੋਇਆ 7 ਸਾਲ ਤੱਕ ਤੂੰ ਪਸ਼ੂਆਂ ਵਿੱਚ ਰਹੇਗਾ। ਜਿਵੇਂ ਪਸ਼ੂ ਖਾਂਦੇ ਨੇ ਘਾਹ ਨਾ, ਇਸ ਤਰ੍ਹਾਂ ਤੂੰ ਖਾਏਗਾ। ਕਿਹਨੂੰ ਕਿਹਾ ਸੀਗਾ? ਨਬੂਕਦਨਸਰ ਨੂੰ। ਜਿਸ ਤਰ੍ਹਾਂ ਪਸ਼ੂ ਤਰੇਲ ਦੇ ਵਿੱਚ ਰਹਿੰਦੇ ਨੇ, ਇਸ ਤਰ੍ਹਾਂ ਤੂੰ ਰਹੇਗਾ 7 ਸਾਲ ਤੱਕ। ਲੇਕਿਨ ਫਿਰ ਵੀ ਉਹਦਾ ਜਿਹੜਾ ਅਰਥ ਦੱਸਿਆ, ਜਿਹੜਾ ਦਰਖਤ ਦਾ ਮੁੱਢ ਵਿੱਚ ਛੱਡੇਗਾ ਨਾ ਜ਼ਮੀਨ ਦੇ ਵਿੱਚ, 7 ਸਾਲ ਬਾਅਦ ਜਦ ਤੈਨੂੰ ਪਤਾ ਆਏਗਾ ਨਾ, ਤੈਨੂੰ ਸੁਰਤ ਆਊਗੀ, ਤੈਨੂੰ ਹੋਸ਼ ਆਊਗਾ, ਫਿਰ ਤੈਨੂੰ ਪਤਾ ਚੱਲੇਗਾ ਕਿ ਜੋ ਰਾਜ ਹੈ, ਰਾਜ ਦਾ ਅਧਿਕਾਰ ਉਹ ਕਿੱਥੋਂ ਹੈ? ਉਹ ਆਸਮਾਨ ਨੂੰ ਹੈ। ਉਹਦਾ ਪਰਮੇਸ਼ਵਰ ਕਰਦਾ ਹੈਗਾ। ਮਤਲਬ ਪਰਮੇਸ਼ਵਰ ਕਿਸ ਨੂੰ ਉੱਚਾ ਕਰਦਾ ਹੈਗਾ। ਇਨਸਾਨ ਘਮੰਡ ਨਾ ਕਰੇ ਕਿ ਮੇਰੀ ਸਮਝ ਨਾਲ ਹੋਇਆਗਾ, ਮੇਰੀ ਬੁੱਧ ਨਾਲ ਹੋਇਆਗਾ, ਮੇਰੇ ਗਿਆਨ ਨਾਲ ਹੋਇਆਗਾ, ਮੇਰੇ ਰੁਪਏ ਪੈਸੇ ਨਾਲ ਹੋਇਆਗਾ, ਮੈਂ ਕਾਰੋਬਾਰ ਦੇ ਵਿੱਚ ਕਾਫੀ ਏਜੰਟ ਹਾਂ ਜਾਂ ਮੈਂ ਕਾਫੀ ਵਧੀਆ ਗਾ। ਏਦਾਂ ਨਹੀਂ ਹੈ। ਪਰਮੇਸ਼ਵਰ ਕਹਿੰਦਾ ਵੀ ਉਹ ਤਾਂ ਕਾਸਮ ਮਿਲਦਾ ਹੈ ਇਨਸਾਨ ਨੂੰ। ਲੇਕਿਨ ਫਿਰ ਕੀ ਕਿਹਾ ਪਰਮੇਸ਼ਵਰ ਨੇ? ਇਸੇ ਕਾਰਨ ਹੇ ਰਾਜਨ। ਹੁਣ ਦੇਖੋ ਖੁਦ ਪਰਮੇਸ਼ਵਰ ਦਾ ਦਾਸ ਇਹ ਗੱਲ ਉਹਨੂੰ ਸਲਾਹ ਦੇ ਰਿਹਾ ਕਿ ਸੁਣੋ ਧਿਆਨ ਨਾਲ। ਹਾਂਜੀ, ਦੁਬਾਰਾ ਫਿਰ ਪੜੋ। ਇਸੇ ਕਾਰਨ ਹੇ ਰਾਜਨ। ਹੁਣ ਹੇ ਰਾਜਨ, ਹੇ ਰਾਜੇ, ਮੇਰੀ ਸਲਾਹ ਤੁਹਾਡੇ ਦੇਖੋ ਮਨ ਪਸੰਦ ਹੋਵੇ। ਮੇਰੀ ਜਿਹੜੀ ਸਲਾਹ ਗਈ, ਦੇਖੋ ਨਾਲ ਦੇ ਨਾਲ ਪਰਮੇਸ਼ਵਰ ਦੇ ਦਾਸ ਨੂੰ ਸਲਾਹ ਹੈ, ਮੇਰੀ ਭਰਾਵਾ ਮੰਨ ਲੇਗਾ ਤੇਰਾ ਫਾਇਦਾ ਹੈਗਾ। ਫਿਰ ਤੁਸੀਂ ਆਪਣੇ ਪਾਪਾਂ ਨੂੰ ਧਰਮ ਨਾਲ ਅਤੇ ਆਪਣੀਆਂ ਬਦੀਆਂ ਨੂੰ ਗਰੀਬਾਂ ਉੱਤੇ ਦਇਆ ਕਰਨ ਨਾਲ। ਹਾਂ, ਜਿਹੜੇ ਤੇ ਤੋਂ ਪਾਪ ਹੋਏ ਨਾ, ਹੁਣ ਆਗਿਆਕਾਰੀ ਕਰਨੀ ਸ਼ੁਰੂ ਕਰ ਦੇ। ਫਿਰ ਅਤੇ ਆਪਣੀਆਂ ਬਦੀਆਂ ਨੂੰ ਗਰੀਬਾਂ ਉੱਤੇ ਦਇਆ ਕਰਨ ਨਾਲ ਟਾਲ ਦਿਓ। ਆਪਣੀ ਬਦੀਆਂ ਨੂੰ, ਜਿਹੜੇ ਤੇਰੇ ਗਲਤੀਆਂ, ਜਿਹੜੇ ਤੇਰੇ ਗੁਨਾਹ ਨੇ, ਉਹ ਕੀ ਹੁਣ ਗਰੀਬਾਂ ਦੇ ਉੱਪਰ ਦਇਆ ਕਰਨੀ ਸ਼ੁਰੂ ਕਰ ਦੇ। ਤੇਰੇ ਕੋਲ ਬਹੁਤ ਕੁਛ ਹੈ, ਤੂੰ ਬਹੁਤ ਵੱਡਾ ਰਾਜਾਗਾ, ਬਹੁਤ ਕੁਛ ਹੈ ਤੇਰੇ ਕੋਲ। ਅਗਰ ਤੂੰ ਬਚਣਾ ਚਾਹੁੰਦਾਗਾ ਕਿ 7 ਸਾਲ ਤੱਕ ਤੂੰ ਇਨਸਾਨਾਂ ਵਿੱਚ ਹੀ ਰਹੇ, 7 ਸਾਲ ਤੂੰ ਮਤਲਬ ਇਹ ਪਸ਼ੂਆਂ ਵਿੱਚ ਨਾ ਜਾਏ, ਘਾਹ ਨਾ ਖਾਏ ਤੂੰ, ਜਾਂ ਤੇਰੇ ਵੱਡੇ ਵੱਡੇ ਨੌ ਨਾ, ਕੁਛ ਵੀ ਨਾ ਹੋਵੇ ਤੇਰੇ ਨਾਲ ਐਸਾ, ਤਾਂ ਕੀ ਕਰ ਤੂੰ? ਮੇਰੀ ਸਲਾਹ ਤੇਰੇ ਲਈ, ਮੇਰੀ ਸਲਾਹ ਤੇਰੇ ਲਈ ਹੈ। ਕੀ ਕਰ ਤੂੰ? ਤੂੰ ਆਪਣੇ ਪਾਪਾਂ ਨੂੰ ਛੱਡ ਕੇ ਆਗਿਆਕਾਰੀ ਕਰਨੀ ਸ਼ੁਰੂ ਕਰ ਦੇ। ਫਿਰ ਕੀ ਹੈ? ਆਪਣੀ ਬਦੀਆਂ ਨੂੰ ਗਰੀਬਾਂ ਦੇ ਉੱਪਰ ਦਇਆ ਕਰ ਦੇ। ਜਿਹੜੀ ਤੇਰੀ ਬਦੀਆਂ ਨੇ ਉਹਨਾਂ ਨੂੰ ਟਾਲ ਦੇ, ਲੋਕਾਂ ਦੇ ਉੱਪਰ ਦਇਆ ਕਰਨੀ ਸ਼ੁਰੂ ਕਰ ਦੇ। ਗਰੀਬ ਲੋਕਾਂ ਦੇ ਉੱਪਰ ਕੀ ਕਰ? ਦਇਆ ਕਰਨੀ ਸ਼ੁਰੂ ਕਰ ਦੇ। ਫਿਰ ਅੱਗੇ ਸ਼ਾਇਦ ਇਉਂ ਤੁਹਾਡਾ ਸੁੱਖ ਚਿਰਤੀਕ ਬਣਿਆ ਰਹੇ। ਸ਼ਾਇਦ ਇਸ ਤਰ੍ਹਾਂ ਤੁਹਾਡੇ ਜੀਵਨ ਦੇ ਵਿੱਚ ਤੁਹਾਡੀ ਸ਼ਾਂਤੀ ਬਣੀ ਰਹੇ, ਤੁਹਾਡੀ ਸ਼ਾਂਤੀ ਬਣੀ ਰਹੇ। ਦੇਖੋ ਪਰਮੇਸ਼ਵਰ ਅਗਰ ਕਿਸੇ ਲਈ ਕੁਝ ਬੋਲਦੇ ਨੇ ਤਾਂ ਨਾਲ ਹੀ ਪਰਮੇਸ਼ਵਰ ਸਿੱਧਾ ਬਚਨ ਦਾ ਵੀ ਹੱਲ ਦੱਸ ਦਿੰਦੇ ਨੇ। ਹਾਲੇਲੂਇਆ, ਹਾਲੇਲੂਇਆ। ਫਿਰ ਅੱਗੇ ਪੜੋ ਜੀ 28 ਨੂੰ। ਇਹ ਸਭੋ ਕੁਝ ਨਬੂਕਦਨਸਰ ਰਾਜੇ ਉੱਤੇ ਬੀਤਿਆ। ਦੇਖੋ
ਇਹ ਸਭ ਕੁਝ ਜੋ ਨਬੂਕਦਨਸਰ ਰਾਜੇ ਦੇ ਉੱਪਰ ਬੀਤ ਚੁੱਕਿਆ ਸੀਗਾ। ਫਿਰ 12 ਮਹੀਨਿਆਂ ਦੇ ਪਿੱਛੋਂ ਉਹ ਬਾਬਲ ਦੇ ਸ਼ਾਹੀ ਮਹਿਲ ਵਿੱਚ ਟਹਿਲ ਰਿਹਾ ਸੀ। 12 ਮਹੀਨੇ ਮਤਲਬ ਕਿੰਨਾ ਚਲ ਗਿਆ? 1 ਸਾਲ। 1 ਸਾਲ ਪਰਮੇਸ਼ਵਰ ਨੇ 1 ਸਾਲ ਦਿੱਤਾ ਉਹਨੂੰ। 1 ਸਾਲ ਦਿੱਤਾ, ਨਾ ਤਾਂ ਉਹਨੇ ਆਗਿਆਕਾਰੀ ਕਰੀ ਤੇ ਨਾ ਹੀ ਉਹਨੂੰ ਗਰੀਬਾਂ ਦੇ ਉੱਪਰ ਕੋਈ ਦਇਆ ਕਰੀ। 1 ਸਾਲ ਫਿਰ ਆਪਣੇ ਮਹਿਲ ਦੇ ਵਿੱਚ ਗੇੜਾ ਖਾ ਰਿਹਾਗਾ, ਗੇੜਾ ਖਾ ਰਿਹਾ, ਘੁੰਮ ਫਿਰ ਰਿਹਾਗਾ ਆਪਣੇ ਮਹਿਲ ਦੇ ਵਿੱਚ। ਅਜੇ ਗੇੜਾ ਖਾ ਰਿਹਾ, ਘੁੰਮ ਫਿਰ ਰਿਹਾਗਾ। ਫਿਰ ਅੱਗੇ ਤਾਂ ਰਾਜੇ ਨੇ ਆਖਿਆ ਹਾਂ। ਕਿ ਇਹ ਉਹ ਵੱਡਾ ਬਾਬਲ ਨਹੀਂ ਜਿਹਨੂੰ ਮੈਂ ਆਪਣੀ ਸ਼ਕਤੀ ਤੇ ਬਲ ਨਾਲ ਮਹਾਰਾਜੇ ਦੇ ਵਾਸ ਲਈ ਬਣਾਇਆ ਹੈ, ਹੂੰ। ਬਈ ਮੇਰੀ ਮਹਿਮਾ ਦੀ ਵਡਿਆਈ ਹੋਵੇ। ਹਾਲੇਲੂਇਆ। ਦੇਖੋ ਕਮਾਂਡ ਇਨਸਾਨ ਦੇ ਅੰਦਰ ਚੇਤਾਵਨੀ ਮਿਲਦੀ ਹੈ, ਪਤਾ ਚੱਲਦਾ ਇਨਸਾਨ ਨੂੰ, ਆਕੜ ਨਹੀਂ ਛੱਡਦਾ ਇਨਸਾਨ। ਪਰਮੇਸ਼ਵਰ ਨੇ ਦੱਸਿਆ ਕਿ ਦੇਖ 7 ਸਾਲ ਤੱਕ ਚਲਾ ਜਾਏਗਾ ਤੂੰ ਉੱਥੇ, ਘਾਹ ਖਾਏਗਾ, ਵੱਡੇ ਵੱਡੇ ਨਾਮ ਹੋ ਜਾਣਗੇ, ਤੇਰੀ ਕੋਈ ਦੇਖਭਾਲ ਕਰਨ ਵਾਲਾ ਨਹੀਂ ਰਹੇਗਾ। ਲੇਕਿਨ ਦੇਖੋ ਕਮਾਂਡ ਛੱਡਿਆ ਉਸਨੇ। 1 ਸਾਲ ਦਿੱਤਾ ਪਰਮੇਸ਼ਵਰ ਨੇ, ਕੋਈ ਗੱਲ ਨਹੀਂ, ਅੱਜ ਸੁਧਰ ਜਾ, ਅੱਜ ਸੁਧਰ ਜਾ, ਅੱਜ ਸੁਧਰ ਜਾ। ਲੇਕਿਨ ਨਹੀਂ, ਕਿੰਨਾ ਪਰਮੇਸ਼ਵਰ ਇੰਤਜ਼ਾਰ ਕਰੇ ਬਈ, ਕਿੰਨਾ ਪਰਮੇਸ਼ਵਰ ਇੰਤਜ਼ਾਰ ਕਰੇ, ਲੇਕਿਨ ਸੁਧਰਿਆ ਨਹੀਂ। ਪੂਰਾ 1 ਸਾਲ ਹੋ ਗਿਆ। 1 ਸਾਲ ਦਾ ਸਮਾਂ ਮਿਲਿਆ ਨਬੂਕਦਨਸਰ ਨੂੰ, ਨਾ ਤਾਂ ਆਗਿਆਕਾਰੀ ਕਰੀ, ਨਾ ਹੀ ਗਰੀਬਾਂ ਦੇ ਉੱਪਰ ਕਿਸੇ ਤਰ੍ਹਾਂ ਦੀ ਦਇਆ ਦਿਖਾਈ, ਔਰ ਨਾ ਹੀ ਪਰਮੇਸ਼ਵਰ ਦਾ ਕਿਹਾ ਹੋਇਆ ਕਰਿਆ। ਲੇਕਿਨ ਜਦ ਘੁੰਮਿਆ ਫਿਰਿਆ, ਦੇਖਿਆ, ਆਪਣਾ ਸ਼ਾਨੋ ਸ਼ੌਕਤ ਦੇਖੀ, ਆਪਣਾ ਬੰਗਲਾ ਦੇਖਿਆ, ਲੋਕ ਦੇਖੇ, ਆਪਣੇ ਆਪ ਨੂੰ ਦੇਖਿਆ, ਮੈਂ ਰਾਜਾ, ਸਾਰਾ ਕੁਝ ਤਾਂ ਮੇਰੀ ਬੁੱਧ ਨਾਲ ਬਣਿਆਗਾ, ਸਾਰਾ ਕੁਝ ਮੇਰੇ ਗਿਆਨ ਦੇ ਨਾਲ ਬਣਿਆਗਾ, ਸਾਰਾ ਕੁਝ ਮੇਰੀ ਸ਼ਕਤੀ ਨਾਲ ਬਣਿਆਗਾ। ਔਰ ਫਿਰ ਕੀ ਹੋਇਆ ਜੀ? ਭਾਈ ਮੇਰੀ ਮਹਿਮਾ ਦੀ ਵਡਿਆਈ ਹੋਵੇ। ਹਾਂ, ਮਤਲਬ ਮੈਂ ਜੋ ਕੁਝ ਕਰਾਂ ਮੇਰੀ ਵਡਿਆਈ ਹੋਵੇ। ਫਿਰ ਅੱਗੇ ਰਾਜਾ ਇਹ ਗੱਲ ਕਰ ਹੀ ਰਿਹਾ ਸੀ ਕਿ ਆਕਾਸ਼ੋਂ ਇੱਕ ਆਵਾਜ਼ ਆਈ ਕਿ ਇਹ ਨਬੂਕਦਨਸਰ ਰਾਜਾ, ਤੇਰੇ ਵਿਖੇ ਇਹ ਹੁਕਮ ਹੋ ਚੁੱਕਿਆ ਹੈ ਕਿ ਰਾਜ ਤੇਥੋਂ ਲੈ ਲਿਆ ਗਿਆ। ਬਸ ਜੀ, ਦੇਖੋ ਨਾਲ ਦੇ ਨਾਲ ਪਰਮੇਸ਼ਵਰ ਨੇ ਦੱਸਤਾ ਕਿ ਤੇਰੇ ਲਈ ਇਹ ਹੁਕਮ ਹੋ ਚੁੱਕਿਆ ਗਾ ਕਿ ਰਾਜ ਤੇਥੋਂ ਲੈ ਲਿਆ ਗਿਆ ਹੈ। ਦੇਖੋ ਕਿੱਡਾ ਵੱਡਾ ਰਾਜਾ, ਲੇਕਿਨ ਇੱਕ ਘਮੰਡ ਦੇ ਕਰਕੇ, ਇੱਕ ਆਕੜ ਕਰਕੇ ਕੀ ਹੋਇਆ? ਗੜਬੜੀ ਹੋ ਗਈ। ਫਿਰ ਦੇਖੋ, ਪੜ੍ਹ ਕੇ ਦੇਖੋ ਸੰਵਾਦ ਦੇ ਵਿੱਚ ਉਸ ਨਾਲ ਕੀ ਬੀਤਿਆ, ਕੀ ਹੋਇਆ ਉਸ ਦੇ ਨਾਲ, ਪੜ੍ਹ ਕੇ ਦੇਖਿਓ ਉਸ ਚੀਜ਼ ਨੂੰ। ਲੇਕਿਨ ਉਸਨੇ ਨਾ ਤਾਂ ਘਮੰਡ ਹੀ ਛੱਡਿਆ, ਨਾ ਹੀ ਕਠੋਰਤਾ ਛੱਡੀ, ਨਾ ਹੀ ਆਪਣੀ ਆਕੜ ਛੱਡੀ। ਹੰਕਾਰ ਸੀ ਉਹਦੇ ਜੀਵਨ ਦੇ ਵਿੱਚ। ਔਰ ਫਿਰ ਜਦੋਂ ਉਸ ਤੋਂ ਬਾਅਦ ਦੇਖਾਂਗੇ ਆਪਾਂ 4:37 ਪੜ੍ਹੋ। 4:37 ਜੀ। ਹੁਣ ਮੈਂ ਨਬੂਕਦਨਸਰ ਆਕਾਸ਼ ਦੇ ਮਹਾਰਾਜੇ ਦੀ ਵਡਿਆਈ ਤੇ ਮਹਿਮਾ ਤੇ ਆਦਰ ਕਰਦਾ ਹਾਂ। ਦੇਖੋ ਹੁਣ ਦੇਖੋ, 7 ਸਾਲ ਬਾਅਦ ਮਾਰ ਖਾਣ ਤੋਂ ਬਾਅਦ, ਇੰਨਾ ਕੁਝ ਸਹਿਣ ਤੋਂ ਬਾਅਦ, ਜਦ ਉਸਨੂੰ ਹੋਸ਼ ਆਈ, ਜਦ ਉਸਨੂੰ ਪਤਾ ਚੱਲਿਆ, ਤਾਂ ਫਿਰ ਦੇਖੋ ਹੋਸ਼ ਦੇ ਵਿੱਚ ਆ ਕੇ ਕੀ ਕਹਿੰਦਾਗਾ ਉਹ, ਜਦ ਉਸਦਾ ਸਭ ਕੁਝ ਖਤਮ ਹੋ ਚੁੱਕਿਆਗਾ, ਫਿਰ ਕੀ ਕਹਿੰਦਾ ਉਹ? ਹੁਣ ਮੈਂ ਨਬੂਕਦਨਸਰ ਹਾਂ ਆਕਾਸ਼ ਦੇ ਮਹਾਰਾਜੇ ਦੀ ਵਡਿਆਈ ਤੇ ਮਹਿਮਾ ਤੇ ਆਦਰ ਕਰਦਾ ਹਾਂ। ਹੁਣ ਮੈਂ ਕਰ ਦਾਂਗਾ ਆਕਾਸ਼ ਦੇ ਮਹਾਰਾਜੇ ਦੀ ਮਹਿਮਾ ਕਰ ਦਾਂਗਾ, ਉਹਦੀ ਵਡਿਆਈ ਕਰ ਦਾਂਗਾ। ਤੇ ਹੁਣ ਫਾਇਦਾ ਕੀ ਹੋਇਆ ਤੈਨੂੰ ਬਈ? ਸਾਰਾ ਕੁਝ ਤਾਂ ਖਤਮ ਹੋ ਗਿਆ। ਜਦ ਪੂਰੀ ਧਰਤੀ ਉੱਪਰ ਰਾਜਾ ਸੀਗਾ, ਲੇਕਿਨ 7 ਸਾਲ ਤੱਕ ਕੀ ਹੈ? ਪਸ਼ੂਆਂ ਵਿੱਚ ਰਹਾਂਗਾ, ਘਾਹ ਖਾਦਾਗਾ, ਕੋਈ ਸੁਰਤ ਨਹੀਂ, ਵੱਡੇ ਵੱਡੇ ਨੌ ਹੋ ਗਏ ਹੋਣਗੇ, ਵੱਡੇ ਵੱਡੇ ਬਾਲ ਵੱਧ ਗਏ ਹੋਣਗੇ, ਬਹੁਤ ਕੁਝ ਹੋ ਗਿਆ ਹੋਊਗਾ ਜੀਵਨ ਦੇ ਵਿੱਚ। ਕਿੰਨਾ ਸਮਾਂ ਹੋਊਗਾ, ਨਾ ਤਾਂ ਨਹਾਤਾ ਹੋਊਗਾ, ਨਾ ਹੀ ਕੱਪੜੇ ਬਦਲੇ ਹੋਣਗੇ। ਲੇਕਿਨ 7 ਸਾਲ ਬਾਅਦ ਜਦ ਉਸਨੂੰ ਹੋਸ਼ ਆਇਆ ਤੇ ਫਿਰ ਕੀ ਕਹਿੰਦਾਗਾ? ਹੁਣ ਮੈਂ ਆਕਾਸ਼ ਦੇ ਮਹਾਰਾਜ ਦੀ ਵਡਿਆਈ ਤੇ ਮਹਿਮਾ ਕਰਦਾ ਹਾਂ। ਫਿਰ ਕਿਉਂ ਜੋ ਉਹ ਆਪਣੇ ਸਭਨਾ ਕੰਮਾਂ ਵਿੱਚ ਸੱਚ ਤੇ ਆਪਣੇ ਸਾਰੇ ਰਾਹਾਂ ਵਿੱਚ ਨਿਆਂਕਾਰ ਹੈ। ਉਹ ਆਪਣੇ ਸਾਰੇ ਕੰਮਾਂ ਵਿੱਚ ਸੱਚਾ ਹੈਗਾ ਤੇ ਆਪਣੇ ਸਾਰੇ ਰਾਹਾਂ ਵਿੱਚ ਕੀ ਹੈ? ਉਹ ਤਾਂ ਨਿਆਂਈ ਹੈ, ਉਹ ਤਾਂ ਨਿਆਂ ਕਰਨ ਵਾਲਾ ਹੈਗਾ। ਫਿਰ ਅਤੇ ਜਿਹੜੇ ਘਮੰਡ ਨਾਲ ਚੱਲਦੇ ਹਨ ਉਹਨਾਂ ਨੂੰ ਨੀਵਾਂ ਕਰ ਸਕਦਾ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਜਿਹੜੇ ਘਮੰਡ ਨਾਲ ਚੱਲਦੇ ਨੇ, ਉਸਨੂੰ ਅਹਿਸਾਸ ਹੋਇਆ ਕਿ ਮੈਂ ਘਮੰਡ ਕਰਦਾ ਸੀਗਾ, ਉਸਨੂੰ ਅਹਿਸਾਸ ਹੋਇਆ ਕਿ ਮੈਂ ਆਕੜ ਨਹੀਂ ਛੱਡੀ, ਉਸਨੂੰ ਅਹਿਸਾਸ ਹੋਇਆ ਕਿ ਮੈਂ ਕਠੋਰ ਸੀਗਾ। ਇੰਨੇ ਸਾਰੇ ਕੰਮ ਦੇਖਣ ਤੋਂ ਬਾਅਦ ਵੀ ਮੈਂ ਪਰਮੇਸ਼ਵਰ ਦੇ ਅਧੀਨ ਨਹੀਂ ਹੋਇਆ, ਮੈਂ ਨਮਰ ਨਹੀਂ ਹੋਇਆ। ਪਰਮੇਸ਼ਵਰ ਨੇ ਹੀ ਕਿਹਾ ਸੀਗਾ ਜਰਮੀਆ ਦੇ ਰਾਹੀਂ, ਸਿਦਕਿਆ ਨਬੂਕਦਨਸਰ ਆਏਗਾ, ਆਪਣੇ ਆਪ ਨੂੰ ਉਸਦੇ ਹਵਾਲੇ ਕਰ ਦਿਓ। ਤੁਸੀਂ ਜਿੰਨੇ ਲੋਕ ਉਸਦੇ ਹਵਾਲੇ ਹੋ ਜਾਓਗੇ, ਮੈਂ ਸਾਰਿਆਂ ਨੂੰ ਬਚਾ ਕੇ ਲੈ ਕੇ ਆਊਂਗਾ ਵਾਪਸ। ਪਰਮੇਸ਼ਵਰ ਨੇ ਕਿਹਾ ਸੀਗਾ। ਲੇਕਿਨ ਨਬੂਕਦਨਸਰ ਨੂੰ ਕੀ ਲੱਗਿਆ? ਮੈਂ ਰਾਜਾ ਬਣ ਗਿਆ, ਮੈਂ ਸਾਰੀ ਪਰਜਾ ਦੇ ਉੱਪਰ, ਸਾਰੀ ਜਾਤੀਆਂ ਦੇ ਉੱਪਰ ਮੈਂ ਕੀ ਹਾਂ? ਮੈਂ ਤਾਂ ਰਾਜਾਗਾ। ਇਹ ਤਾਂ ਮੇਰੀ ਬੁੱਧ ਨਾਲ ਹੋਇਆਗਾ, ਇਹ ਤਾਂ ਮੇਰੀ ਸਮਝ ਦੇ ਨਾਲ ਹੋਇਆਗਾ, ਇਹ ਤਾਂ ਮੇਰੀ ਤਾਕਤ ਦੇ ਨਾਲ ਹੋਇਆਗਾ। ਲੇਕਿਨ ਬਾਅਦ ਦੇ ਵਿੱਚ ਜਦ 7 ਸਾਲ ਤੱਕ
ਉਸਨੂੰ ਕੋਈ ਹੋਸ਼ ਹੀ ਨਹੀਂ ਹੈ, ਉਸਨੂੰ ਕੋਈ ਸਮਝ ਹੀ ਨਹੀਂ ਹੈ। ਫਿਰ ਉਸਨੂੰ ਹੋਸ਼ ਆਇਆ। ਆ ਕੀ ਕਹਿੰਦਾ ਪਰਮੇਸ਼ਵਰ ਦਾ ਵਚਨ, ਜਿਹੜੇ ਕਮਾਂਡਾਂ ਨਾਲ ਚੱਲਦੇ ਹਨ ਉਹਨਾਂ ਨੂੰ ਨੀਵਾਂ ਕਰ ਸਕਦਾ ਹੈ। ਦੇਖੋ ਨੀਵਾਂ ਕਰ ਸਕਦਾ ਪਰਮੇਸ਼ਵਰ। ਦੇਖੋ ਅੱਜ ਤੁਹਾਡੇ ਕੋਲ ਕੁਝ ਵੀ ਹੋ ਸਕਦਾ ਗਾ। ਮੈਂ ਤੁਹਾਡੇ ਪੈਸੇ ਦੇ ਖਿਲਾਫ ਨਹੀਂ, ਤੁਹਾਡੇ ਕਾਰੋਬਾਰ ਦੇ ਖਿਲਾਫ ਨਹੀਂ, ਤੁਹਾਡੇ ਕਿਸੇ ਵੀ ਚੀਜ਼ ਦੇ ਖਿਲਾਫ ਨਹੀਂ, ਲੇਕਿਨ ਜੇ ਪਰਮੇਸ਼ਵਰ ਦੇ ਖਿਲਾਫ ਹੋ ਤੁਸੀਂ ਔਰ ਉਸ ਦੇ ਬਾਅਦ ਜੀਵਨ ਦੇ ਵਿੱਚ ਆਕੜ ਦਿਖਾ ਰਹੇ ਹੋ, ਕਮਾਂਡ ਦਿਖਾ ਰਹੇ ਹੋ ਔਰ ਕਹਿੰਦੇ ਹੋ ਕਿ ਮੇਰੀ ਬੁੱਧ ਨਾਲ ਹੋਇਆਗਾ, ਮੇਰੀ ਸਮਝ ਨਾਲ ਹੋਇਆਗਾ, ਮੇਰੀ ਸ਼ਕਤੀ ਨਾਲ ਹੋਇਆਗਾ, ਤਾਂ ਸਮਾਂਗਾ ਸੁਧਰ ਜਾਓ। ਮੇਰਾ ਪਰਮੇਸ਼ਵਰ ਕਹਿੰਦਾ ਵੀ ਜਿਹੜੇ ਕਮਾਂਡਾਂ ਨਾਲ ਚੱਲਦੇ ਨੇ ਮੈਨੂੰ ਨੀਵਾਂ ਦਿਖਾ ਸਕਦਾਗਾ, ਮੈਂ ਨੀਵਾਂ ਕਰ ਸਕਦਾ ਉਹਨਾਂ ਨੂੰ। ਔਰ ਉਸ ਤੋਂ ਬਾਅਦ ਗੱਲ ਇੱਥੇ ਨਹੀਂ ਰੁਕਦੀ, ਗੱਲ ਅੱਗੇ ਜਾ ਕੇ ਦੇਖੋ। ਉਸ ਤੋਂ ਬਾਅਦ ਇਸਦਾ ਬੇਟਾ ਸੀਗਾ ਨਬੂਕਦਨਸਰ ਦਾ, ਬੇਲਸ਼ੱਸਰ। ਇਸਨੇ ਕੀ ਕੀਤਾ, ਇੱਕ ਵਾਰ ਪਾਰਟੀ ਕਰੀ ਘਰ ਦੇ ਵਿੱਚ। ਪਾਰਟੀ ਕਰਨ ਦੇ ਵਿੱਚ ਬਹੁਤ ਸਾਰੇ ਲੋਕ ਇਕੱਠੇ ਹੋਏ ਤਾਂ ਇਸਨੇ ਕੀ ਕਿਹਾ ਵੀ ਜਿਹੜੇ ਭਾਂਡੇ ਆਏ ਨਾ ਜਰੂਸਲਮ ਦੇ ਵਿੱਚੋਂ, ਉਹ ਭਾਂਡਿਆਂ ਨੂੰ ਲਿਆਓ, ਉਹਦੇ ਵਿੱਚ ਆਪਾਂ ਕੀ ਕਰੀਏ, ਆਪਾਂ ਸ਼ਰਾਬ ਪੀਂਦੇ ਹਾਂ। ਤਾਂ ਸ਼ਰਾਬ ਪੀਤੀ ਨਾ ਲੋਕਾਂ ਨੇ, ਲੇਕਿਨ ਹੋਇਆ ਕੀ, ਨਾਲ ਦੀ ਨਾਲ ਇੱਕ ਹੱਥ ਆਇਆ, ਕੰਨ ਦੇ ਉੱਪਰ ਕੁਝ ਲਿਖ ਦਿੱਤਾ। ਕੰਨ ਦੇ ਉੱਪਰ ਉਸਨੇ ਕੁਝ ਲਿਖਿਆ ਤਾਂ ਫਿਰ ਇਸਨੇ ਗੜਬੜੀ ਕਰੀ ਤਾਂ ਕੀ ਗੜਬੜੀ ਕਰੀ ਸੀਗੀ, ਤਾਂ ਪੜਾਂਗੇ ਆਪਾਂ ਦਾਨੀਏਲ ਉਹਦਾ 5 ਦੇ ਆਏ। ਉਸੇ ਘੜੀ ਸੁਣੋ ਤੁਸੀਂ, ਹਾਂ ਸਾਰੇ ਬੋਲੋ ਹਾਲੇਲੂਇਆ। ਬਹੁਤ ਵਧੀਆ ਫੁਰਤੀ ਦਿਖਾ ਰਹੇ ਹੋ ਅੱਜ। 5 ਦੀ 7 ਪੜੋ। ਰਾਜੇ ਨੇ ਉੱਚੀ ਆਵਾਜ਼ ਨਾਲ ਚਿਲਾ ਕੇ ਆਖਿਆ ਕਿ ਜੋਤਸ਼ੀਆਂ, ਕਸਾਤੀਆਂ ਤੇ ਅਗੰਮ ਗਿਆਨੀਆਂ ਨੂੰ ਸਾਹਮਣੇ ਕਰੋ। ਰਾਜੇ ਨੇ ਬਾਬਲ ਦੇ ਗਿਆਨੀਆਂ ਨੂੰ ਆਖਿਆ ਵੀ ਜੋ ਕੋਈ ਇਸ ਲਿਖਤ ਨੂੰ ਪੜ੍ਹੇ ਅਤੇ ਇਹਦਾ ਅਰਥ ਮੈਨੂੰ ਦੱਸੇ, ਉਹਨੂੰ ਕਿਰਮਚੀ ਰੰਗ ਦਾ ਚੋਗਾ ਪਹਿਨਾਇਆ ਜਾਏਗਾ ਅਤੇ ਉਹਦੇ ਗਲ ਵਿੱਚ ਸੋਨੇ ਦਾ ਕੈਂਠਾ ਪਾਇਆ ਜਾਏਗਾ ਅਤੇ ਰਾਜ ਵਿੱਚ ਤੀਜੇ ਦਰਜੇ ਦਾ ਹਾਕਮ ਬਣੇਗਾ। ਹਾਂ ਦੇਖੋ, ਜੋ ਬੇਲਸ਼ੱਸਰ ਸੀਗਾ ਇਹ ਸੀਗਾ ਨਬੂਕਦਨਸਰ ਦਾ ਬੇਟਾ। ਹੁਣ ਜਦ ਇਸਨੇ ਗਲਤੀ ਕਰੀ, ਕੰਨ ਦੇ ਉੱਪਰ ਇੱਕ ਹੱਥ ਆਇਆ, ਉਸਨੇ ਕੁਝ ਲਿਖ ਕੇ ਦਿੱਤਾ। ਹੁਣ ਦੇਖੋ ਇਸਨੇ ਕੀ ਕਰਿਆ, ਬੁਲਾਓ ਜੋਤਸ਼ੀਆਂ ਨੂੰ, ਕਸਦੀਆਂ ਨੂੰ, ਅਗੰਮ ਗਿਆਨੀਆਂ ਨੂੰ। ਜਦੋਂ ਆਏ ਉਹਨਾਂ ਨੇ ਲਿਖਤ ਦੇਖੀ ਤਾਂ ਸਹੀ ਦੇ ਵਿੱਚ ਉਹ ਪੜ੍ਹ ਨਹੀਂ ਸਕੇ, ਸਮਝ ਨਹੀਂ ਸਕੇ। ਜਦ ਕਿ ਸਹੀ ਦੇ ਵਿੱਚ ਉਸੇ ਰਾਜ ਦੇ ਵਿੱਚ ਦਾਨੀਏਲ ਸੀਗਾ। ਹੁਣ ਇਹ ਰਾਜੇ ਨੇ ਜੋ ਬੇਲਸ਼ੱਸਰ ਸੀਗਾ, ਇਹਦਾ ਹੁਣ ਜੋ ਜੀਵਨ ਸੀਗਾ ਉਹ ਡਰਿਆ ਹੋਇਆ ਸੀਗਾ, ਘਬਰਾਇਆ ਹੋਇਆ ਸੀਗਾ। ਇਹ ਕੀ ਲਿਖਿਆ ਗਿਆ, ਸਾਰਾ ਨਸ਼ਾ ਜਾ ਚੁੱਕਿਆ ਸੀਗਾ ਔਰ ਲੋਕ ਵੀ ਜਿਹੜੇ ਆਏ ਸੀਗੇ ਕੋਲ, ਗਿਆਨੀ ਲੋਕ, ਵਿਦਵਾਨ ਲੋਕ, ਉਹ ਵੀ ਨਹੀਂ ਦੱਸ ਸਕੇ ਕਿ ਇਹਦਾ ਕੀ ਅਰਥ ਹੈ। ਫਿਰ ਕੀ ਹੋਇਆ ਉਸ ਤੋਂ ਬਾਅਦ ਆਪਾਂ ਦੇਖਾਂਗੇ। ਉਹਦਾ 11ਵਾਂ ਵਚਨ ਪੜੋ। ਤੇਰੇ ਰਾਜ ਵਿੱਚ ਇੱਕ ਮਨੁੱਖ ਹੈ ਜਿਸ ਵਿੱਚ ਪਵਿੱਤਰ ਦੇਵਤਿਆਂ ਦਾ ਆਤਮਾ ਹੈ ਅਤੇ ਤੇਰੇ ਪਿਤਾ ਦੇ ਦਿਨਾਂ ਵਿੱਚ ਚਾਨਣ ਤੇ ਸਮਝ ਤੇ ਬੁੱਧ ਦੇਵਤਾ ਦੀ ਬੁੱਧ ਵਰਗੀ ਉਸ ਵਿੱਚ ਪਾਈ ਜਾਂਦੀ ਸੀ, ਜਿਹਨੂੰ ਤੇਰੇ ਪਿਤਾ ਮਹਾਰਾਜਾ ਨਬੂਕਦਨਸਰ ਨੇ, ਤੇਰੇ ਪਿਤਾ ਮਹਾਰਾਜੇ ਨੇ ਜਾਦੂਗਰਾਂ, ਜੋਤਸ਼ੀਆਂ, ਸੀਪੀਆਂ ਤੇ ਅਗੰਮ ਗਿਆਨੀਆਂ ਦਾ ਸਰਦਾਰ ਬਣਾਇਆ ਹੋਇਆ ਸੀ। ਹਾਂ ਦੇਖੋ, ਫਿਰ ਜਦ ਇਸ ਨੂੰ ਕੋਈ ਉੱਤਰ ਨਹੀਂ, ਹਾਲੇਲੂਇਆ, ਸਾਰੇ ਚੌਕਸ ਨਾਲ ਬੈਠੋ। ਹਾਂ, ਜਦ ਇਹਨੂੰ ਕੋਈ ਉੱਤਰ ਨਹੀਂ ਮਿਲਿਆ ਤਾਂ ਕੀ ਹੋਇਆ, ਇਸ ਦੀ ਮਾਤਾ ਨੇ ਕਿਹਾ ਕਿ ਤੂੰ ਲਵੇ ਨਾ ਜਾ, ਇਹ ਕਸਦੀ ਲੋਕਾਂ ਲਵੇ, ਜਾਦੂਗਰਾਂ ਲਵੇ, ਜੋਤਸ਼ੀਆਂ ਲਵੇ, ਨਾ ਲਵੇ। ਲੇਕਿਨ ਉਹ ਸਮੇਂ ਵਿੱਚ ਇੱਕ ਰਾਜਾ, ਇੱਕ ਇਨਸਾਨ ਸੀਗਾ ਦਾਨੀਏਲ, ਜਿਹੜਾ ਇਹਨਾਂ ਦੇ ਉੱਪਰ ਸਰਦਾਰ ਸੀਗਾ। ਜਿਹੜਾ ਕੀ ਸੀਗਾ ਇਹਨਾਂ ਦਾ ਸਰਦਾਰ ਸੀਗਾ। ਤੂੰ ਉਸਨੂੰ ਬੁਲਾ। ਤੇ ਜਦ ਉਸਨੂੰ ਬੁਲਾਇਆ ਤਾਂ ਉਸਨੇ ਉਸਨੂੰ ਕੀ ਕਿਹਾ, ਉਹਨੇ ਕਿ ਦੇਖ ਮੈਂ ਤੇਰਾ ਮਾਨ ਸਨਮਾਨ ਕਰਾਂਗਾ, ਮੈਂ ਤੈਨੂੰ ਕਿਰਮਚੀ ਕੱਪੜੇ ਦੇਵਾਂਗਾ, ਤੇਰੇ ਗਲ ਦੇ ਵਿੱਚ ਸੋਨੇ ਦਾ ਕੈਂਠਾ ਪਾ ਦਾਂਗਾ, ਤੈਨੂੰ ਮੈਂ ਤੀਜੇ ਦਰਜੇ ਦਾ ਕੀ ਕਰਾਂਗਾ, ਹਾਕਮ ਬਣਾ ਦਾਂਗਾ। ਲੇਕਿਨ ਅਭੀ ਮੈਨੂੰ ਦੱਸ ਇਹ ਲਿਖਿਆ ਕੀ ਹੋਇਆਗਾ। ਜਦ ਇਹ ਗੱਲ ਹੋਈ ਤਾਂ ਆਪਾਂ ਵਚਨ ਦੇ ਵਿੱਚ ਦੇਖਾਂਗੇ। ਇਹ ਦਾਨੀਏਲ ਉਹਦਾ 5 ਦੇ ਆਏ, ਉਹਦਾ ਪੜਾਂਗੇ ਆਪਾਂ 18 ਤੋਂ ਪੜੋ। हे राजा, अत महान परमेश्वर ने नबूकदनस्सर तेरे पिता ਨੂੰ ਰਾਜ, ਬਜ਼ੁਰਗੀ, ਮਹਿਮਾ ਤੇ ਪ੍ਰਤਾਪ ਦਿੱਤਾ। ਦੇਖੋ ਇੱਥੇ ਫਿਰ ਇੱਕ ਵਾਰ ਪਰਮੇਸ਼ਰ ਦਾ ਦਾਸ ਦਾਨੀਏਲ ਬੋਲ ਰਿਹਾਗਾ ਕਿ ਰਾਜਾ, ਜਿਹੜਾ ਅਤ ਮਹਾਨ ਪਰਮੇਸ਼ਰ ਹੈ, ਉਸਨੇ ਤੇਰੇ ਬਾਪ ਨਬੂਕਦਨਸਰ ਨੂੰ ਕੀ ਦਿੱਤਾ ਸੀਗਾ, ਰਾਜ ਦਿੱਤਾ ਸੀਗਾ, ਮਹਿਮਾ ਦਿੱਤੀ ਸੀ, ਪ੍ਰਤਾਪ ਦਿੱਤਾ ਸੀਗਾ, ਮਤਲਬ ਉਸਨੂੰ ਵੱਡੀ ਇੱਜ਼ਤ ਦਿੱਤੀ ਸੀ। ਫਿਰ ਅੱਗੇ ਅਤੇ ਉਸ ਬਜ਼ੁਰਗੀ ਦੇ ਕਾਰਨ ਜੋ ਉਸਨੇ ਤਿਸ ਨੂੰ ਦਿੱਤੀ ਸੀ, ਸਾਰੇ ਲੋਕ ਅਤੇ ਕੌਮਾਂ ਅਤੇ ਭਾਖਿਆ ਉਹਦੇ ਸਾਹਮਣੇ ਕੰਬੀਆਂ ਅਤੇ ਡਰੀਆਂ। ਹਾਂ ਦੇਖੋ, ਪਰਮੇਸ਼ਵਰ ਨੇ ਉਸਨੂੰ ਮਤਲਬ ਸਾਰੀਆਂ ਕੌਮਾਂ ਦੇ ਉੱਪਰ ਕੀ ਸੀਗਾ, ਰਾਜਾ ਠਹਿਰਾਇਆ ਸੀਗਾ। ਲੋਕ ਡਰਦੇ ਸੀ ਉਤੋਂ, ਮਤਲਬ ਜਿਹਨੂੰ ਚਾਹੁੰਦਾ ਸੀਗਾ ਉਹ ਛੱਡਦਾ ਸੀਗਾ, ਜਿਹਨੂੰ ਚਾਹੁੰਦਾ ਸੀ ਉਹ ਮਾਰ ਸਕਦਾ ਸੀਗਾ। ਮਤਲਬ ਕੌਣ, ਕਿਉਂਕਿ ਉਹ ਰਾਜਾ ਸੀਗਾ। ਫਿਰ ਅੱਗੇ ਪੜੋ ਜੀ। ਵੀ ਪਰ ਜਦੋਂ ਉਸ ਦਾ
ਸੁਭਾਅ ਹੰਕਾਰੀ ਹੋ ਦੇਖੋ ਗਿਆ। ਉਸ ਦਾ ਸੁਭਾਅ ਕੀ ਹੋ ਗਿਆ? ਹੰਕਾਰੀ ਹੋ ਗਿਆ। ਹਾਲੇਲੂਇਆ। ਕਿਹਦੀ ਗੱਲ ਕਰਦਾ? ਪਰਮੇਸ਼ਰ ਦਾ ਦਾਸ ਨਬੂਕਦਨਸਰ ਦੀ। ਉਹਦਾ ਸੁਭਾਅ ਕੀ ਹੋ ਗਿਆ ਸੀਗਾ? ਹੰਕਾਰੀ। ਫਿਰ ਅੱਗੇ ਅਤੇ ਉਹਦਾ ਆਤਮਾ ਕਵੜਾ ਹੋਇਆ। ਹਾਂ। ਜਦੋਂ ਤੀਕ ਕਿ ਉਹ ਘਮੰਡ ਕਰਦਾ ਰਿਹਾ। ਉਹਦਾ ਆਤਮਾ ਕੀ ਹੋ ਗਿਆ? ਢੀਠ ਹੋ ਗਿਆ, ਕਠੋਰ ਹੋ ਗਿਆ ਉਹਦਾ ਆਤਮਾ। ਫਿਰ ਇੱਥੋਂ ਤੀਕ ਕਿ ਉਹ ਘਮੰਡ ਕਰਦਾ ਰਿਹਾ। ਹਾਂ, ਤਾਂ ਉਹ ਆਪਣੇ ਰਾਜ ਸਿੰਘਾਸਨ ਤੋਂ ਲਾਹਿਆ ਗਿਆ। ਦੇਖੋ ਘਮੰਡ ਦੇ ਕਰਕੇ, ਆਪਣੀ ਕਠੋਰਤਾ ਦੇ ਕਰਕੇ, ਆਪਣੇ ਢੀਠਪੁਣੇ ਦੇ ਕਰਕੇ, ਆਪਣੀ ਆਕੜ ਦੇ ਕਰਕੇ, ਆਪਣੇ ਹੰਕਾਰ ਦੇ ਕਰਕੇ ਕੀ ਹੈ? ਉਹ ਰਾਜ ਸਿੰਘਾਸਨ ਤੋਂ ਲਾਹਿਆ ਗਿਆ। ਅਤੇ ਉਹਦੀ ਪੱਤ ਪ੍ਰਤੀਤ ਖੁੱਸ ਗਈ। ਦੇਖੋ ਉਹਦੀ ਜੋ ਇੱਜ਼ਤ ਸੀ ਉਹ ਸਭ ਕੁਝ ਉਹ ਚਲੀ ਗਈ। ਫਿਰ ਅਤੇ ਉਹ ਮਨੁੱਖ ਵਾਸੀਆਂ ਵਿੱਚੋਂ ਧੱਕਿਆ ਗਿਆ। ਹਾਂ, ਮਨੁੱਖਾਂ ਵਿੱਚੋਂ ਕੱਢਿਆ ਗਿਆ। ਅਤੇ ਉਸਦਾ ਮਨ ਪਸ਼ੂਆਂ ਜਿਹਾ ਬਣਿਆ। ਹਾਂ, ਅਤੇ ਉਜਾੜ ਦੇ ਖੋਤਿਆਂ ਨਾਲ ਵਸਦਾ ਸੀ। ਦੇਖੋ ਉਜਾੜ ਵਿੱਚ ਚਲਾ ਗਿਆ, ਖੋਤਿਆਂ ਵਿੱਚ ਰਹਿਣ ਲੱਗ ਗਿਆ, ਪਸ਼ੂਆਂ ਵਿੱਚ ਰਹਿਣ ਲੱਗ ਗਿਆ। ਫਿਰ ਅਤੇ ਉਹਨਾਂ ਨੂੰ ਬਲਦਾਂ ਵਾਂਗੂ ਘਾਹ ਚਰਾਉਂਦੇ ਸਨ। ਹੂੰ। ਅਤੇ ਉਹਦਾ ਸਰੀਰ ਆਕਾਸ਼ ਦੀ ਤਰੇਲ ਨਾਲ ਗਿੱਲਾ ਹੋਇਆ। ਦੇਖੋ ਇਹ ਸਾਰੀ ਗੱਲ ਨਬੂਕਦਨਸਰ ਦੇ ਉੱਪਰ ਬੀਤ ਚੁੱਕੀ ਸੀ। ਫਿਰ ਪੜੋ ਜਿਹੜੇ 22। ਪਰ ਇਹ ਬੇਸੱਤਰ, ਹੂੰ। ਤੂੰ ਜੋ ਉਹਦਾ ਪੁੱਤਰ ਹੈ, ਹੂੰ। ਭਾਵੇਂ ਜੇ ਤੂੰ ਇਸ ਸਾਰੀ ਗੱਲ ਨੂੰ ਜਾਣ ਲਿਆ, ਹੂੰ। ਤਦ ਵੀ ਤੈਂ ਆਪਣੇ ਮਨ ਨੂੰ ਨਿਮਾਣਾ ਨਾ ਕੀਤਾ। ਇਹ ਬੇਨਸਰ ਉਹਨੂੰ ਕਹਿੰਦਾ ਹੈਗਾ, ਦੇਖ ਤੂੰ ਇਸ ਗੱਲ ਨੂੰ ਜਾਣ ਚੁੱਕਿਆ ਸੀਗਾ ਕਿ ਤੇਰੇ ਬਾਪ ਨਾਲ ਕੀ ਬੀਤਾਗਾ, ਕੀ ਤੇਰੇ ਬਾਪ ਨਾਲ ਹੋਇਆਗਾ। ਤੂੰ ਸਭ ਕੁਝ ਜਾਣ ਚੁੱਕਿਆ ਸੀਗਾ, ਲੇਕਿਨ ਤੈਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਨੀਵਾ ਨਹੀਂ ਕੀਤਾ, ਤੈਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਅਧੀਨ ਨਹੀਂ ਕੀਤਾ। ਫਿਰ ਅੱਗੇ ਸਗੋਂ ਆਕਾਸ਼ਾਂ ਦੇ ਪ੍ਰਭੂ ਦੇ ਸਨਮੁਖ ਆਪਣੇ ਆਪ ਨੂੰ ਉਤਰਾਇਆ। ਕਿਹਦੇ ਸਾਹਮਣੇ? ਆਕਾਸ਼ਾਂ ਦੇ ਪ੍ਰਭੂ ਦੇ ਸਾਹਮਣੇ। ਆਕਾਸ਼ਾਂ ਦੇ ਪ੍ਰਭੂ ਦੇ ਸਾਹਮਣੇ ਤੈਂ ਕੀ ਕਰਿਆ? ਆਪਣੇ ਆਪ ਨੂੰ ਅਕੜਾਇਆ, ਆਕੜ ਦਿਖਾਉਣ ਲੱਗ ਗਿਆ। ਪਰਮੇਸ਼ਵਰ ਦਾ ਸਾਹਮਣਾ ਕੀਤਾ ਤੈਂ, ਪਰਮੇਸ਼ਵਰ ਦਾ ਸਾਹਮਣਾ ਕੀਤਾ ਤੈਂ। ਘਮੰਡ ਦੇ ਨਾਲ ਭਰਿਆ ਹੋਇਆ ਤੂੰ, ਆਕੜ ਦੇ ਨਾਲ ਭਰਿਆ ਹੋਇਆ ਤੂੰ, ਆਪਣੀ ਕਠੋਰਤਾ ਦੇ ਨਾਲ ਭਰਿਆ ਹੋਇਆ ਤੂੰ। ਫਿਰ ਵਚਨ ਪੜਾਂਗੇ ਆਪਾਂ। ਇਹ ਉਸ ਤੋਂ ਬਾਅਦ ਇਸ ਵਚਨ ਨੂੰ ਵੀ ਘਰ ਜਾ ਕੇ ਪੜਿਓ ਸ਼ਾਂਤੀ ਨਾਲ। ਉਸ ਤੋਂ ਬਾਅਦ ਉਸ ਨੂੰ ਅਰਥ ਦੱਸਿਆ ਕਿ ਕੰਧ ਦੇ ਉੱਪਰ ਲਿਖਿਆ ਕੀ ਹੈ, ਤੇ ਜਦ ਉਸ ਨੂੰ ਕੰਧ ਦੇ ਉੱਪਰ ਜੋ ਲਿਖਿਆ ਹੋਇਆ ਉਹਦਾ ਅਰਥ ਦੱਸਿਆ ਗਿਆ। ਫਿਰ ਆਪਾਂ ਪੜਾਂਗੇ ਵਚਨ ਦੇ ਵਿੱਚੋਂ ਇਹ ਦਾਨੀਏਲ ਉਹਦਾ 5 ਅਧਿਆਇ ਉਹਦਾ 29 ਵਚਨ ਪੜੋ। ਜਦ ਬੇਲਸ਼ੱਤਰ ਨੇ ਆਗਿਆ ਦਿੱਤੀ ਹੂੰ। ਅਤੇ ਉਹਨਾਂ ਨੇ ਦਾਨੀਏਲ ਨੂੰ ਕੀਮਤੀ ਚੋਗਾ ਪਹਿਨਾਇਆ। ਦੇਖੋ ਫਿਰ ਜੋ ਪਰਮੇਸ਼ਰ ਦਾ ਦਾਸ ਸੀਗਾ, ਕੌਣ? ਦਾਨੀਏਲ ਦਾਨੀਏਲ, ਉਸ ਨੂੰ ਕੀ ਪਾਇਆ ਫਿਰ? ਕੀਮਤੀ ਚੋਗਾ। ਮਤਲਬ ਕੱਪੜੇ ਦਿੱਤੇ, ਕੀਮਤੀ ਚੋਗਾ ਦਿੱਤਾ। ਅਤੇ ਸੋਨੇ ਦਾ ਕੈਂਠਾ ਉਸਦੇ ਗਲ ਵਿੱਚ ਪਾਇਆ। ਹਾਂ, ਸੋਨੇ ਦਾ ਕੈਂਠਾ ਉਹਦੇ ਗਲ ਵਿੱਚ ਪਾਇਆ। ਅਤੇ ਉਸਦੇ ਲਈ ਢੰਡੋਰਾ ਫਰਾਇਆ। ਹੂੰ। ਬਈ ਉਹ ਰਾਜ ਵਿੱਚ ਤੀਜੇ ਦਰਜੇ ਦਾ ਹਾਕਮ ਬਣਾਇਆ ਗਿਆ ਹੈ। ਦੇਖੋ ਰਾਜ ਵਿੱਚ ਤੀਜੇ ਦਰਜੇ ਦਾ ਕੀ ਉਹਨੂੰ ਅਹੁਦਾ ਮਿਲ ਗਿਆ। ਹੁਣ ਦੇਖੋ ਕੀ ਫਾਇਦਾ ਹੋਇਆ ਨਾਲ? ਬੇਲਸ਼ੱਤਰ ਨੂੰ ਕੋਈ ਫਾਇਦਾ ਹੋਇਆ? ਬੇਲਸ਼ੱਤਰ ਨੂੰ ਕੋਈ ਫਾਇਦਾ ਹੋਇਆ? ਲੇਕਿਨ ਜਿਹੜੀ ਗੱਲ ਦਾਨੀਏਲ ਨੇ ਕਹੀ ਸੀ ਉਸ ਗੱਲ ਨੂੰ ਮੰਨਿਆ ਉਸਨੇ ਉਸ ਗੱਲ ਨੂੰ ਮੰਨਿਆ ਨਹੀਂ, ਉਸ ਗੱਲ ਨੂੰ ਉਸਨੇ ਕਬੂਲ ਨਹੀਂ ਕਰਿਆ। ਕਿਉਂ? ਕਿਉਂਕਿ ਉਸਦੇ ਅੰਦਰ ਹੰਕਾਰ ਸੀਗਾ, ਉਸਦੇ ਅੰਦਰ ਘਮੰਡ ਸੀਗਾ। ਦਾਨੀਏਲ ਨੇ ਕੀ ਕਿਹਾ ਸੀਗਾ? ਤੈਂ ਦੇਖਿਆ ਸਭ ਕੁਝ ਆਪਣੇ ਬਾਪ ਨਾਲ ਹੁੰਦਾ, ਲੇਕਿਨ ਤੂੰ ਕਿਉਂ ਐਸਾ ਜੀਵਨ ਜੀ ਲੈਂਗਾ? ਛੱਡ ਦੇ ਘਮੰਡ ਨੂੰ, ਛੱਡ ਦੇ ਹੰਕਾਰ ਨੂੰ। ਲੇਕਿਨ ਹੋਇਆ ਕੀ? ਪੜੋਗੇ 30 ਦੇ ਵਿੱਚ। ਉਸੇ ਰਾਤ ਨੂੰ ਬੇਲਸ਼ੱਤਰ ਹੂੰ। ਜੋ ਕਸਾਦੀਆਂ ਦਾ ਰਾਜਾ ਸੀ ਵੱਢਿਆ ਗਿਆ। ਬੇਲਸ਼ੱਤਰ ਉਸੇ ਰਾਤ, ਅੱਜ ਮਾਨ ਸਨਮਾਨ ਦਿੱਤਾਗਾ ਕਿਹਨੂੰ? ਦਾਨੀਏਲ ਨੂੰ। ਅੱਜ ਤੀਜੇ ਦਰਜੇ ਦਾ ਮਤਲਬ ਹਾਕਮ ਬਣਾਇਆ ਕਿਹਨੂੰ? ਦਾਨੀਏਲ ਨੂੰ। ਅੱਜ ਚੰਗੇ ਕੱਪੜੇ ਪਵਾਏ ਨੇ ਕਿਹਨੂੰ? ਦਾਨੀਏਲ ਨੂੰ। ਲੇਕਿਨ ਕੀ ਹੋਇਆ? ਉਸੇ ਰਾਤ ਕੌਣ ਮਰ ਗਿਆ? ਬੇਲਸ਼ੱਤਰ। ਹਾਲੇਲੂਇਆ। ਕੋਈ ਇਨਸਾਨ ਇਹ ਨਾ ਸੋਚੇ ਕਿ ਪਰਮੇਸ਼ਵਰ ਦੇ ਦਾਸ ਨੂੰ ਦਾਨ ਦਸਵੰਧ ਦੇ ਦਾਂਗੇ, ਪਰਮੇਸ਼ਵਰ ਦੇ ਦਾਸ ਦੀ ਸੇਵਾ ਕਰ ਦਾਂਗੇ, ਸਾਡਾ ਕੁਝ ਫਾਇਦਾ ਹੋ ਜਾਊਗਾ। ਕਦੇ ਫਾਇਦਾ ਨਹੀਂ ਹੋਣ ਵਾਲਾ। ਪਰਮੇਸ਼ਵਰ ਦੇ ਦਾਸ ਦਾ ਫਾਇਦਾ ਹੋ ਸਕਦਾ ਹੈਗਾ, ਤੁਹਾਡਾ 200-500 ਦੇਣ ਦੇ ਨਾਲ ਉਹਦੇ ਘਰ ਦਾ ਗੁਜ਼ਾਰਾ ਚੱਲ ਸਕਦਾ ਹੈਗਾ। ਤੁਸੀਂ ਨਹੀਂ ਵੀ ਦੋਗੇ ਨਾ ਤਾਂ ਵੀ ਚੱਲ ਸਕਦਾ ਹੈਗਾ। ਲੇਕਿਨ ਜੇ ਤੁਸੀਂ ਆਪਣਾ ਜੀਵਨ ਨਹੀਂ ਸੁਧਾਰੋਗੇ, ਹੁਣ ਦੇਖੋ ਬੇਲਸ਼ੱਤਰ ਨੇ ਕੀ ਕਰਿਆ ਸੀਗਾ? ਮਾਨ ਸਨਮਾਨ ਤਾਂ ਦਿੱਤਾ, ਲੇਕਿਨ ਆਪਣਾ ਜੀਵਨ ਬਦਲਿਆ ਉਸਨੇ ਦਾਨੀਏਲ ਦਾ ਕਿਹਾ ਹੋਇਆ ਨਹੀਂ ਕਰਿਆ। ਲੇਕਿਨ ਮਾਨ ਸਨਮਾਨ ਬਚਾ ਸਕਿਆ ਉਸਨੂੰ? ਮਾਨ ਸਨਮਾਨ ਨਹੀਂ ਬਚਾ ਸਕਿਆ ਉਸਨੂੰ। ਅਗਰ ਪਰਮੇਸ਼ਰ ਦਾ ਦਾਸ ਤੁਹਾਨੂੰ ਕੁਝ ਕਹਿੰਦਾ ਹੈਗਾ, ਅਗਰ ਤੁਸੀਂ ਨਹੀਂ ਕਰਦੇ, ਤੁਸੀਂ ਜਿੰਨਾ ਮਰਜ਼ੀ ਦਾਨ ਦਸਵੰਧ ਦਿਓ, ਜਿੰਨਾ ਮਰਜ਼ੀ ਰੁਪਇਆ ਪੈਸਾ ਦਿਓ, ਕੱਪੜੇ ਦਿਓ, ਬੂਟ ਦਿਓ, ਸਿਰ ਦੇ ਉੱਪਰ ਜੋ ਮਰਜ਼ੀ ਰੱਖੋ ਉਹਦੇ, ਅਗਰ ਤੁਸੀਂ ਪਰਮੇਸ਼ਰ ਦੇ ਦਾਸ ਦਾ ਕਿਹਾ ਹੋਇਆ ਨਹੀਂ ਕਰਦੇ ਤਾਂ ਤੁਹਾਡਾ ਕੁਝ ਵੀ ਨਹੀਂ ਹੋਣ ਵਾਲਾ। ਬੇਲਸ਼ੱਤਰ ਨੂੰ ਜਦ ਕਿਹਾ, ਉਸਨੇ ਪਰਮੇਸ਼ਰ ਦੇ ਦਾਸ ਦਾ ਕਿਹਾ ਹੋਇਆ ਕਰਿਆ ਨਹੀਂ। ਉਸਨੇ ਮਾਨ ਸਨਮਾਨ ਕਰਤਾ ਉਹਦਾ, ਦਾਨੀਏਲ ਦਾ। ਚੰਗਾ ਭਾਈ ਤਾਂ ਚੰਗਾ 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 ਠੀਕ ਹੈ। ਤਾਂ ਹੋਇਆ ਕਿ ਉਸੇ ਰਾਤ, ਪਰ ਫਿਰ ਪੜੋ ਜੀ 30 ਨੂੰ। ਉਸੇ ਰਾਤ ਨੂੰ ਬੇਲਸ਼ੱਤਰ ਜੋ ਕਸਾਦੀਆਂ ਦਾ ਰਾਜਾ ਸੀ ਵੱਢਿਆ ਗਿਆ। ਉਸੇ ਰਾਤ ਬੇਲਸ਼ੱਤਰ ਮਾਰਿਆ ਗਿਆ। ਕੋਈ ਫਾਇਦਾ ਹੋਇਆ? ਫਾਇਦਾ ਕਿਹਦਾ ਹੋਇਆ ਸੀਗਾ? ਹਾਲੇਲੂਇਆ। ਫਾਇਦਾ ਕਿਹਦਾ ਹੋਇਆ ਸੀਗਾ? ਦਾਨੀਏਲ ਦਾ।
ਇਸੇ ਤਰ੍ਹਾਂ ਕਈ ਵਾਰ ਇਨਸਾਨ ਗੜਬੜੀ ਕਰਦਾ ਹੈਗਾ, 2 ਨੰਬਰ ਦਾ ਕੰਮ ਧੰਦਾ ਕਰਦਾ ਹੈਗਾ ਤੇ ਉਹਦੇ ਵਿੱਚੋਂ ਕੁਝ ਵੀ ਕੱਢ ਕੇ ਪਰਮੇਸ਼ਰ ਦੇ ਦਾਸ ਨੂੰ ਦੇ ਦੇਵੇ। ਮੈਂ ਤਾਂ ਸਪਸ਼ਟ ਕਰਾਂ, ਉਹ ਇਨਸਾਨ ਸਵਰਗ ਵਿੱਚ ਨਹੀਂ ਜਾਣ ਵਾਲਾ। ਪਰਮੇਸ਼ਰ ਦੇ ਦਾਸ ਦਾ ਗੁਜ਼ਾਰਾ ਚੱਲ ਜਾਏਗਾ, ਤੇਲ ਪਾਣੀ ਲਿਆ ਸਕਦਾ, ਘਰ ਦਾ ਖਰਚਾ ਲਿਆ ਸਕਦਾ, ਕੁਝ ਵੀ ਕਰ ਸਕਦਾ ਹੈਗਾ, ਬੱਚਿਆਂ ਦੀ ਦੇਖਭਾਲ ਕਰ ਸਕਦਾ ਹੈਗਾ। ਲੇਕਿਨ ਬਚਣ ਵਾਲਾ ਹੈ ਸਾਹਮਣੇ ਵਾਲਾ ਬੰਦਾ ਨਹੀਂ। ਇੱਕ ਵਾਰ ਏਦਾਂ ਹੀ ਹੋਇਆ, ਕਿਸੇ ਪਰਿਵਾਰ ਦੇ ਵਿੱਚ ਜਾਣਾ ਹੋਇਆ। ਉਸ ਪਰਿਵਾਰ ਦੇ ਵਿੱਚ ਕੋਈ ਇਨਸਾਨ ਸੀਗਾ, ਹਾਲੇਲੂਇਆ। ਇੱਕ ਪਰਿਵਾਰ ਦੇ ਵਿੱਚ ਜਾਣਾ ਹੋਇਆ, ਉਸ ਪਰਿਵਾਰ ਦੇ ਵਿੱਚ ਇੱਕ ਇਨਸਾਨ ਨੇ ਬੁਲਾਇਆ ਤੇ ਉਸਨੇ ਆਪਣਾ ਹੱਥ ਵਧਾਇਆ, ਕਹਿੰਦਾ ਜੀ ਤੁਹਾਡੀ ਜ਼ਰੂਰਤ ਲਈ ਹੈ। ਔਰ ਉਦੋਂ ਮੈਨੂੰ ਪਹਿਲੀ ਵਾਰ ਇਸ ਤਰ੍ਹਾਂ ਹੋਇਆ, ਮੈਨੂੰ ਕਿ ਇਹ ਕੰਮ ਮੈਨੂੰ ਨਹੀਂ ਕਰਨਾ ਚਾਹੀਦਾ। ਯਕੀਨ ਕਰਿਓ ਕਿ ਉਸ ਤੋਂ ਬਾਅਦ ਕੀ ਹੋਇਆ ਕਿ ਚਲੋ ਮੈਂ ਮਨਾ ਤਾਂ ਨਹੀਂ ਕਰਿਆ, ਉਸ ਤੋਂ ਬਾਅਦ ਲੈ ਲਿਆ। ਮੈਂ ਲੈਣ ਤੋਂ ਬਾਅਦ ਮੈਂ ਘਰੇ ਚਲਾ ਗਿਆ। ਘਰੇ ਮੈਨੂੰ ਬੇਚੈਨੀ ਲੱਗ ਗਈ ਇਸ ਗੱਲ ਦੀ। ਮੈਨੂੰ ਪੈਸਾ ਕੈਸੀ ਚੀਜ਼ ਹੈ, ਪੈਸਾ ਦੇਖ ਕੇ ਬੰਦੇ ਨੂੰ ਖੁਸ਼ੀ ਮਿਲਦੀ ਹੈ, ਲੇਕਿਨ ਮੈਂ ਘਰੇ ਗਿਆ ਮੈਨੂੰ ਬੇਚੈਨੀ ਲੱਗੀ ਗੱਲ ਦੀ। ਔਰ ਮੈਨੂੰ ਬਾਰ-ਬਾਰ ਇਹ ਲੱਗ ਰਿਹਾ ਵੀ ਇਹ ਚੀਜ਼ ਸਹੀ ਨਹੀਂ ਹੈ, ਇਹ ਚੀਜ਼ ਸਹੀ ਨਹੀਂ ਹੈ। ਉਸ ਇਨਸਾਨ ਨੇ ਮੈਨੂੰ ਇਹ ਕਿਹਾ ਵੀ ਤੂੰ ਆਪਣੀ ਜ਼ਰੂਰਤ ਨੂੰ ਪੂਰਾ ਕਰੀ। ਹੁਣ ਉਹਨੂੰ ਕੀ ਪਤਾ ਮੇਰੀ ਜ਼ਰੂਰਤ ਕੀ ਹੈ, ਉਸਨੂੰ ਨਹੀਂ ਪਤਾ ਮੇਰੀ ਜ਼ਰੂਰਤ ਕੀ ਹੈ। ਤਾਂ ਜ਼ਰੂਰਤ ਤੁਹਾਡੀ ਜ਼ਰੂਰਤ ਵਾਸਤੇ ਹੈ। ਚਲੋ ਮੈਂ ਗਿਆ ਘਰੇ, ਮੈਨੂੰ ਬੇਚੈਨੀ ਲੱਗੀ ਜੀ, ਬੇਚੈਨੀ ਲੱਗੀ। ਉਸ ਤੋਂ ਬਾਅਦ ਮੈਂ ਦੇਖਿਆ ਯਾਰ ਕੰਮ ਗਲਤ ਹੈ। ਸਵੇਰੇ ਮੈਂ ਬਾਹਰ ਜਾਣਾ ਸੀ ਕਿਸੇ ਪਾਸੇ, ਸਵੇਰੇ ਬਾਹਰ ਗਿਆ। ਉਸ ਤੋਂ ਬਾਅਦ ਉਸ ਭਾਈ ਸਾਹਿਬ ਨੂੰ ਮਿਲਿਆ। ਮੈਂ ਭਾਈ ਸਾਹਿਬ ਜੋ ਤੁਸੀਂ ਕਰ ਰਹੇ ਹੋ ਇਹ ਤੁਹਾਨੂੰ ਬਚਾ ਨਹੀਂ ਸਕਦਾ, ਤੁਸੀਂ ਵਫਾਦਾਰ ਨਹੀਂ ਹੋ ਪਰਮੇਸ਼ਵਰ ਦੇ ਨਾਲ। ਤੁਸੀਂ ਮੇਰੇ ਲਈ ਜੋ ਕਰ ਰਹੇ ਹੋ ਮੈਂ ਤੁਹਾਨੂੰ ਸਪਸ਼ਟ ਕਹਿ ਰਿਹਾਗਾ, ਇਹ ਤੁਹਾਨੂੰ ਬਚਾ ਨਹੀਂ ਸਕਦਾ। ਇਹ ਨਾ ਕਰਿਓ ਕਿ ਇਹਨੂੰ, ਇਹ ਤੁਹਾਡੇ ਕੰਮ ਆਊਗਾ, ਰੱਖਿਓ ਸਾਂਭ ਕੇ ਇਹਨੂੰ। ਨਹੀਂ ਤਾਂ ਮੇਰਾ ਫਾਇਦਾ ਹੀ ਹੋ ਰਿਹਾ ਸੀਗਾ। ਮੈਨੂੰ ਫਾਇਦਾ ਸੀ ਜਾਂ ਨਹੀਂ ਫਾਇਦਾ ਸੀਗਾ? ਮੈਨੂੰ ਜੋ ਵੀ ਆਇਆ ਉੱਥੋਂ, ਮੈਨੂੰ ਥੋੜਾ ਆਇਆ, ਮੈਨੂੰ ਬਹੁਤ ਆਇਆ, ਲੇਕਿਨ ਉਹਦਾ ਮੈਨੂੰ ਫਾਇਦਾ ਸੀਗਾ ਕਿ ਮੇਰੀ ਜੇਬ ਦੇ ਵਿੱਚ ਆਇਆ ਸੀਗਾ। ਲੇਕਿਨ ਜਦ ਮੈਨੂੰ ਲੱਗਿਆ ਨਹੀਂ ਯਾਰ ਇਹ ਗਲਤ ਹੈ, ਮੈਂ ਜਦ ਨੂੰ ਸਪਸ਼ਟ ਕਿਹਾ ਮੇਰੇ ਵਾਸਤੇ ਇਹ ਕੰਮ ਨਾ ਕਰੀ, ਤੂੰ ਕੱਲ ਨੂੰ ਕਿਸੇ ਮਨ ਚ ਭੁਲੇਖਾ ਹੋਵੇ ਕਿ ਮੈਂ ਕਰਿਆ ਕੁਛ ਉਹਦੇ ਲਈ, ਇਹ ਤੈਨੂੰ ਬਚਾ ਨਹੀਂ ਸਕਦਾ। ਔਰ ਉਸ ਤੋਂ ਬਾਅਦ ਮੇਰੀ ਕਦੇ ਵੀ ਗੱਲਬਾਤ ਨਹੀਂ ਹੋਈ ਕਿਸੇ ਚੀਜ਼ ਨੂੰ ਲੈ ਕੇ। ਕਾਰਨ ਕੀ? ਤੁਹਾਡੇ ਪੈਸੇ ਦੇ ਨਾਲ, ਤੁਹਾਡੇ ਕੱਪੜੇ ਦੇ ਨਾਲ, ਤੁਹਾਡੇ ਜੁੱਤੀਆਂ ਦੇ ਨਾਲ, ਤੁਹਾਡੇ ਬੂਟਾਂ ਦੇ ਨਾਲ, ਤੁਹਾਡੇ ਹੋਰ ਕਿਸੇ ਚੀਜ਼ ਦੇ ਨਾਲ ਪਰਮੇਸ਼ਰ ਦੇ ਦਾਸ ਦਾ ਗੁਜ਼ਾਰਾ ਚੱਲ ਸਕਦਾ ਹੈਗਾ। ਲੇਕਿਨ ਜੇ ਤੁਹਾਡਾ ਜੀਵਨ ਸਹੀ ਨਹੀਂ ਹੈ ਤਾਂ ਫਿਰ ਕੋਈ ਫਾਇਦਾ ਹੈ? ਤਾਂ ਬੇਲਸਸਰ ਨੇ ਹੀ ਕੰਮ ਕਰਿਆ, ਪਰਮੇਸ਼ਰ ਦੇ ਦਾਸ ਦਾ ਮਾਨ ਸਨਮਾਨ ਕੀਤਾ, ਉੱਚਾ ਅਹੁਦਾ ਦੇਤਾ, ਸੋਨੇ ਦਾ ਕੈਠਾ ਪਾਤਾ ਉਹਦੇ, ਤਾਂ ਖੁਦ ਕਿੱਥੇ ਚਲਾ ਗਿਆ? ਖੁਦ ਨਾਸ ਹੋ ਗਿਆ, ਮਰ ਗਿਆ ਖੁਦ। ਮੈਂ ਉਸ ਇਨਸਾਨ ਨੂੰ ਇਹ ਗੱਲ ਕਹੀ ਵੀ ਇਹ ਪੈਸੇ ਸਾਂਭ ਕੇ ਰੱਖ, ਤੇਰੇ ਕਦੇ ਕੰਮ ਆਉਣਗੇ ਇਹ, ਨਹੀਂ ਤਾਂ ਮੇਰਾ ਤਾਂ ਫਾਇਦਾ ਹੀ ਹੋ ਰਿਹਾ ਸੀਗਾ। ਕੀ ਫਾਇਦਾ? ਮੇਰੇ ਸਾਹਮਣੇ ਉਹ ਇਨਸਾਨ ਨਾਸ ਵਿੱਚ ਜਾ ਰਿਹਾ ਹੈਗਾ, ਮੇਰੇ ਸਾਹਮਣੇ ਉਸ ਇਨਸਾਨ ਦੀ ਕੋਈ ਤਰੱਕੀ ਨਹੀਂ ਹੋ ਰਹੀ, ਕਾਰੋਬਾਰ ਦੇ ਵਿੱਚ ਤਰੱਕੀ ਹੋ ਰਹੀ ਹੈ, ਆਤਮਾ ਵਿੱਚ ਤਰੱਕੀ ਨਹੀਂ ਹੋ ਰਹੀ, ਤਾਂ ਕੀ ਫਾਇਦਾ ਮੈਨੂੰ ਉਸਦਾ? ਮੈਂ ਤੁਹਾਨੂੰ ਮਨਾ ਕਰਤਾ ਵੀ ਮੇਰੇ ਬਾਰੇ ਨਾ ਸੋਚ। ਮੇਰਾ ਗੁਜ਼ਾਰਾ ਪਿਛਲੇ ਸਮੇਂ ਤੋਂ ਚੱਲਦਾ ਰਿਹਾ, ਤਾਂ ਚੱਲਦਾ ਹੀ ਰਹੇਗਾ, ਕੋਈ ਦਿੱਕਤ ਨਹੀਂ ਹੈ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਕਿਹੜਾ ਕਿਸੇ ਇਨਸਾਨ ਦਾ ਕੰਮ ਕਰ ਦਾਂਗਾ, ਮੈਂ ਪਰਮੇਸ਼ਰ ਦਾ ਕੰਮ ਕਰ ਦਾਂਗਾ। ਮੇਰਾ ਪਰਮੇਸ਼ਰ ਇੱਥੋਂ ਕਰ ਦੂਗਾ। ਔਰ ਉਸ ਤੋਂ ਬਾਅਦ ਇਸ ਗੱਲ ਨੂੰ ਤਕਰੀਬਨ 3 ਮਹੀਨੇ ਹੋ ਚੁੱਕੇ ਹੋਣਗੇ ਲਗਭਗ, ਲੇਕਿਨ ਕਦੇ ਉਸ ਤੋਂ ਬਾਅਦ ਨਾ ਤੁਸੀਂ ਮੈਨੂੰ ਕਦੇ ਪੁੱਛਿਆ ਹੀ, ਔਰ ਨਾ ਮੈਂ ਕਦੇ ਉਸਨੂੰ ਪੁੱਛਿਆ। ਲੇਕਿਨ ਸਿਰ ਵਿੱਚ ਉਸਨੂੰ ਇਹ ਵੀ ਨਹੀਂ ਪਤਾ ਲੱਗਿਆ ਕਿ ਯਾਰ ਪਰਮੇਸ਼ਰ ਦਾ ਮੈਨੂੰ ਮਨਾ ਕਿਉਂ ਕਰਿਆ ਤਾ। ਮੈਂ ਦੱਸਿਆ ਉਸਨੂੰ ਕਿ ਮੇਰਾ ਮਨ ਇਜਾਜ਼ਤ ਨਹੀਂ ਦੇ ਰਿਹਾ ਸੀ ਮੈਨੂੰ। ਆ ਤੁਸੀਂ ਮੇਰੀ ਗੱਲ ਦਾ ਯਕੀਨ ਕਰਿਓ, ਮੈਂ ਕੱਲ ਸੋਚ ਰਿਹਾ ਸੀ ਗੱਲ ਨੂੰ, ਉਹ ਪੈਸੇ ਦਾ ਮੈਂ ਹੁਣ ਤੱਕ 10 ਪੈਸਾ ਕੱਢਿਆ ਹੀ ਨਹੀਂ ਹੈ। ਉਹ ਮੇਰੇ ਦਿਮਾਗ ਨੂੰ ਚਲੀ ਗਈ ਗੱਲ। ਮੈਂ ਕੱਲ ਜਦ ਬੈਠਾ ਸੀਗਾ ਬੱਚੇ ਨੂੰ ਦੇਖ ਰਿਹਾ ਸੀ, ਕੱਲ ਮੇਰੇ ਗੱਲ ਚੇਤੇ ਆਈ ਗੱਲ ਇਹ, ਮੇਰੇ ਗੱਲ ਚੇਤੇ ਆਈ ਗੱਲ। ਮੈਂ ਸੋਚਿਆ ਯਾਰ 10 ਪੈਸਾ ਮੈਂ ਕੱਢੇ ਨਹੀਂ ਹੁੰਦਾ। 10 ਪੈਸਾ ਮਤਲਬ ਮੈਂ ਤਾਂ ਚਲੋ ਕੱਢਦਾ, ਮੈਂ 10 ਤੋਂ ਜ਼ਿਆਦਾ ਕੱਢ ਦਾਂਗਾ, ਮੈਂ ਕੱਢਿਆ ਹੀ ਨਹੀਂ। ਕੱਲ ਮੇਰੇ ਚੇਤੇ ਆ ਗਈ, ਮੈਂ ਯਾਰ ਉਹ ਕਿੰਨੀ ਵੱਡੀ ਗੱਲ ਹੈ। ਫਿਰ ਮੈਂ ਪਰਮੇਸ਼ਰ ਅੱਗੇ ਬੇਨਤੀ ਕਰੀ, ਮੈਂ ਪਰਮੇਸ਼ਰ ਇਹ ਗੱਲ ਮੈਂ ਕੱਲ ਨੂੰ ਬੋਲਣਾ ਚਾਹੁੰਦਾ ਉੱਥੇ, ਮੈਨੂੰ ਚੇਤੇ ਕਰਾਈ ਇਹ ਗੱਲ। ਔਰ ਮੇਰੇ ਪਰਮੇਸ਼ਰ ਨੇ ਚੇਤੇ ਵੀ ਕਰਾਈ ਮੈਨੂੰ ਇਹ ਗੱਲ। 10ਵਾਂ ਸਮਾਂ ਮੈਨੂੰ ਦੇਖੋ ਲਗਭਗ 2.5-3 ਮਹੀਨੇ ਹੋ ਗਏ, ਮਤਲਬ ਮੈਂ ਅੱਜ ਤੱਕ ਪ੍ਰਭੂ ਦਾ ਧੰਨਵਾਦ ਕਰਦਾ, ਕਦੇ ਮੈਂ 10ਵੇਂ ਸੱਚ ਕਦੇ ਗਲਤੀ ਨਹੀਂ ਕਰੀ। ਇਹ ਗੱਲ ਮੇਰੇ ਦਿਮਾਗ ਤੋਂ ਚਲੀ ਗਈ ਸੀਗੀ, ਇਹ ਕੱਲ ਮੇਰੇ ਚੇਤੇ ਆਈ। ਹੁਣ ਮੈਂ ਕੀ ਕਹਾਂ ਗੱਲ ਨੂੰ? ਤੁਹਾਡਾ ਪੈਸਾ, ਤੁਹਾਡਾ ਕਿਸੇ ਦੇਸ਼ ਦਾਸ ਨੂੰ ਕੱਪੜੇ ਦੇਣੇ, ਕੋਈ ਚੀਜ਼ ਦੇਣੀ, ਉਹ ਤੁਹਾਨੂੰ ਬਚਾ ਨਹੀਂ ਸਕਦਾ ਜਿੰਨਾ ਚਿਰ ਤੁਸੀਂ ਆਪਣੇ ਆਪ ਨੂੰ ਸੁਧਾਰਦੇ ਨਹੀਂ ਹੋ। ਹੁਣ ਦੇਖੋ ਇਹ ਸਾਰੀ ਗੱਲ ਦੇਖੋ, ਬੇਲਸਸਰ ਦਾ ਜੀਵਨ ਕੈਸਾ ਸੀਗਾ, ਉਹਦੇ ਬਾਪ ਦਾ ਜੀਵਨ ਕੈਸਾ ਸੀਗਾ। ਲੇਕਿਨ ਜੀਵਨ ਦੇ ਵਿੱਚ ਸਾਰੀਆਂ ਗੱਲਾਂ, ਘਮੰਡ, ਹੰਕਾਰ, ਕਠੋਰਤਾ, ਲੇਕਿਨ ਹੋਇਆ ਕੀ? ਨਾਸ ਹੋ ਗਏ। ਚਾਹੇ ਪੂਰੀ ਦੁਨੀਆ ਪਰ ਰਾਜੇ ਸੀਗੇ, ਉਹ ਲੱਗਦਾ ਸੀ ਕੀ ਸੀਗਾ ਕਿ ਮੈਂ ਆਪਣੀ ਸਮਝ ਨਾਲ, ਆਪਣੀ ਸ਼ਕਤੀ ਨਾਲ, ਆਪਣੀ ਤਾਕਤ ਨਾਲ ਰਾਜ ਕਰ ਰਿਹਾਗਾ। ਲੇਕਿਨ ਕਈ ਜਗ੍ਹਾ ਦੇ ਉੱਪਰ ਪਤਾ ਲੱਗਿਆ ਕਿ ਇਹ ਰਾਜਾ ਇਹ ਤੈਨੂੰ ਪਰਮੇਸ਼ਵਰ ਨੇ ਬਖਸ਼ਿਆਗਾ, ਇਹ ਰਾਜਾ ਇਹ ਤੈਨੂੰ ਪਰਮੇਸ਼ਵਰ ਨੇ ਦਿੱਤਾਗਾ। ਰਾਜਾ ਅਗਰ ਤੂੰ ਬਚਣਾ ਚਾਹੁੰਦਾਗਾ
ਤਾਂ ਆਗਿਆਕਾਰੀ ਕਰਨੀ ਸ਼ੁਰੂ ਕਰ। ਰਾਜਾ ਅਗਰ ਬਚਣਾ ਚਾਹੁੰਦਾਗਾ ਤਾਂ ਗਰੀਬਾਂ ਪਰ ਦਇਆ ਕਰਨੀ ਸ਼ੁਰੂ ਕਰ ਦੇ। ਵੰਡ ਦੇ ਆਪਣਾ ਰਾਜ ਭਾਗ, ਫਿਰ ਤੂੰ ਬਚ ਜਾਏਗਾ। ਲੇਕਿਨ ਨਹੀਂ ਮੰਨਿਆ। ਔਰ पूरा साल लग गया ਸੀਗਾ एक। परमेश्वर ने समा दिंदे आए, लेकिन उस तो बाद उसका नाश हो गया। मतलब 7 साल के लिए वो पशुओं की मत में चला गया। जब उसमें होश आया फिर वो सोच रहेगा सारी महिमा तो प्रभु की सीगी, मैं तो वैसे घमंड करता रहा। और उसके बाद उसका बेटा भी उसी रास्ते पर चल रहेगा। और सिदकिया जिसमें आप देख रहे थे, एक वचन फिर पढ़ूंगा मैं। सिदकिया अपना दूजा इतिहास 36 ले, दूजा इतिहास 36 ले, पढ़ो 13 वचन तो। तो वो और नबूकत मतलब बादशाह के विरुद्ध हो गया, जिन्हें उसको परमेश्वर की पहुंच दी, पर वो आखिर खान हो गया। देखो उसने तो परमेश्वर ने पहले क्या किया, अपने आप नबूकदनस्सर के हवाले कर दी, मैं सही सलामत बाहर कट के लियावांगा। लेकिन वो किसी का आकड़ खान हो गया, अपना मन की करा कठोर कर लिया। हाँ, परमेश्वर वाल नहीं मुड़िया हो। देखो परमेश्वर के वाल नहीं मुड़िया हो, कठोर हो गया, आकड़ खान हो गया, घमंडी हो गया, मुड़िया नहीं। होया कि बच्चे नाश हो गए अखा के सामने, वो अखा फोड़ दित्तियां दोनों। एक उजिया नाम का राजा सीगा, उसने की करिया सीगा, वो काम करे जो परमेश्वर ने मना करे होगा। उन्हें अपना काम छड्या, दूजा काम करना शुरू किया, लेकिन कोड़ी हो गया, ना तो पैसा बचा सके। लेकिन होया कि एक कमरे में रहने लग पाया उसनों। कहने का मतलब कि अगर जो भी ऐसी गल्लां ने जो तुहानूं परमेश्वर वचन दे राहीं दसदे ने, तो उन्होंने अपने जीवन के करना शुरू करो। अगर उन्होंने अपने जीवन के बाहर कढोगे तो परमेश्वर सही दे विच जो सब कुछ कर सकते हैं, जो इंसान ऊंचाई पर लेके आ सकते हैं और ऊंचाई तो थले भी लिया सकते हैं। और परमेश्वर की है, वो तो घमंडियां का सामना करते हैं, हंकारियों का सामना करते हैं। फिर केड़ा इंसान जो परमेश्वर का सामना कर सके? कोई भी इंसान नहीं है। तुसीं जो सोचते हो, किवें सोचते हो, उसनूं बंद कर दो। सोचा माइकल जैक्सन ने सीगा कि मैं 150 साल तक जिंदा रहा, लेकिन 50 साल की उम्र तक आउंदा नहीं आउंदा, हड्डियां का पिंजर बन गया। होता अपनी समझ नूं छड्ड दो, अपनी आकड़ नूं छड्ड दो, अपने घमंड नूं छड्ड दो, अपने हंकार नूं छड्ड दो। कुछ भी नहीं इस धरती पर। और बाइबल में लिखा गा यिर्मयाह 9 अध्याय 23 वचन पढ़ो जल्दी पढ़ो। 9 और 23 देखो परमेश्वर का वचन क्या कहता है कि बुद्धवान अपनी बुद्ध ते मान ना करे, हाँ, ना बलवान अपने बल उत्ते, हाँ, ना धनी अपने धन उत्ते मान करे। हुण देखो गोलियत बारे सारे लोग जानते हैं। गोलियत ने किहदे उपर मान कराया सीगा? अपने बल के उपर, अपनी ताकत के उपर। लेकिन होया कि एक छोटा जिहा बालक, छोटा जिहा बच्चा जिन्हें उसका नाश किया। क्यों? तो जब इंसान का घमंड वध जाता ना, जब इंसान की आकड़ वध जाती है, तो फिर उसका नाश वो पक्का ही है, उसका नाश पक्का तय हो जाता। फिर इसलिए परमेश्वर समा देंदे ने कि छड्ड दे, मुड़िया, तोबा कर, माफी मंग और अधीन हो जा परमेश्वर से। अगर जो भी इस गल्लां जीवन दे विच उन्होंने अज हुणे इसे घड़ी मन के परमेश्वर के छड्ड दो, ताकि परमेश्वर तुहाडे जीवन दे विच वो काम कर सकन। आओ आप सारे अपनी अखां बंद करिए, अपने सिरां उत्ते पाउने हैं। और कोई भी जन अपनी अख ना खोले, कोई आवाज ना करे, ना बाइबल के लिए, ना अपने बैग के लिए, और सिर्फ अपने आप को एक सवाल करो कि अज जो वचन के सीखा, अज जो वचन के सीखा कि वो वचन के मैनू हौसला मिलिया,
मैंने तसल्ली मिली कि कोई ऐसी गल जो परमेश्वर के विरोध में है, कोई आकड़, कोई ढीठपुना, कोई कठोरता, कोई हंकार दी गल्लां जीवन दे विच तां नहीं। तुहाडा जो घमंड है तुहाडे पैसे उपर तां नहीं। जो घमंड है वो किसी रिश्तेदार के उपर तां नहीं। जो घमंड है वो किसी कारोबार के उपर तां नहीं। तुहाडी शक्ति उपर, तुहाडे शरीर उपर घमंड तां नहीं। अगर जो भी घमंड की गल नजर आ रही है, मेहरबानी करके अपने जीवन दे विच उसनूं बाहर कड्डो। तुसीं चंगे ज्ञानी हो सकते हो, चंगे चलाक हो सकते हो, लेकिन अगर परमेश्वर के खिलाफ तुहाडा घमंड है, अपने आप को बुद्धिमान समझते हो और समझते हो कि मैं सब तो ज्यादा बुद्धिमान हाँ, अगर ऐसी गल्लां दा घमंड करते हो तो घमंड इंसान को नाश में लेके जा सकता है। नबूकदनेस्सर ने यही घमंड किया कि सारी बादशाहत, ये सारा राज भाग ये मैं अपनी शक्ति के नाल, अपनी समझ के नाल बनायागा, लेकिन उस तो बाद उसका नाश होया। सिदकिया जो परमेश्वर के हवाले अपने आप को करना नहीं चाहता सीगा, परमेश्वर ने जो कहा सीगा वो करना नहीं चाहता सीगा, सोचता सीगा मैं राजा, मेरी प्रजा, मेरे लोग, मेरा मान सम्मान, मेरा रुतबा, मेरे सैनिक, मेरे सिपाही, मेरा बहुत कुछ। उसने परमेश्वर के अधीन नहीं किया अपने आप को, अपनी आकड़ दे विच रहा, अपने घमंड दे विच रहा। जो गल यिर्मयाह दे राहीं बोली गई सी उस गल नूं उस सिदकिया ने कबूल नहीं करिया कि अगर तुहानूं अज कुछ बोलिया जांदा गा, अज कोई परमेश्वर दा दास तुहानूं कुछ सिखाउंदा गा वचन दे विचों, कि तुसीं विरोध तां नहीं करदे, तुसीं आकड़ दे तां नहीं, कि कठोर तां नहीं हो रहे, तुसीं वचनां नूं सुन सुन के ढीठ तां नहीं बन रहे वो वचनां नूं सुन सुन के। आपां सारे परमेश्वर दे अधीन हो जाइए। अगर जो भी जीवन दे विच ऐसीਆਂ गल्लां ने उन्हां नूं मन के छड्ड दईए, अपने आप नूं उस परमेश्वर के हवाले कर दो, परमेश्वर के अधीन कर दो, ताकि परमेश्वर सानू समय सिर उच्चा करना। और जब परमेश्वर उच्चा करते हैं तो फिर साडा उस कुछ भी नहीं है, साडी कोई समझ नहीं, साडा कोई ज्ञान नहीं। दानियल नूं परमेश्वर ने उच्चा किया, सदरक मेशक अबदुनगो नूं परमेश्वर ने उच्चा किया, लेकिन उन्हां दे विच कोई भी घमंड की गल नहीं। अगर अज तुहाडी प्रार्थना द्वारा कोई चमत्कार हो गया, तुहानूं कोई वचन का ज्ञान मिल गया, फिर तुसीं कहंदे हो कि परमेश्वर इस्तेमाल करते हैं, परमेश्वर सिखाउंदे ने, हुण मैं अपनी समझ नाल कर सकदा गा, हुण मैनूं किसी सेवक की जरूरत नहीं, हुण मैनूं किसी की प्रार्थना की जरूरत नहीं, हुण मैनूं किसी तो सीखण की जरूरत नहीं। तां हो सकदा तुहाडा घमंड होवे, तुहाडी आकड़ होवे। परमेश्वर तुहाडा इस्तेमाल कर रहे हैं, वो बहुत चंगी गल है। और परमेश्वर नूं ही मान सन्मान दो। अज तुहाडा कारोबार सही है, तुहाडा सब कुछ सही है, परमेश्वर नूं ही मान सन्मान दो। सारी गल दे विच तुसीं परमेश्वर नूं मान सन्मान दो। तुहाडी बुद्धि, तुहाडा ज्ञान, तुहाडी शक्ति कुछ भी नहीं है। घर दे विच तुसीं कुछ भी पकाउणे हो, खाना पकाउणे हो, कुछ भी करदे हो, सिर्फ और सिर्फ परमेश्वर नूं मान सन्मान दो। ये ना कहो कि मैं बनाया, ये ना कहो कि उस तरह किया, ये मैं किया इस तरह होयागा। हर गल दे विच सिर्फ और सिर्फ परमेश्वर नूं महिमा दो, क्योंकि साडे परमेश्वर ही महिमा दे योग ने। असीं सारे अपने जीवन तो उस परमेश्वर को महिमा दे सकिए और परमेश्वर के अधीन हो सकिए। इस वचन की आसीस नाल परमेश्वर सानू सब नूं भर देना। थैंक यू लॉर्ड।